मैं चाहूँगा के तृप्ता जी खुद ਤੁਹਾਨੂੰ ਮੁਖਾਤਬ ਹੋ ਜਾਣ। ਮੈਡਮ ਕੇ ਤ੍ਰਿਪਤਾ ਜੀ ਆਪਣਾ ਕੈਮਰਾ ਔਨ ਕਰ ਲੈਣਾ ਮੈਡਮ। ਇਹ ਮੈਨੂੰ ਹੁਣੇ ਮਸਤੀਆਂ ਕਰਦੇ ਹਟੇ ਆ, ਮੈਨੂੰ ਕੁਝ ਨਹੀਂ ਕਹਿਣਾ। ਸਤਿ ਸ਼੍ਰੀ ਅਕਾਲ ਜੀ ਕਾਲੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਇੱਥੇ ਦੇਖ ਕੇ, ਬਹੁਤ ਅੱਛਾ ਲੱਗ ਰਿਹਾ ਹੈ। ਤੇ ਹੁਣ ਮੈਂ ਸਵਾਲ ਵੈਸੇ ਐਜ਼ ਸੱਚ ਤਾਂ ਮੇਰੇ ਕੋਲ ਕੋਈ ਨਹੀਂ ਹੈਗਾ, ਕਿਉਂਕਿ ਮੈਂ ਤੁਹਾਡੀਆਂ ਸਾਰੀਆਂ ਹੀ ਕਿਤਾਬਾਂ ਪੜ੍ਹੀਆਂ ਹੋਈਆਂ ਆ। ਸ਼ਾਂਤੀ ਪਰਵ, ਪਰਨੇਸ਼ਵਰੀ, ਸ਼ਹਿਰ ਚ ਸਾਨ ਹੋਣ ਦਾ ਮਤਲਬ, ਤੇ ਲੇਟੈਸਟ ਹੁਣ ਜਿਹੜੀ ਮੈਂ ਤੁਹਾਡੀ ਕਿਤਾਬ ਪੜ੍ਹੀ ਹੈ ਤਸੀਹੇ ਕਦੀ ਬੁੱਢੇ ਨਹੀਂ ਹੁੰਦੇ। ਮਤਲਬ ਮੈਂ ਬਹੁਤ ਮੁਤਾਸਿਰ ਹੁੰਨੀ ਆ ਕਿ ਜਿਹੜੇ ਕੈਰੈਕਟਰਸ ਹੈਗੇ ਆ, ਜਿਹੜੇ ਤੁਹਾਡੀਆਂ ਲਿਖਤਾਂ ਚ ਆਉਂਦੇ ਆ, ਇੰਨੇ ਜੀਵੰਤ ਹੁੰਦੇ ਆ ਉਹ। ਤੇ ਮਤਲਬ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਿਰਜਦੇ ਹੋ, ਕੈਰੈਕਟਰਸ ਨੂੰ ਜਦੋਂ ਤੁਸੀਂ ਉਹਨਾਂ ਨੂੰ ਬਿਲਡ ਅਪ ਕਰਦੇ ਹੋ, ਸਾਰਾ ਕੁਝ ਇੰਨੇ ਸੂਖਮ ਚੀਜ਼ਾਂ ਨੂੰ ਪਕੜ ਕੇ ਲਿਆਉਂਦੇ ਹੋ। ਮਤਲਬ ਇਹ ਬੜੀ ਕਮਾਲ ਦੀਆਂ ਚੀਜ਼ਾਂ ਹੁੰਦੀਆਂ ਆ ਤੁਹਾਡੀਆਂ ਲਿਖਤਾਂ ਦੇ ਵਿੱਚ, ਬਹੁਤ ਕਮਾਲ। ਮਤਲਬ ਤੁਸੀਂ ਵੈਸੇ ਇੱਕ ਦੋਸਤ ਹੋ, ਅੱਛੇ ਦੋਸਤ ਹੋ, ਅੱਛੇ ਇਨਸਾਨ ਹੋ, ਉਹ ਤੋਂ ਇਲਾਵਾ ਮਤਲਬ ਇੰਨੇ ਅੱਛੇ ਲੇਖਕ ਹੋ। ਮੈਂ ਬਹੁਤ ਤੁਹਾਡੇ ਤੋਂ ਹਮੇਸ਼ਾ ਹੀ ਪ੍ਰਭਾਵਿਤ ਰਹੀ ਆ। ਤੁਹਾਡੇ ਆਮ ਅਸੀਂ ਹੋਰ ਵੀ ਲੋਕਾਂ ਨੂੰ ਪੜ੍ਹਦੇ ਆ, ਬਹੁਤ ਅੱਛਾ ਲੋਕ ਲਿਖਦੇ ਆ, ਪਰ ਤੁਹਾਡਾ ਵਿਜ਼ਨ ਜਿਹੜਾ ਆ ਉਹ ਬਿਲਕੁਲ ਇੱਕ ਅਲੱਗ ਨਜ਼ਰੀਏ ਤੋਂ ਚੀਜ਼ਾਂ ਨੂੰ ਦੇਖਣ ਦਾ ਮਤਲਬ ਹੈ ਵੀ ਚੀਜ਼ਾਂ ਨੂੰ ਜਿੱਦਾਂ ਅਸੀਂ ਸਿੱਧੇ ਤੇ ਸਪਾਟ ਤਰੀਕੇ ਨਾਲ ਦੇਖਦੇ ਆ, ਜਾਂ ਲੋਕਾਂ ਨੂੰ ਜਿੱਦਾਂ ਅਸੀਂ ਜਿਸ ਨਜ਼ਰੀਏ ਨਾਲ ਸਾਹਮਣੇ ਆਇਆ ਨੂੰ ਦੇਖਦੇ ਆ, ਪਰ ਤੁਸੀਂ ਉਹਦੇ ਆਰ ਪਾਰ ਜਾ ਕੇ ਦੇਖਦੇ ਹੋ, ਬਿਲਕੁਲ ਉਹਦੇ ਪਿੱਛੇ ਜਾ ਕੇ ਦੇਖਦੇ ਹੋ, ਉਹਦੇ ਅੰਦਰ ਵੜ ਜਾਂਦੇ ਹੋ ਕੈਰੈਕਟਰਸ ਦੇ। ਇਹ ਬਹੁਤ ਕਮਾਲ ਦੀਆਂ ਚੀਜ਼ਾਂ ਆ। ਮਤਲਬ ਮੈਂ ਇਹ ਜਾਣਨਾ ਚਾਹੁੰਦੀ ਆ ਕਿ ਉਹ ਇੰਨੀ ਸੂਖਮਤਾ ਜਿਹੜੀ ਹੈਗੀ ਹੈ ਉਹ ਕਿੱਥੋਂ ਆਉਂਦੀ ਆ, ਕਿੱਦਾਂ ਮਤਲਬ ਤੁਸੀਂ ਉਹ ਆਪਣੇ ਕੈਰੈਕਟਰਸ ਨੂੰ ਪਕੜਦੇ ਹੋ। ਵੱਖਰੇ ਕੋਈ ਬਜ਼ੁਰਗ ਕਰੈਕਟਰ ਹੈ ਜਾਂ ਕੋਈ ਲੇਡੀਜ਼ ਆ ਜਾਂ ਕੁਛ ਵੀ ਆ, ਜਿਸ ਗੱਲ ਕੀਤੀ ਹੈ ਕਿ ਵਾਲ ਜਿਹਦਾ ਕਿਹਾ ਨਹੀਂ ਮੰਨਦੇ, ਇੱਥੇ ਚਾਹ ਚੰਗੀ ਨਹੀਂ ਮਿਲਦੀ, ਮਤਲਬ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਕੋਲ ਵਿਸ਼ੇ ਜਿਹੜੇ ਆ ਉਹ ਵੀ ਬਿਲਕੁਲ ਵੱਖਰੇ ਆ। ਔਰ ਹੈਲੋ ਜਿੱਦਾਂ ਹੁਣ ਅਲੱਗ ਤਰੀਕੇ ਦਾ ਤੁਸੀਂ ਨਾਵਲ ਲਿਖਿਆ ਸੀ ਜਿਹਦੇ ਵਿੱਚ ਇੱਕ ਕਹਾਣੀ ਉੱਪਰ ਚੱਲਦੀ ਆ, ਇੱਕ ਉਹਦੇ ਨੀਚੇ ਚੱਲਦੀ ਆ, ਇੱਕ ਵੱਖਰੀ ਤਰ੍ਹਾਂ ਦਾ ਪ੍ਰਯੋਗ ਤੁਸੀਂ ਕੀਤਾ, ਔਰ ਕਾਫੀ ਹੱਦ ਤੱਕ ਤੁਸੀਂ ਉਹਦੇ ਵਿੱਚ ਸਫਲ ਵੀ ਰਹੇ ਆ। ਇਹ ਮੈਂ ਪੰਜਾਬੀ ਚ ਜਿੰਨਾ ਕੁ ਵੀ ਹੁਣ ਤੱਕ ਪੜ੍ਹਿਆ ਆ, ਮੈਂ ਇਸ ਤਰ੍ਹਾਂ ਦਾ ਪ੍ਰਯੋਗ ਨਹੀਂ ਦੇਖਿਆ ਕਦੀ ਵੀ ਕਿ ਕਿਸੇ ਨੇ ਇਸ ਤਰ੍ਹਾਂ ਦਾ ਪ੍ਰਯੋਗ ਕੀਤਾ ਹੋਵੇ ਵੀ ਪੈਰਲਲ ਇੱਕ ਕਹਾਣੀ ਕਿਤਾਬ ਦੇ ਉੱਪਰਲੇ ਹਿੱਸੇ ਚ ਚੱਲ ਰਹੀ ਹੈ, ਇੱਕ ਨਿਚਲੇ ਹਿੱਸੇ ਚ ਚੱਲ ਰਹੀ ਹੈ। ਮਤਲਬ ਇਹਦਾ ਆਈਡੀਆ ਤੁਹਾਨੂੰ ਕਿੱਥੋਂ ਆਇਆ? ਤੇ ਜਿਸ ਤਰ੍ਹਾਂ ਇੱਕ ਤਸੀਹੇ ਬੁੱਢੇ ਨਹੀਂ ਹੁੰਦੇ, ਜਿਹੜਾ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਸਮਝ ਨਹੀਂ ਆ ਰਹੀ ਕਿ ਇਹ ਕੀ ਹੈ, ਕਹਾਣੀ ਹੈ, ਪਰ ਜਦੋਂ ਮੈਂ ਉਹਨੂੰ ਪੜ੍ਹਿਆ, ਜਿਸ ਨਜ਼ਰੀਏ ਨਾਲ ਮੈਂ ਪੜ੍ਹਿਆ, ਤੇ ਮੈਂ ਇਹ ਗੱਲ ਕਈ ਜਗ੍ਹਾ ਤੇ ਡਿਸਕਸ ਕੀਤੀ ਕਿ ਇਹ ਬਹੁਤ ਹੀ ਅਲੱਗ ਤਰ੍ਹਾਂ ਦੀ ਚੀਜ਼ ਹੈ, ਅਲੱਗ ਤਰ੍ਹਾਂ ਦੀ ਕਹਾਣੀ ਹੈ, ਅਲੱਗ ਤਰ੍ਹਾਂ ਦਾ ਨਾਵਲ ਹੈ। ਜਦੋਂ ਤੁਸੀਂ ਇਹਨੂੰ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦਿਖਦੇ ਹੋ ਤੇ ਫਿਰ ਤੁਹਾਨੂੰ ਸਾਰੇ ਸਿਸਟਮ ਦੀ ਸਮਝ ਆਉਂਦੀ ਹੈ। ਮਤਲਬ ਇਹ ਅਲੱਗ ਤਰੀਕੇ ਦੇ ਨਾਲ ਅਲੱਗ ਤਰ੍ਹਾਂ ਦੇ ਪ੍ਰਯੋਗ ਜਿਹੜੇ ਤੁਸੀਂ ਕਰਦੇ ਹੋ, ਇਹਨਾਂ ਦੀ ਕਿੱਥੋਂ ਤੁਹਾਨੂੰ ਆਈਡੀਆਜ਼ ਮਿਲਦੇ ਹੈ, ਜਾਂ ਵੀ ਇਸ ਤਰ੍ਹਾਂ ਵੀ ਚੀਜ਼ਾਂ ਨੂੰ ਦੇਖਿਆ ਜਾ ਸਕਦਾ ਜਾਂ ਇਸ ਤਰ੍ਹਾਂ ਵੀ ਚੀਜ਼ਾਂ ਨੂੰ ਲਿਖਿਆ ਜਾ ਸਕਦਾ ਆ? ਤੁਸੀਂ ਇਹਦੇ ਬਾਰੇ ਖੁੱਲ ਕੇ ਗੱਲ ਕਰੋ, ਦੱਸੋ। ਤੁਹਾਡੇ ਪਾਠਕ ਆ ਤੁਹਾਨੂੰ ਸੁਣਨਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਇਹ ਵੱਖਰੀਆਂ ਜਿਹੜੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟਸ ਕਰਦੇ ਹੋ ਲੇਖਣੀ ਦੇ ਨਾਲ, ਉਹਦੇ ਆਈਡੀਆਜ਼ ਤੁਸੀਂ ਕਿੱਥੋਂ ਲਿਆਉਂਦੇ ਹੋ, ਕਿਵੇਂ ਕਰਦੇ ਹੋ ਇਹ ਸਭ ਕੁਝ? ਥੈਂਕ ਯੂ। ਤੁਸੀਂ ਡਿਟੇਲ ਚ ਗੱਲ ਕਰੋਗੇ ਮੈਨੂੰ ਪਤਾ ਹੈ। ਕਿ ਦੋਸਤ ਚੱਕੇ ਚੰਗਾ ਚੁੱਕਾ ਮੈਂ ਕੋਈ ਨਹੀਂ, ਮੇਰੇ ਅੰਦਰ ਕਰੇਲਾ ਵੀ ਵੇਚ ਕੇ ਮੈਂ ਸਰਕਾਰ ਕਰਨਾ ਕਾਰਨ ਆਇਆ ਹੈ ਕਾਰ ਕਰਦਾ ਹੀ ਮਾੜਾ ਉਹਦਾ ਸਰਕਾਰ ਹੀ ਹੁੰਦਾ। ਹਾਂ, ਕੋੜਾ ਹੋ ਜਾਂਦਾ ਉਹ ਸਾਰੇ ਦਾ ਸਾਰਾ ਐਕਸਪੈਰੀਮੈਂਟ ਦੀ ਗੱਲ, ਕਰੈਕਟਰਸ ਦੀ ਗੱਲ, ਬਾਲ ਵੀ ਕਿਹਾ ਨਹੀਂ ਮੰਨਦੇ, ਹੈ ਤਾਂ ਸੂਖਮ ਹੀ, बहुत सूक्ष्म। भला हुआ ने मेरी गगरी फूटी, मैं पंछियां फन से छूटी, रे मेरे सर से टली पला। मेरे लिए स्यापा गगरी का कबीर की फूटी, ओदे सिर तो बड़ा टल गई, मेरे सिर से स्यापा। यार कबीर बड़ा लग
गगरी फूटी गगरी कबीर भज सकता गगरी तो लो जी मेरे 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 ये है बड़ा के नहीं कर मैं रिसर्च इधर जा इधर जा इधर जा ਉਹਦੀ ਕਬੀਰ ਦੀ ਅਰਬੀ ਦਾਨੀ ਉਹਦੀ ਭਾਰਤੀ ਦਾਨੀ ਉਹਦੀ ਸੰਸਕ੍ਰਿਤ ਉਹਦੀ ਪਾਲੀ ਭਾਸ਼ਾ ਮੈਂ ਕਬੀਰ ਨੂੰ ਕਹਿੰਦਾ ਜੋ ਤੋਂ ਬਾਹਮਣ ਮੈਂ ਕਿਹਾ ਯਾਰ ਬਾਹਮਣ ਨੇਪਾਲ ਦਾ ਕਬੀਰ ਕਹਿ ਰਿਹਾ ਨਹੀਂ ਬਾਹਮਣ ਪਾਲੀ ਭਾਸ਼ਾ ਦਾ ਸ਼ਬਦ ਹੀ ਹੈ ਬਾਹਮਣ ਨੇਪਾਲ ਕਬੀਰ ਦਾ ਭਾਸ਼ਾ ਨਹੀਂ ਹੈ ਕਬੀਰ ਬੌਧਿਕ ਹੈ बुद्धिस्ट है सिर से टली बला बला अरबी का भाषा जदों जदों रब ने बंदा बनाया पुतले ने पूछया दस मैं तेरा रब नहीं तां पुतला कहंदा बड़ा हाँ तू मेरा बड़ा रब ही खत्म करता कभी बड़ा बड़ा हुआ रे मेरी माला टूटी मैं राम भजन ते छूटी राम हरि हमारा हमें बजे है हम पायो विश्राम मेरा संकट ये है कि मैं पंजाबी साहित्य नहीं पढ़ा मैं समझ क्यों नहीं होता फटाफट पता नहीं मैं पंजाबी साहित्य नहीं पढ़ा मेरा तूफान मैं पंजाबी साहित्य मैं नानक सिंह नहीं पढ़ा मैं जसवंत सिंह कमल बिल्कुल नहीं अमृता प्रीतम ने मैंने बहुत छापया मैं अमृता भी नहीं मैं नहीं पढ़ सकता पता नहीं मैं तो पढ़े ना मैं किहनू पढ़िया मैं पंडित किशोर चंद बद्दोवाली नूं अपने बाप कोलों पढ़िया मैं वो किस्सा काव सारा जिस किस्सा काव का आज जिक्र तक नहीं करते पंजाबी और जिस किस्सा काव तो माफ करना पंजाबी साहित्य इतिहास नहीं करती मैं अपनी ओरल ट्रेडिशंस राही नाथ पढ़े ते जदों मैं जागिया मैं वर्जीनिया वुल्फ तो शुरू किया मैं कामू तो शुरू किया दोस्तोवस्की नूं मैं बहुत मुहब्बत रज लियो टॉल्स्टॉय के छोटे नावल से कहानियां मैं कल भी पादरी शेर गई पढ़ रहा था मापदंड वर्गियां ओदे लंबियां कहानियां मैं वो पढ़े मैं गुरदयाल सिंह का मणि का दीवा पढ़िया मैनूं इन्ना गुस्सा आया मैं कल्ला वाहद आदमी है जिन्हें अंग्रेजी दे विच आर्टिकल लिखिया कि जदों सीरी कुजरती कामा बनदा है ते गुरदयाल सिंह दे तरांटा पे मैं ये गल जदों कहा जिहड़ा साहित्य मेरे संगों नहीं लंघदा कि गुरशरण सिंह मेरे संगों नहीं लंघदा मेरे ये गुरदयाल सिंह नहीं लंघदा ते बहुत सारे ने मैनूं सिक्ख्यावां देण दी कोशिश की कि यार इन्हां लोकां दी बड़ी कंट्रीब्यूशन है मैं कहा यार वो संगों मेरे नहीं लंघदे मैं बेअदबी थोड़ो कर रहा आलोचना करना बेअदबी करना थोड़ो हुंदा मेरे नहीं लंघिया मेरे बरियाम संधू भी नहीं लंघिया मेरे प्रेम प्रकाश भी नहीं शुरू च लंघिया सानू कहंदे ने प्रेम प्रकाश ये हैगे आ मैं उहनूं बुढ़े नूं पुछिया सी मैं कहा अनुष्ठान कहानी दे किहड़ी मां आ यार अपना भरूण कढ़ा के मर्तबान दे विच सामने रख देवे जिस वेले दीप्ति नवल ने उहनूं कहा सीगा कि वो जिहड़ी कैंसर वाली उसकी कहानी है डेडलाइन कि वो औरत उहनूं इन्ने मुहब्बत करती है उसका बच्चा कंसीव करने बारे क्यों नहीं सोचती प्रेम प्रकाश नहीं सी सोच सकता एक औरत सोच सकती थी कि उस मुहब्बत की उहनूं किधर लेके जाना है प्रेम प्रकाश नहीं सी सोच तो मैं मेरे नहीं सी लंघदे ये संगो मेरे विरक नाल सी लंघदा संगो विरक बहुत बड़ा कहानीकार है साडा जदों साबण दी चिप्पर लिखदा सी मेरे नहीं लगदा जदों कुंड लिखदा सी मेरे नहीं लगदा सी जदों शेरनियां लिखदा सी मैनूं चंगा लगदा सी पटो किते 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 ने किते मेरे नहीं सी लंघदे यार ये ना कहानीकार लंघण ये ना नावलकार लंघण मेरे संगों लंघिया मेरे गुरपाल लिख लंघिया संग सब तो वध जे लंघिया मेरे तो फिर तरसेम नीलगिरी
हाँ ਇਹ ਵੀ ਮੈਂ ਪੰਜਾਬੀ ਸਾਹਿਤ ਜਿੱਦਾਂ ਇਹ ਲੀਚ ਲਿਖਣ ਵਾਲੇ ਸੀਗੇ ਜਿਹੜੇ, ਮੈਂ ਉਹਨਾਂ ਨੂੰ ਨਾ ਪੜ੍ਹਿਆ, ਨਾ ਮੈਂ ਪੜ੍ਹ ਸਕਿਆ, ਨਾ ਮੈਂ ਕੋਸ਼ਿਸ਼ ਕੀਤੀ, ਹਨਾ। ਇਹ ਹੁਣ ਜਿਨ੍ਹਾਂ ਨੇ ਮੈਨੂੰ ਕੱਲ ਕੋਈ ਵਿਦਵਾਨ ਟੱਕਰੇ, ਪਰਸੋਂ ਵਿਦਵਾਨ ਟੱਕਰੇ ਪੰਜਾਬੀ ਦੇ ਚੰਗੇ ਨਾਮ ਵਾਲੇ ਵਿਦਵਾਨ ਦੇ ਮੈਗਜ਼ੀਨ ਦੇ ਸੰਪਾਦਕ ਵੀ ਨੇ, ਕਹਿੰਦੇ ਮੈਂ ਲਾਕਡਾਊਨ ਚ ਸੁੰਦਰੀ ਪੜ੍ਹਿਆ, ਤਾਂ ਮੈਨੂੰ ਇੰਨੀ ਸ਼ਰਮ, ਯਾਰ ਸੁੰਦਰੀ ਪੜ੍ਹਿਆ, ਮੈਂ ਕਹਿੰਦਾ ਨਾਨਕ ਸਿੰਘ ਵੀ ਪੜ੍ਹਿਆ ਮੁੜ ਕੇ। ਜਾ ਯਾਰ, ਅਰੁੰਧਤੀ ਰਾਏ ਦਾ ਨਾਵਲ ਆਇਆ, ਪੜ੍ਹ ਲੈਂਦਾ। ਅੱਜ ਕੀ ਹੋ ਰਿਹਾ, ਅੱਜ ਅਸੀਂ ਕਿੱਥੇ ਲੰਘ ਰਹੇ ਹਾਂ ਯਾਰ, ਪੜ੍ਹ ਲੈਂਦਾ ਅਰੁੰਧਤੀ ਰਾਏ ਦਾ ਨਾਵਲ। ਰੌਂਗਟੇ ਖੜੇ ਹੋਏ। ਮੈਂ ਆਪਣਾ ਪ੍ਰੋਗਰਾਮ ਕਰਦਾ ਪੰਜਾਬੀ ਬੁਲੇਟਿਨ ਦੇ ਉੱਤੇ, ਇੰਝ ਵੀ ਪੜ੍ਹਿਆ ਜਾ ਸਕਦਾ ਸ਼ਾਇਦ। ਮੈਂ ਪੰਗਾ ਲੈ ਲਿਆ ਅਰੁੰਧਤੀ ਰਾਏ ਦੇ ਨਾਵਲ ਤੇ, ਮੈਂ ਕਿਹਾ 2-4 ਕਿਸ਼ਤਾਂ ਦੇ ਵਿੱਚ ਲਪੇਟ ਦੂੰ। ਮੈਂ 7 ਕਿਸ਼ਤਾਂ ਬੋਲ ਦਿੱਤੀਆਂ ਤੇ 20 ਪੇਜ ਨਹੀਂ ਲੰਘ ਹੋਏ ਮੇਰੇ ਕੋਲੋਂ, 400 ਪੰਨਿਆਂ ਦਾ ਨਾਵਲ ਆ। ਮੈਂ ਹੱਥ ਖੜੇ ਕਰਕੇ ਮੈਂ ਕਹਿੰਦਾ ਮੈਂ ਕਰਾਂਗਾ ਜ਼ਰੂਰ ਯਾਰ, ਮੇਰੇ ਹੋਰ ਰੋਜੀ ਰੋਟੀ ਦੇ ਮਸਲੇ ਨੇ, ਬਟ ਇਹ ਤਾਂ ਇੱਕ ਲਾਈਨ, ਇੱਕ ਸ਼ਬਦ, ਇੱਕ ਸੈਂਟੈਂਸ, ਇੱਕ ਅੱਖਰ ਤੁਹਾਨੂੰ ਅੱਗੇ ਨਹੀਂ ਜਾਣ ਦਿੰਦੀ ਯਾਰ। ਇਹਦੇ ਤੇ ਬੋਲੋ, ਜਿੰਨਾ ਬੋਲਣਾ ਹੈ ਤੁਸੀਂ ਬੋਲੀ ਜਾਓ, ਔਰ ਅੱਜ ਨੂੰ ਸੰਬੋਧਨ ਹੈ। ਸੋ ਮੇਰੀ ਸਟੱਡੀ ਜਿਹੜੀ ਹੈ ਉਹ ਮੈਨੂੰ ਲੱਗਦਾ ਮੈਂ ਸਾਰੀ ਦੀ ਸਾਰੀ ਫਿਰ ਜਿਹੜਾ ਮੈਂ ਸਰਵਾਂਟੇਸ ਨੂੰ ਪੜ੍ਹਦਾ, ਮੈਂ ਮਾਰਫੇਸ ਨੂੰ ਪੜ੍ਹਦਾ, ਡੈਲੀਅਰਸ ਆਫ ਸੋਲੀਟਿਊਡ। ਮੈਂ ਉਹਦੇ ਵਿੱਚ ਲੋਕ, ਉਹ ਪਿੰਡ ਦੇ ਲੋਕ ਨੇ, ਉਹਨਾਂ ਨੂੰ ਉਨੀਂਦਰੇ ਦੀ ਬਿਮਾਰੀ ਹੋ ਜਾਂਦੀ। ਮੈਂ 15 ਦਿਨ ਉਨੀਂਦਰਾ ਝਾਗਿਆ, ਮੈਨੂੰ ਹਿਮਸੈਲਫ ਉਨੀਂਦਰੇ ਦੀ ਬਿਮਾਰੀ ਲੱਗ ਗਈ। ਉਸ ਨਾਵਲ ਨੇ ਮੇਰੇ ਤੇ ਇੰਨਾ ਅਸਰ ਪਾਇਆ। ਮੈਂ ਹੋਮਿਓਪੈਥੀ ਦੀਆਂ ਦਵਾਈਆਂ ਖਾਧੀਆਂ, ਤਾਂ ਜਾ ਕੇ ਥੋੜੇ 17ਵੇਂ ਦਿਨ ਮੈਨੂੰ ਨੀਂਦ ਆਉਣੀ ਸ਼ੁਰੂ ਹੋਈ। ਮੈਂ ਦੋਨ ਕੇ ਹੋਤੇ ਸਰਵਾਂਟੇਸ ਨੂੰ ਪੜ੍ਹ ਰਿਹਾ, ਜਿਸ ਵੇਲੇ ਸਾਡੇ ਸਤਿਗੁਰੂ ਨਾਨਕ ਦੇਵ ਜੀ ਇੱਧਰ ਵਿਚਰ ਰਹੇ ਨੇ, ਦੋਨ ਕੇ ਹੋਤੇ ਉੱਧਰ ਨਾਵਲ ਲਿਖ ਰਿਹਾ, ਸਰਵਾਂਟੇਸ ਨਾਵਲ ਲਿਖ ਰਿਹਾ ਦੋਨ ਕੇ ਹੋਤੇ। ਔਰ ਅੱਜ ਮੈਂ ਦੇਖ ਰਿਹਾ ਦੋਨ ਕੇ ਹੋਤੇ, ਮੈਂ ਜਿੰਨੇ ਵੀ ਲੈਫਟਿਸਟ ਲੀਡਰ ਨੇ, ਮੈਂ ਕਿਹਾ ਯਾਰ ਦੋਨ ਕੇ ਹੋਤੇ ਨੇ, ਸਿਰ ਤੇ ਪਿੱਤਲ ਦਾ ਪਾਇਆ ਹੋਇਆ ਇੱਕ ਆਰਤੀ, ਇੱਕ ਆਪਣੇ ਆਪ ਦੇ ਵਿੱਚ ਇੱਕ ਦੁਸ਼ਮਣ ਖੜਾ ਕੀਤਾ, ਉਹਨੇ ਤਲਵਾਰ ਨਾਲ ਲੜਨ ਡਏ ਨੇ। ਲੜਨਾ ਕਿਹਦੇ ਨਾਲ ਕਿਸੇ ਨੂੰ ਪਤਾ ਤੱਕ ਨਹੀਂ ਹੈ। ਸੋ ਮੈਨੂੰ ਲੱਗਦਾ ਫਿਰ ਉਸ ਤੋਂ ਬਾਅਦ ਮੇਰੀ ਮਿੱਥ ਦੇ ਉੱਤੇ ਸਟੱਡੀ ਬਹੁਤ ਸੀ। ਮੇਰੇ ਮਾਮਾ ਜੀ, ਮੈਂ ਅੱਜ ਵੀ ਹੈਰਾਨ ਆ, ਲਾਲਾ ਅਮਰਨਾਥ ਜੀ, ਉਹਨਾਂ ਕੋਲ ਗੀਤਾ ਪ੍ਰੈਸ ਗੋਰਖਪੁਰ ਦਾ ਲਿਟਰੇਚਰ ਆਉਂਦਾ ਹੁੰਦਾ ਸੀ, ਬਹੁਤ ਲਿਟਰੇਚਰ ਆਉਂਦਾ। ਉਹ ਮੈਂ ਉਹਨਾਂ ਕੋਲ ਜਾਂਦਾ ਸੀ, ਉਹ ਮਹਾਭਾਰਤ ਦਾ ਮੁਤਾਲਿਆ ਕਰਦੇ ਸੀ, ਉਹ ਹੋਰ ਗੱਲਾਂ ਕਰਦੇ ਸੀ, ਉਹ ਮੈਨੂੰ ਕਲਿਆਣ ਦੇ ਅੰਕ ਦਿੰਦੇ ਸੀ। ਸੋ ਮੈਂ 10ਵੀਂ 11ਵੀਂ 12ਵੀਂ ਤੱਕ ਮੈਂ ਮਿੱਥ ਦੇ ਉੱਤੇ ਬਹੁਤ ਸਾਰੀਆਂ ਮੇਰੀ ਸਟੱਡੀ ਕਾਫੀ ਹੋ ਗਈ। ਸੋ ਉਹ ਮਿੱਥ ਨੂੰ ਮੈਂ ਇੱਕ ਹੋਰ ਹੈਰਾਨ ਰਹਿ ਗਿਆ, ਮੈਨੂੰ ਕੱਲ ਪਰਸੋਂ ਪਤਾ ਲੱਗਾ ਕਿ ਮੈਂ ਮਿੱਥ ਦੇ ਉੱਤੇ ਸ਼ੁਰੂ ਕੀਤਾ ਸੀਗਾ ਫੇਸਬੁੱਕ ਦੇ ਉੱਤੇ ਪਾਉਣਾ, ਤੇ ਕੁਛ ਸਾਡੇ ਜਿਹੜੇ ਦਲਿਤ ਰਾਈਟਰ ਕਹਿੰਦੇ ਨੇ ਆਪਣੇ ਆਪ ਨੂੰ, ਮੈਨੂੰ ਕੋਈ ਸੁਨੇਹਾ ਮਿਲਿਆ ਕਿ ਇਹ ਤਾਂ ਮਨੂਵਾਦੀਆਂ ਦੀ ਸੇਵਾ ਕਰ। ਯਾਰ ਬਹੁਜਨ ਸਮਾਜ ਪਾਰਟੀ ਵਾਲੇ ਲਫ਼ਜ਼ ਜੇ ਨਾ ਵਰਤਿਆ ਕਰੋ, ਤੁਸੀਂ ਥਿੰਕਰ ਹੋ, ਤੁਸੀਂ ਲੇਖਕ ਹੋ ਯਾਰ, ਵਿਦਵਾਨ ਹੋ, ਥਿੰਕਰਾਂ ਵਾਲੀਆਂ ਗੱਲਾਂ ਕਰਿਆ ਕਰੋ, ਹਨਾ। ਸੋ ਇਹ ਮੇਰੀ ਸਟੱਡੀ, ਮੇਰਾ ਚਿੰਤਨ, ਮੈਂ ਨਿਰਗੁਣੇ ਸੰਤਾਂ ਦੇ ਉੱਤੇ ਇੰਨਾ ਚਿੰਤਨ ਕੀਤਾ, ਮੈਂ ਗੁਰਬਾਣੀ ਦੇ ਉੱਤੇ, ਮੈਂ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਉੱਤੇ 50 ਹਫ਼ਤੇ ਲਗਾਤਾਰ ਜਗਬਾਣੀ ਦੇ ਵਿੱਚ ਮੇਰੇ ਲੇਖ ਛਪਦੇ ਰਹੇ, ਹਨਾ। ਔਰ ਉਹ 50 ਦਿਨ ਉਹ ਮੈਂ ਮੁੜ ਕੇ ਕਿਤਾਬ ਜਪਜੀ ਨਿਰਗੁਣ ਸ਼ਬਦ ਵਿਚਾਰ, ਨਿਰਗੁਣ ਸੰਤਾਂ, ਮੈਂ ਘੱਟੋ ਘੱਟ 50 ਸੰਤਾਂ ਦੇ ਉੱਤੇ ਕੰਮ ਕੀਤਾ। ਸੋ ਉਹ ਸਾਰੇ ਦਾ ਸਾਰਾ ਫਿਰ ਮੈਂ ਜਦੋਂ ਦੇਖਦਾ ਕਿ ਮਹਾਭਾਰਤ ਹੈ, ਉਹਦਾ ਸ਼ਾਂਤੀ ਪਰਵ ਹੈ, ਕੀ ਆਇਆ ਇਹ ਸ਼ਾਂਤੀ ਬਾਰੇ ਹੈ? ਨਹੀਂ, ਇਹ ਤਾਂ ਯੁੱਧ ਦੀ ਜਸਟੀਫਿਕੇਸ਼ਨ ਹੈ। ਔਰ ਇਸ ਵਿਚਾਰਧਾਰਾ ਨਾਲ ਮੇਰੀ ਆਈਡੀਓਲੋਜੀਕਲ ਲੜਾਈ ਹੈ। ਮੈਂ ਇਹਨੂੰ ਲੜਾਈ ਦੇਣੀ ਹੈ, ਇਹਨੂੰ ਦੱਸਣਾ ਕਿ ਤੁਸੀਂ ਉਹ ਜੋ ਕੀਤਾ ਹੈ ਉਹ ਕੀ ਕੀਤਾ ਹੈ। ਦੈਟਸ ਵਾਈ ਜਿਹੜਾ ਤ੍ਰਿਪਤਾ ਜੀ ਗੱਲ ਕਰ ਰਹੇ ਸੀ ਸ਼ਾਂਤੀ ਪਰਵ ਦਾ, ਪਹਿਲਾ ਟੈਕਸਟ ਜਿਹੜਾ ਮੇਨ ਟੈਕਸਟ ਚੱਲ ਰਿਹਾ ਹੈ, ਪਰ ਉੱਥੇ ਜੇ ਦਲਿਤ ਦੀ ਗੱਲ ਆਉਣੀ ਹੈ ਤਾਂ ਉੱਥੇ ਮੈਂ ਲਿਖਿਆ ਕਿ ਹੇਠਾਂ ਜਾ ਕੇ ਭਾਗਵਾਨ ਪਾਗਲ ਦੀ ਬੋੜ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਏਗਾ ਦਲਿਤ ਦੇ ਕੰਟੈਕਸਟ ਦੇ ਵਿੱਚ ਪੂਰੀ ਹਿਸਟਰੀ ਬਿਆਨ ਹੋ ਜਾਏਗੀ, ਦਲਿਤ ਇੱਥੇ ਕਿਉਂ ਖੜਾ, ਕਿਉਂ ਨਹੀਂ ਖੜਾ ਹੈ। ਜਾਂ ਫਿਰ ਜੇ ਇਹ ਸਟੇਟ ਦੇ ਕਿਰਦਾਰ ਨੂੰ ਦੇਖਣਾ ਹੈ ਤਾਂ ਆਹ ਸਟੇਟ ਦੇ ਕਿਰਦਾਰ ਲਈ ਤੁਸੀਂ ਕਾਮਰੇਡ ਦੀ ਬੁੜ ਪੜ੍ਹ ਲਓ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਸਟੇਟ ਦਾ ਕਿਰਦਾਰ ਕੀ ਹੁੰਦਾ ਹੈ। ਜਾਂ ਫਿਰ ਜੇ ਤੁਸੀਂ ਇਕਨੋਮਿਕ ਸਿਸਟਮ ਨੂੰ ਸਮਝਣਾ ਹੈ, ਵਿਸ਼ਵ ਭਰ ਦੇ ਇਕਨੋਮਿਕ ਸਿਸਟਮ ਨੂੰ ਸਮਝਣਾ ਹੈ, ਤਾਂ ਰਿਟਾਇਰਡ ਪ੍ਰੋਫੈਸਰ ਜੌਲ ਦੀ ਬੁੜ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜਾਏਗਾ। ਇਹਨਾਂ ਤਿੰਨੇ ਹੀ ਸਾਰੇ ਵਰਜਨਸ ਦੇ ਵਿੱਚੋਂ ਇੱਕ ਬੰਦਾ ਜਿਹੜਾ ਘੜਿਆ ਗਿਆ, ਭਾਰਤ ਦਾ ਮਨੁੱਖ ਜਿਹੜਾ ਘੜਿਆ ਗਿਆ,
ਉਹਦਾ ਜੀਵਨ ਜਾਪਣ ਆਹ ਚੱਲ ਰਿਹਾ ਉੱਪਰ, ਉਹਦੇ ਰੂਟਸ ਜਿਹੜੀਆਂ ਨੇ ਮੈਂ ਉਹ ਥੱਲੇ ਦਿੱਤੀਆਂ, ਕਿਉਂਕਿ ਮੈਂ ਕੰਪਿਊਟਰ ਦਾ ਵੀ ਬੰਦਾ ਆ, ਮੈਂ ਤਾਂ ਕਾਰੀਗਰ ਆਦਮੀ ਆ, ਮੈਨੂੰ ਇਹ ਕਿ ਮੈਨੂੰ ਟਾਈਪ ਨਹੀਂ ਕਰਨਾ ਆਉਂਦਾ, ਤਾਂ ਫਿਰ ਮੈਂ ਉਹਨੂੰ ਹਾਈਪਰ ਲਿੰਕ ਟੈਕਨੀਕ ਦੇ ਵਿੱਚ, ਔਰ ਇਹ ਪ੍ਰੋਫੈਸਰ ਰਾਜਕੁਮਾਰ ਹੰਸ ਹੋਰਾਂ ਨੇ ਮੈਨੂੰ ਦੱਸਿਆ ਕਿ ਪਤਾ ਨਹੀਂ ਕੁਝ ਬਰੇ ਪਹਿਲਾਂ ਫ੍ਰੈਂਚ ਦੇ ਵਿੱਚ ਕੁਝ ਲਿਖਿਆ ਗਿਆ ਸੀ, ਅਦਰਵਾਈਜ਼ ਪੂਰੇ ਵਿਸ਼ਵ ਦੇ ਵਿੱਚ ਇਸ ਟੈਕਨੀਕ 'ਚ ਨਹੀਂ ਲਿਖਿਆ ਗਿਆ। ਸੋ ਮੈਨੂੰ ਲੱਗਦਾ ਮੇਰੀ ਸਟੱਡੀ, ਮੇਰਾ ਚਿੰਤਨ, ਮੇਰਾ ਨਾਥਾਂ ਦੇ ਨਾਲ ਵਿਚਰਨਾ, ਮੇਰਾ ਤੁਹਾਡੇ ਦੋਸਤਾਂ ਦੇ ਨਾਲ ਵਿਚਰਨਾ, ਤੁਹਾਡੀਆਂ ਦੁਆਵਾਂ ਦੇ ਨਾਲ ਵਿਚਰਨਾ, ਥੋੜੀ ਜਿਹੀ ਠੰਡ ਹੈ, ਮੈਂ ਸਿਰਫ 2 ਮਿੰਟ ਲਈ ਆਪਣਾ ਉਹਨਾਂ ਸ਼ਟਰ ਨੂੰ ਬੰਦ ਕਰਾਂਗਾ। ਜਦ ਤੱਕ ਤੁਸੀਂ ਆਪਸ ਵਿੱਚ ਸਤਵੀਰ ਗੱਲ ਕਰ ਲਓ, 2 ਮਿੰਟਾਂ ਦੇ ਵਿੱਚ ਮੈਂ ਉਹਨੂੰ ਬੰਦ ਕਰਿਆ ਵਾ, ਹਵਾ ਬਹੁਤ ਆ ਰਹੀ, ਮੈਨੂੰ ਥੋੜੀ ਠੰਡ ਮਹਿਸੂਸ ਹੋ ਰਹੀ। 2 ਮਿੰਟ ਲਈ ਮੈਂ ਜਾਇਆ, ਮੈਂ ਕਰ ਲਵਾਂ, ਜੇ ਤੁਸੀਂ ਆਪਸ ਵਿੱਚ ਕਰੋ, ਮੈਂ ਤੁਹਾਨੂੰ ਹੁਣੇ ਮਿਲਣਾ। ਜੀ ਸਰ। ਬਲਵਿੰਦਰ ਜੀ, ਸਤਵੀਰ ਫਿਰ ਲੈਫਟ ਹੋ ਗਿਆ? हाँ, एक बार आगे दोबारा आगे। सतवीर जी। हाँ जी, हाँ जी। ਉਹ ਨਾ ਕਾਲੀ ਜੀ 2 ਮਿੰਟ ਲਈ ਮੜਾ ਜਾ ਗਏ ਆ ਕਿ ਕੰਮ ਵਿੱਚ ਕੋ ਕੁਝ ਬੰਦ ਕਰਨ, ਬਸ ਤੋਂ ਆ ਰਹੀ ਹੈ, ਫਿਰ ਤੁਸੀਂ ਕੰਟੀਨਿਊ ਕਰ ਲੈਣਾ। ਠੀਕ। हाँ जी, मेरा भी एक क्वेश्चन है जी। हाँ जी, हाँ जी। मेरा क्वेश्चन सीगा एक, जदों आगे वापस कर लीजिए, ते मेरा एक क्वेश्चन है फिर। ठीक है जी। थैंक यू। ਬਾਕੀ ਸਤਵੀਰ ਜੀ ਤੁਹਾਡੇ ਪਹਿਲਾ ਕੁਐਸਚਨ ਤੁਸੀਂ ਆਪਣੇ ਕਰ ਲਏ, ਫਿਰ ਵਿੱਚ ਦੀ ਸਾਨੂੰ ਸਾਰਿਆਂ ਨੂੰ ਵਾਰੀ-ਵਾਰੀ ਸਮਾਂ ਆ ਰਿਹਾ ਹੈ ਤੇ ਉਹਦੇ ਕਾਰਨ ਵਾਰ-ਵਾਰ ਕੱਟ ਹੋ ਰਿਹਾ ਹੈ। ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਕੱਟ ਹੋ ਜਾਂਦੇ ਆ ਫਿਰ ਉਦੋਂ ਨੂੰ ਅਸੀਂ ਕਰ ਲੈਣੇ ਹੁੰਨੇ ਆ ਸਵਾਲ। ਠੀਕ। ਹਾਂ ਕੋਈ ਗੱਲ ਨਹੀਂ। ਕੋਸ਼ਿਸ਼ ਇਹ ਕਰੋ ਵੀ ਜਿਹੜੇ ਫੋਨ ਤੋਂ ਤੁਸੀਂ ਜੁਆਇਨ ਕੀਤਾ ਨਾ, ਉਹ ਤੇ ਕਾਲ ਰਿਸੀਵ ਨਾ ਕਰੋ। ਜਦੋਂ ਕਾਲ ਰਿਸੀਵ ਕਰੋਗੇ ਤਾਂ ਇਧਰੋਂ ਡਿਸਕਨੈਕਟ ਹੋ ਜਾਓਗੇ। ਓਕੇ। ਯਾਰ ਥੋੜੀ ਬਹੁਤ ਠੀਕ ਹੈ, ਮੈਂ ਵੈਸੇ ਜੇ ਕਿਸਾਨਾਂ ਬਾਰੇ ਸੋਚਣ ਲੱਗ ਪੈਂਦਾ, ਫਿਰ ਮੈਨੂੰ ਠੰਡ ਨਾ ਲੱਗੀ, ਥੋੜੀ ਹਵਾ ਹਾਂਜੀ ਸਤਵੀਰ ਜੀ ਕਰੋ। ਹਾਂਜੀ, ਹਾਂਜੀ। ਤਾਂ ਉਹਦੇ ਵਿੱਚ ਅਕਾਲੀ ਜੀ ਜਦੋਂ ਤੁਹਾਡੇ ਗਲਪ ਨੂੰ ਦੇਖਦੇ ਆ, ਅਸੀਂ ਕਹਾਣੀ ਨੂੰ ਦੇਖਦੇ ਆ ਜਾਂ, ਤਾਂ ਉਹਦੇ ਵਿੱਚ ਜਿਵੇਂ ਇੱਕ ਕਹਾਣੀ ਸੀਗੀ, ਮੈਂ ਫਕੀਰੀ ਜਿਹੜੀ ਹੈ ਤੁਹਾਡੀ ਕਹਾਣੀ ਸੰਗ੍ਰਹਿ ਹੈਗਾ ਏ, ਉਹਦੇ ਵਿੱਚ ਹੀ ਕਹਾਣੀ ਹੈਗੀ ਜ਼ਖਮਾਂ ਦੇ ਰਸਤਿਓਂ। ਤੇ ਜ਼ਖਮਾਂ ਦੇ ਰਸਤਿਓਂ ਜਦੋਂ ਕਹਾਣੀ ਨੂੰ ਪੜ੍ਹਦੇ ਆ, ਤਾਂ ਉਹਦੇ ਨਾਲ ਜਦੋਂ ਅਸੀਂ ਨਾਵਲਾਂ ਨੂੰ ਵੀ ਪੜ੍ਹਦੇ ਆ, ਜਿਵੇਂ ਅਸੀਂ ਪਰਮੇਸ਼ਵਰੀ ਨਾਵਲ ਪੜ੍ਹਦੇ ਆ ਜਾਂ ਸ਼ਾਂਤੀ ਪਰਮ ਪੜ੍ਹਦੇ ਆ, ਤਾਂ ਮੈਨੂੰ ਸਾਹਿਤਿਕਤਾ ਨਾਲੋਂ ਜ਼ਿਆਦਾ ਜਿਹੜੀ ਗੱਲ ਲੱਗਦੀ ਆ ਵੀ ਅਸੀਂ ਲਿਟਰੇਰੀਨੈਸ ਦੇਖੀਏ, ਉਹਦੇ ਨਾਲੋਂ ਜ਼ਿਆਦਾ ਮੈਨੂੰ ਜਿਹੜੀ ਪ੍ਰੋਫੈਸਰ ਰਾਜਕੁਮਾਰ ਹੰਸ ਗੱਲ ਕਰਦੇ ਆ ਵੀ ਜਿਹੜੀ ਇੱਕ ਪੈਰਲਲ ਜਿਹੜੀ ਸਾਡੀ ਜਿਹੜੀ ਟ੍ਰੈਡੀਸ਼ਨਸ ਜਿਹੜੀਆਂ ਰਹੀਆਂ, ਉਹਨਾਂ ਦੀ ਜਿਹੜੀ ਹਿਸਟੋਰੀਓਗ੍ਰਾਫੀ ਹੈ, ਜਿਹੜੀ ਮਤਲਬ ਕਿ ਉਹ ਥਰੂ ਤੁਹਾਡੀ ਜਿਹੜੀ ਲੇਖਣੀ ਆ, ਉਹਦੇ ਥਰੂ ਕਦੇ ਨਾ ਕਦੇ ਆ ਰਹੇ ਉਹ ਮੌਖਿਕ ਵਰਤਾਂਤ ਆ ਰਹੇ ਆ, ਜਾਂ ਜਦੋਂ ਤੁਸੀਂ ਵਾਰ-ਵਾਰ ਗੱਲ ਕਰਦੇ ਆ ਆਪਦੇ ਜਠੇਰੇ ਪੂਜੋ, ਜਾਂ ਇਹਦੇ ਵਿੱਚ ਵੀ ਆਉਂਦਾ ਏ ਇੱਕ ਥਾਂ ਤੇ ਜੜ੍ਹਾਂ ਦੀ ਗੱਲ ਹੁੰਦੀ ਆ, ਜਦੋਂ ਅਭਿਮਨਿਊ ਦੀ ਗੱਲ ਹੁੰਦੀ ਆ, ਚੱਕਰਵਿਊਹ ਦੀ ਗੱਲ ਹੁੰਦੀ ਆ, ਤਾਂ ਉਦੋਂ ਗੱਲ ਹੁੰਦੀ ਕਿ ਜੜ੍ਹਾਂ ਕਿੰਨੀਆਂ ਕੁ ਜ਼ਰੂਰੀ ਆ, ਕਿ ਜੜ੍ਹਾਂ ਜ਼ਰੂਰੀ ਆ ਆਕਾਸ਼ ਦੀਆਂ, ਕਿ ਆਕਾਸ਼ ਵੇਲ ਜਿਉਂਦੀ ਜੜ੍ਹ ਤੋਂ ਬਿਨਾਂ ਨਹੀਂ ਹੋ ਸਕਦੀ, ਵੀ ਆਕਾਸ਼ ਦੀ ਜੜ੍ਹ ਨਹੀਂ ਹੁੰਦੀ ਜਿਵੇਂ। ਤਾਂ ਜੜ੍ਹਾਂ ਦੀ ਜਿਹੜੀ ਗੱਲ ਆ, ਫਿਰ ਤੁਸੀਂ ਕਾਊਂਟਰ ਪੈਰਲਲ ਜਿਹੜੇ ਟ੍ਰੈਡੀਸ਼ਨਸ ਆ ਉਹਨਾਂ ਦੀ ਗੱਲ ਕਰਦੇ ਹੋ ਆਪਦੀਆਂ ਕਹਾਣੀਆਂ ਦੇ ਵਿੱਚ, ਜਾਂ ਪੈਰਲਲ ਜਿਹੜੀ ਕਾਊਂਟਰ ਜਿਹੜੀ ਮੈਥੋਲੋਜੀ ਆ, ਜਿਹੜੀ ਮਿੱਥਾਂ ਜਿਹੜੀਆਂ, ਉਹਨਾਂ ਦੀ ਗੱਲ ਕਰਦੇ ਹੋ। ਚਾਰਵਾਕ ਦਰਸ਼ਨ ਤੋਂ ਲੈ ਕੇ ਬੁੱਧ ਸਿੱਧ ਨਾਥ ਪਰੰਪਰਾ ਪੂਰੀ ਹੁੰਦੇ ਹੋਏ ਫਿਰ ਫੂਲੇ ਅੰਬੇਦਕਰ ਤੱਕ ਆਉਣੇ ਆ, ਫਿਰ ਉਦੋਂ ਬਾਅਦ ਪੈਰਲਲ ਪੂਰੀ ਦੀ ਪੂਰੀ ਇੱਕ ਮੌਖਿਕ ਪਰੰਪਰਾ, ਜਿਵੇਂ ਤੁਹਾਡੇ ਨਾਵਲ ਦੇ ਵਿੱਚ ਵੀ ਆਉਂਦੇ ਆ ਵੀ ਜਿਹੜੀਆਂ ਨਾਨਕਸ਼ਾਹੀ ਇੱਟਾਂ ਸੀਗੀਆਂ, ਮਤਲਬ ਉਹ ਅਸੀਂ ਪੱਥਦੇ ਰਹੇ ਆ, ਜਿਹੜੀ ਮਤਲਬ ਕਿ ਜਦੋਂ ਭਾਗਮਲ ਗੱਲ ਕਰਦਾ ਹੈ ਨਾ, ਭਾਗਮਲ ਦਾ ਜਿਹੜਾ ਨੈਰੇਟਿਵ ਆ ਪੂਰੀ ਦਾ ਪੂਰਾ, ਉਹਦੀ ਗੱਲ ਆਉਂਦੀ ਆ। ਜਾਂ ਜਿਵੇਂ ਉਹ ਚੱਕੀ ਪੀਣ ਦੇ ਜਿਹੜੇ ਗੀਤ ਆ, ਹੁਣ ਜਿਵੇਂ ਅਸੀਂ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਜਿਹੜੀ ਫੋਕਲੋਰ ਵੀ ਆ, ਜਿਹੜੀ ਸਾਡੀ ਲੋਕਧਾਰਾ, ਉਹ ਵੀ ਬੜੀ ਕਿਸਾਨੀ ਕੇਂਦਰਿਤ ਰਹੀ ਆ, ਜਾਂ ਇੱਕ ਵਰਗ ਦੇ ਕੇਂਦਰਿਤ ਰਹੀ ਆ। ਜਿਹੜੀਆਂ ਉਹਦੇ ਪੈਰਲਲ ਜਿਹੜੀਆਂ ਹੋਰ ਜਿਹੜੀਆਂ ਧਿਰਾਂ ਸੀ, ਜਿਹੜੀਆਂ ਦੱਬੀਆਂ ਕੁਚਲੀਆਂ ਧਿਰਾਂ ਸੀਗੀਆਂ, ਜਾਂ ਜਿਹੜੀਆਂ ਨਿਮਾਣੀਆਂ ਨਤਾਣੀਆਂ ਜਿਹੜੀਆਂ ਧਿਰਾਂ ਅਸੀਂ ਕਹਿ ਸਕਦੇ ਆ, ਉਹਨਾਂ ਦੀ ਜਿਹੜੀ ਲੋਕਧਾਰਾ, ਉਹਨਾਂ ਦੀ ਫੋਕਲੋਰ, ਉਹਨਾਂ ਦੇ ਮੌਖਿਕ ਵਰਤਾਂਤ ਆ, ਕਦੇ ਨਾ ਕਦੇ ਉਹ ਵੀ ਤੁਹਾਡੇ ਜਿਹੜੇ ਪੂਰੀ ਦੀ ਪੂਰੀ ਲੇਖਣੀ ਰਾਹੀਂ ਸਾਹਮਣੇ ਆਉਂਦੇ ਆ। ਸੋ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ, ਮਤਲਬ ਕਿ ਜਿਹੜੀ ਇੱਕ ਪੈਰਲਲ ਪਰੰਪਰਾ, ਜਿਹੜੀ ਇੱਕ ਸਾਡੀ ਜਿਹੜੇ ਖਿੱਤੇ ਨੂੰ ਡਿਫਾਈਨ ਕਰਨ ਦੀ ਪਰੰਪਰਾ, ਕਿਉਂਕਿ ਅੱਜ ਕੱਲ੍ਹ ਇਹ ਵੀ ਬੜਾ ਚੱਲ ਰਿਹਾ ਇੱਕ ਪਾਸੇ ਜਿਹੜੀ ਫਾਸ਼ੀਵਾਦੀ ਤਾਕਤਾਂ ਨੇ ਸਾਡੇ ਤੇ ਹੱਲਾ ਬੋਲਿਆ ਹੋਇਆ ਏ, ਜਿਵੇਂ ਤੁਹਾਡੇ ਇਹਦੇ ਕਹਾਣੀ ਦੇ ਵਿੱਚ ਵੀ ਆਉਂਦਾ ਵੀ ਵਰਿੰਦਾ ਮੰਦਰ ਕੋਲੋਂ ਜਿਹੜੀ ਮੂਰਤੀ ਨਿਕਲਦੀ ਆ, ਤੇ ਜਲੰਧਰ ਸ਼ਹਿਰ ਨੂੰ ਡਿਫਾਈਨ ਕਰਨ ਦੀ ਗੱਲ ਹੁੰਦੀ ਆ, ਰਾਖਸ਼ ਨਾਲ ਜੋੜੀ ਜਾਂਦੀ ਆ ਗੱਲ, ਉਹਦੇ ਪੈਰਲਲ ਇੱਕ ਬੋਧੀ ਭਿਕਸ਼ੂ ਦੀ ਗੱਲ ਆਉਂਦੀ ਆ।
ਸੋ ਇਹ ਜਿਹੜੀ ਗਿਆਨ ਤੇ ਸੱਤਾ ਦੀ ਖੇਡ ਆ ਵੀ ਗਿਆਨ ਦੇ ਥਰੂ ਸੱਤਾ ਦਾ ਕਿਵੇਂ ਦਾਬਾ ਸਥਾਪਿਤ ਕਰਦੀ ਹੈ ਨਾ। ਜਿਵੇਂ ਅੱਜ ਕੱਲ ਵੀ ਜਿਵੇਂ ਤੁਸੀਂ ਵੀ ਜਾਣੇ ਹੋ ਉੱਥੇ ਧਰਨਿਆਂ ਦੇ ਵਿੱਚ ਤਾਂ ਬੜੇ ਸਾਰੇ ਲੇਬਲ ਲਾਏ ਜਾ ਰਹੇ ਆ, ਤਾਂ ਗਿਆਨ ਦੇ ਥਰੂ ਜਿਹੜੀ ਇਹ ਦਾਬੇ ਦੀ ਗੱਲ ਆ ਇਹਨੂੰ ਚੁਣੌਤੀ ਦਿੰਦੇ ਤੁਸੀਂ ਆਪਦੇ ਲਿਟਰੇਚਰ ਦੇ ਥਰੂ, ਕਹਾਣੀਆਂ ਦੇ ਥਰੂ। ਤਾਂ ਤੁਹਾਨੂੰ ਕਿਵੇਂ ਲੱਗਦਾ ਮਤਲਬ ਕਿ ਜਿਹੜੀ ਇਹ ਹੈਗੀ ਆ ਜਿਹੜੀ ਪੂਰੀ ਦੀ ਪੂਰੀ ਲੇਖਣੀ ਆ ਜਿਹੜੀ ਉਹਦੇ ਵਿੱਚ ਜਿਹੜਾ ਤੁਹਾਡਾ ਪੂਰੇ ਦਾ ਪੂਰਾ ਇੱਕ ਪੈਰਲਲ ਸਟੋਰੀਓਗ੍ਰਾਫੀ ਦੀ ਗੱਲ ਆ ਜਿਹੜੀ ਗਿਆਨ ਦੇ ਰਾਹੀਂ ਜਿਹੜੀ ਸੱਤਾ ਨੂੰ ਨਸ਼ਰ ਕਰਨ ਦੀ ਗੱਲ ਆ, ਤਾਂ ਇਹ ਤੁਸੀਂ ਮਤਲਬ ਕਿ ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਇਹ ਮਤਲਬ ਕਿ ਥਰੂ ਮੈਥੋਲੋਜੀ ਜਾਂ ਥਰੂ ਆਪਣਾ ਮੌਖਿਕ ਵਰਤਾਂਤ, ਤਾਂ ਤੁਹਾਨੂੰ ਕੀ ਲੱਗਦਾ ਇਹ? ਕਿਉਂਕਿ ਕਦੇ ਨਾ ਕਦੇ ਇਹ ਇੱਕ ਬੜੀ ਹੀ ਮਤਲਬ ਕਹਿ ਲਓ ਵੀ ਹਜੇ ਤੱਕ ਦੇ ਜਿਹੜੇ ਕਹਾਣੀ ਦੇ ਵਿੱਚ ਸਾਡੀ ਵਿੱਚ ਜਾਂ ਨਾਵਲਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਯੋਗ ਨਹੀਂ ਹੋਏ ਜੀ। ਮਤਲਬ ਕਿ ਇਤਿਹਾਸ ਪਹਿਲਾਂ ਬਹੁਤ ਜ਼ਿਆਦਾ ਲੀਕ ਖਿੱਚ ਕੇ ਚੱਲਿਆ ਜਾਂਦਾ ਸੀ ਇਤਿਹਾਸ ਦੀ ਤੇ ਸਾਹਿਤ ਦੀ, ਤੁਸੀਂ ਮਤਲਬ ਕਿ ਕਹਿ ਲਓ ਵੀ ਇੱਕ ਉਹਨੂੰ ਯੂਜ਼ ਕੀਤਾ, ਉਹਨੂੰ ਮਤਲਬ ਕਿ ਵਰਤਿਆ ਤੇ ਇੱਕ ਦ੍ਰਿਸ਼ਟੀ ਤੋਂ ਵਰਤਿਆ ਵੀ ਆਪਣੀਆਂ ਜੜ੍ਹਾਂ ਦੀਆਂ ਖੋਜਣਾ। ਜਿਵੇਂ ਤੁਹਾਡੇ ਨਾਵਲ ਦੇ ਵਿੱਚ ਵੀ ਆਉਂਦਾ ਵੀ ਸੰਤ ਲੌਕਾ ਦਾਸ ਕਹਿੰਦੇ ਆ ਵੀ ਜਿਹੜੇ ਬਈ ਆਪਦੀਆਂ ਜੜ੍ਹਾਂ ਨੂੰ ਖੋਜੋ, ਪੜ੍ਹਨਾ ਬੜਾ ਜ਼ਰੂਰੀ ਆ, ਹਨਾ। ਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਮਤਲਬ ਉਹਨਾਂ ਧਿਰਾਂ ਦੇ ਲਈ ਜਿਹੜੀਆਂ ਧਿਰਾਂ ਦੇ ਲਈ ਅਸੀਂ ਲੜ ਰਹੇ ਹਾਂ, ਜਿਨ੍ਹਾਂ ਧਿਰਾਂ ਦੇ ਲਈ ਸੰਘਰਸ਼ ਹੋ ਰਹੇ ਆ, ਜਿਨ੍ਹਾਂ ਧਿਰਾਂ ਦੇ ਲਈ ਤੁਸੀਂ ਖੜੇ ਰਹੇ ਹੋ, ਤਾਂ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਕਿ ਥਰੂ ਲਿਟਰੇਚਰ? ਵੈਰੀ ਇੰਟਰਸਟਿੰਗ। ਅੱਜ ਮੈਂ ਆਪਣੇ ਪਿੰਡ ਗਿਆ ਹੋਇਆ ਸੀ ਇੱਕ ਵਿਆਹ ਦੀ ਰਿਸੈਪਸ਼ਨ ਦੇ ਸੰਬੰਧ ਵਿੱਚ। ਮੇਰੇ ਚਾਚਾ ਜੀ ਦੇ ਦੋਤੇ ਦਾ ਵਿਆਹ ਸੀ, ਉਹਦੀ ਅੱਜ ਰਿਸੈਪਸ਼ਨ ਸੀ ਪਿੰਡ। ਉਹ ਸਾਡੇ ਪਿੰਡ ਹੀ ਰਹਿੰਦੇ ਆ, ਬਾਹਰ ਰਹਿੰਦੇ ਆ। ਤੇ ਉੱਥੇ ਨਾਥ ਇੱਕ ਆਏ, ਮਾਈ ਗੋਡ, ਉਹ ਵੀ ਸੁਨਹਿਰੀ ਜੜਾਵਾਂ, ਪਗਲੀ, ਚਿਮਟਾ। ਮੈਂ ਅੱਖਾਂ ਚੋਂ ਹੀ ਰੁਦਰਾਸ਼, ਮੈਂ ਇੱਕਦਮ ਇਹ ਅੱਜ ਦਾ ਦ੍ਰਿਸ਼ ਹੈ। ਮੈਂ ਉਹਨਾਂ ਨੂੰ ਪੈਰੀ ਪੈਣਾ ਕੀਤਾ। ਮੈਂ ਕਿਹਾ ਤੁਸੀਂ ਅਟਾਰੀ ਤੋਂ ਆਏ? ਲਗਭਗ 3 ਦਹਾਕਿਆਂ ਬਾਅਦ, ਔਰ ਤੀਜੀ ਪੀੜ੍ਹੀ ਸੰਤ ਲੌਕਾ ਦਾਸ। ਮੈਂ ਅੱਜ ਦਰਸ਼ਨ ਕਰਕੇ ਆਇਆ, ਮੈਂ ਫੋਟੋ ਵੀ ਖਿਚਾਈ, ਕੱਲ ਮੈਂ ਪੋਸਟ ਪਾਵਾਂਗਾ ਉਹਨਾਂ ਦੇ ਨਾਲ। ਤੁਸੀਂ ਲੌਕਾ ਦਾਸ ਹੋ ਰਹੇ ਮੈਂ ਸੁਖਬੀਰ ਬਹੁਤ ਇੰਪੋਰਟੈਂਟ ਕਲਚਰਲ ਐਂਥ੍ਰੋਪੋਲੋਜੀ ਦੀ ਪਿਓਰਿਟੀ, ਕਿਉਂਕਿ ਜਿਹੜਾ ਹੈਜਮੋਨਿਕ ਕਲਚਰ ਉਹ ਦੇਸ਼ 'ਚ ਹੋ ਗਿਆ ਹਿੰਦੂ ਤੇ ਪੰਜਾਬ 'ਚ ਹੋ ਗਿਆ ਸਿੱਖ। ਪੰਜਾਬ ਵਸਦਾ ਗੁਰਾਂ ਦੇ ਨਾਮ, ਗੁਰਾਂ ਦੇ ਨਾਮ ਦਾ ਬਟ ਉਹ ਜਿਹੜੇ ਸਬ ਕਲਚਰ, ਮੇਰਾ ਬਾਪ ਤੇ ਸੂਫੀ ख्वाजा माइनुद्दीन चिश्ती ਦੀ ਖਾਨਦਾਨ ਦੇ ਸੂਫੀਆਂ ਦਾ ਬੱਚਾ ਹੈ। ਮੇਰਾ ਚਾਚਾ ਤੇ ਨਾਥ ਪਰੰਪਰਾਵਾਂ ਦਾ ਬੱਚਾ ਹੈ। ਮੇਰੀ ਮਾਂ ਤਾਂ ਜਦੋਂ ਰੋਟੀ ਪਕਾਉਂਦੀ ਹੈ ਪਹਿਲੇ ਫੁਲਕੇ ਦੇ ਨਾਲ ਬਿਸਮਿਲ੍ਲਾ ਸ਼ਬਦ ਕਹਿੰਦੀ ਹੈ। ਸਾਡੇ ਘਰੇ ਤੇ ਨੁਸਰਤ ਫਤਿਹ ਅਲੀ ਖਾਨ ਦੀਆਂ ਕਵਾਲੀਆਂ ਵੱਜਦੀਆਂ ਨੇ। ਮੈਂ ਜਦੋਂ ਕਹਾਣੀ ਲਿਖਦਾ ਪੰਚਕੂਲੇ 'ਚ ਜਨਾਜ਼ਾ, ਹਿੰਦੂ ਪਰਿਵਾਰ ਦੀ ਡੈਥ ਨੂੰ ਮੈਂ ਜਨਾਜ਼ਾ ਸ਼ਬਦ ਜਿਸ ਵੇਲੇ ਵਰਤਿਆ, ਮੈਂ ਆਪ ਹੈਰਾਨ ਰਹਿ ਗਿਆ ਕਿ ਇਹ ਜਨਾਜ਼ਾ ਮੇਰੇ ਕੋਲ ਤਾਂ ਇਸਲਾਮਿਕ ਕਲਚਰ ਤੋਂ ਆ ਰਿਹਾ, ਸੂਫੀ ਕਲਚਰ ਤੋਂ ਆ ਰਿਹਾ। ਮੈਂ ਪੰਜਾਬ ਦੇ ਜੱਟ ਦੇਖਦਾ, ਉਹ ਤਾਂ ਅੱਜ ਤੱਕ ਵੀ ਸਖੀ ਸਰਵਰ ਨੂੰ ਮੰਨੀ ਜਾ ਰਿਹਾ। ਫਿਰ ਇਹ ਹੈਜਮੋਨਿਕ ਕਲਚਰ ਕਿਹੜਾ ਹੋ ਗਿਆ ਜੀ? ਫਿਰ ਹੈਜਮੋਨਿਕ ਕਲਚਰ ਦੇ ਵਿੱਚ ਫਿਰ ਜਿਹੜੀ ਕਲਚਰਲ ਐਂਥ੍ਰੋਪੋਲੋਜੀ ਦੀ ਪਿਓਰਿਟੀ ਦੀ ਗੱਲ ਪ੍ਰੋਫੈਸਰ ਗਿੱਲ ਹੋਰਾਂ ਨੇ ਮੇਰੇ ਨਾਵਲਾਂ ਤੇ ਕਹਾਣੀਆਂ ਬਾਰੇ ਗੱਲ ਕਰਦੇ ਕਿਹਾ, ਤਾਂ ਮੇਰਾ ਫਿਰ ਉਸ ਪਾਸੇ ਨੂੰ ਧਿਆਨ ਜਾਂਦਾ ਕਿ ਭਾਈ ਇਹ ਕਲਚਰਲ ਲੈਵਲ ਦੇ ਉੱਤੇ ਜੋ ਵੀ ਫਿਲਾਸਫੀਆਂ ਚੱਲ ਰਹੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਹੈਜਮੋਨਿਕ ਧਿਰਾਂ ਜਿਹੜੀਆਂ ਫਿਰ ਖਾਰਜ ਕਰ ਰਹੀਆਂ ਹੁੰਦੀਆਂ ਨੇ, ਦੱਬ ਰਹੀਆਂ ਹੁੰਦੀਆਂ, ਮਾਰ ਰਹੀਆਂ ਹੁੰਦੀਆਂ, ਕਿੱਲ ਕਰ ਰਹੀਆਂ ਹੁੰਦੀਆਂ ਨੇ, ਅਕਹਿਰਾ ਵਰਤਾਂਤ ਸਿੱਧ ਰਹੀਆਂ ਹੁੰਦੀਆਂ ਨੇ, ਤਾਂ ਫਿਰ ਮੈਂ ਆਪਣੀ ਡਿਊਟੀ ਦਾ ਭਾਈ ਸਮਝਦਾ ਹਾਂ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਨਾਲ ਗੱਲ ਸਮਝਾਉਂਦਾ ਕਿ ਲੜਾਈਆਂ ਅਚੇਤ ਕਿਵੇਂ ਵਾਪਰ ਰਹੀਆਂ ਹੁੰਦੀਆਂ ਨੇ ਤੇ ਮੈਂ ਕਿਵੇਂ ਸੁਚੇਤ ਹੋ ਕੇ ਉਹਨਾਂ ਅਚੇਤ ਲੜਾਈਆਂ ਨੂੰ ਗ੍ਰਹਿਣ ਕਰਦਾ, ਦੇਖਦਾ, ਧਾਰਦਾ, ਮੈਂ ਸਟੱਡੀ ਕਿਵੇਂ ਕਰਦਾ। ਮਸਲਨ
मेरा परिवार मैं तुहानूं दस्सिया सूफियां चों नाथां चों ट्रैडिशन चली आउण वाला परिवार है। मेरे पिता का नाम निरंजन किवें हो गया? निरंजन सिद्धांतक शब्द है यार। निरंजन बुद्धां दा शब्द है। निरंजन सतगुरु नानक देव जिस वेले कहंदे अंजन माहे निरंजन रहिए, ये इनवाइटेड कौमियां च कोटेड है, ये गुरख दा है। गुरु नानक देव इनवाइटेड कौमियां च कहंदे अंजन माहे निरंजन रहिए। ये निरंजन कित्थों आ गया? मेरे बड़े सिस्टर का नाम सिमरो, यार ये तो फिर नाथां दा। मेरे बड़े भाई का नाम सतनाम, यार ये तो फिर नाथां दा। ये तो फिर रैदास की परंपरा चो, ये तो फिर कबीर की, ये तो फिर नामदेव की परंपरा चो। तो मैं एक कल्चर दे विच किवें फिलोसफिकल किवें सिद्धांतक शब्द ट्रैवल कर रहे हैं और अनपढ़ परिवारों के विच कर रहे हैं। मेरा ब्याह हिंदू परिवार के विच होया, कुछ कुल हिंदू परिवार के विच होया। मैं उधर देख रहा, वो मेरी सस का नाम गीता सरगुण, मेरी वाइफ का नाम अंजलि सरगुण, श्यामली, राम, शिवांगी, सारे सरगुण, सारे ही सरगुण। ना वो स्टेट ने नए स्टेट, बट एक लड़ाई कल्चरल है, दिखती नहीं है ना, बट वो जगह ट्रैवल कर रही है, वो ट्रैवल करती किसी मैं उन्हें देख सकता, मैं महसूस कर सकता। ना उन्होंने पता वो की कर रहे हैं, ना इन्होंने पता है की कर रहे हैं, बट वो कल्चरल एक पूरी की पूरी सारी की सारी वो चल रही है लड़ाई। वो लड़ाई मेरे मैं अपना मैं यार वो कहते हैं कि तू तेरा नावल जेडे ने ना वो समझ नहीं आते। वो यार पहले तो तुसी लोकायत पढ़ोगे चट्टोपाध्याय जी, फिर तुसी कसंबी पढ़ोगे, फिर तुसी शर्मा पढ़ोगे, फिर पहले तो पढ़ना सीखोगे, फिर पता नहीं कदों पढ़ोगे कदों नहीं पढ़ोगे। ते मैं तो भाई वो जदों ऐन अंदर रच मिच गए ते मैं उन्होंने अपने समाज के विचों कल्चर के विचों पछाण नहीं लिया, ट्रेस नहीं कर लिया। उन्होंने साहां चो, उन्होंने शब्दां चो, उन्होंने बॉडी लैंग्वेज चो, उन्होंने अखां चो, उन्होंने लिटरेचर चो, उन्होंने फोक चो, उन्होंने गाणियां चो, उन्होंने गीतां चो, उन्होंने बैणां चो, उन्होंने सुहागां चो, उन्होंने घोड़ियां चो। मेरी मां सुहाग को नीवे नीवे आजा बाल हां वे मैं कन्या कुआर। तो जवाब दिता जे तू कन्या कुआरी गोरीए मैं भी कृष्ण मुरारी। कृष्ण दा मुरारी रूप फिलोसफिकली कृष्ण दा मुरारी रूप अचुत है। ये अचुत है प्राणनाथ गुरबाणी चाहता, अचुत जो डिस्चार्ज नहीं होता। जेड़ा कठोपनिषद है वो सारे का सारा अचुत रूप दे योग नूं केंद्रित करके लिखिया गया। नचिकेता के हवाले दे नाल साडे अजमेर सिद्धू होरां दी कहानी सी नचिकेता दी मौत नूं पता नहीं पता सुन गया नचिकेता। हुण देखो ना एक अनपढ़ औरत दे सुहाग दे बोलां दे विच कृष्ण दे मुरारी रूप की फिलोसफी पई है यार। मैं तो देखण दिया बीबियां सिੱਠਣੀਆਂ ਦਿੰਦੀਆਂ ਵਿਆਹ ਦੇ ਵਿੱਚ ਇਹ ਬੇਟੀ ਦੇ ਤੋਤੇ ਨਾ ਗਹਿਣ ਸਾਲਿਆ ਲਾੜਿਆ ਤੇਰੀਆਂ ਕੁੜੀਆਂ ਤੂੰ ਗਿਣ ਲਈ। ਬੇਟੀ ਦੇ ਫੇਰੇ ਹੁੰਦੇ ਸੀ, ਕੁੜੀ ਦੇ ਜਿੰਨੇ ਭਰਾ ਹੁੰਦੇ ਸੀ ਉਹਨੇ ਤੋਤੇ ਲੱਕੜ ਦੇ ਬਣਾ ਕੇ ਬੇਟੀ ਦੇ ਉੱਤੇ ਲਾ ਦਿੱਤੇ ਜਾਂਦੇ ਸੀ। ਹੁਣ ਬੀਬੀਆਂ ਦੇਖੋ ਸੋਸ਼ੋ ਇਕਨੋਮਿਕ सोशो कल्चरल सोशो इकनॉमिक कि तू बेटी के तोते गिणदा तेरी किन्नी सेवा होएगी, तेरे किन्ने साले ने, ਇਹਦੇ ਕਿੰਨੇ ਭਰਾ ਨੇ, ਤੇਰੀ ਕਿੰਨੀ ਸੇਵਾ ਹੋਏਗੀ, ਕਿੰਨਾ ਦੇਸ਼ ਮਿਲੇਗਾ। ਉਹ ਕਹਿੰਦੀ ਇਹ ਨਾ ਗਿਣ ਕੱਲਾ, ਤੇਰੀਆਂ ਕੁੜੀਆਂ ਵੀ ਗਿਣ, ਤੈਨੂੰ ਵੀ ਦੇਣਾ ਪੈਣਾ। ਉਹਨਾਂ ਦੇ ਉਸ ਸਾਰੇ
ਬੈਣਾਂ ਦੇ ਵਿੱਚੋਂ ਮੈਂ ਤਾਂ ਲੱਭਦਾ ਯਾਰ, ਜਦੋਂ ਬੈਣ ਪਾਉਂਦੀ ਹੈ ਹਾਏ ਹਾਏ ਯਾਰ, ਸਾਡੇ ਤਾਂ ਰੋਮ ਰੋਮ ਦੇ ਵਿੱਚ ਸਾਹਿਤ ਹੈ। ਮੈਂ ਬਲਦੇਵ ਸਿੰਘ ਹੋਰਾਂ ਨੂੰ ਸੁਣਿਆ, ਮੋਗੇ ਵਾਲੇ ਸਾਡੇ ਵੱਡੇ ਵੱਡੇ ਲੈਕਚਰ ਦੇ ਰਹੇ HMB ਕਾਲਜ, ਮੇਰਾ ਵੀ ਉੱਥੇ ਕਹਿੰਦੇ ਮੈਂ ਐਸੇ ਪਰਿਵਾਰ ਚ ਜੰਮਿਆ ਜਿਹਦਾ ਸਾਹਿਤ ਨਾਲ ਕੋਈ ਸੰਬੰਧ ਨਹੀਂ, ਤੇ ਗੱਲਾਂ ਕਰਦੇ ਕਰਦੇ ਕਹਿੰਦੇ ਸਾਡੀ ਵਾਰੀ ਨਾ ਕੋਈ ਏਦਾਂ ਮੰਜੇ ਲਾ ਕੇ ਤੇ ਸਪੀਕਰ ਵੱਜਦੇ ਸੀ। ਯਾਰ ਸਾਹਿਤ ਹੋਰ ਕੀ ਹੁੰਦਾ? ਉਸ ਵੇਲੇ ਵੱਜਦਾ ਸੀ ਨਾ ਕਿ ਮੈਨੂੰ ਸੱਚੀ ਮੁੱਚੀ ਜਾਪੇ ਜਿਵੇਂ ਖੰਭ ਲੱਗ ਗਏ, ਜਾਣੀ ਵਿਹੜੇ ਵਾਲੀ ਪਿੱਪਲੀ ਨੂੰ ਅੰਬ ਲੱਗ ਗਏ। ਯਾਰ ਇਹ ਤੋਂ ਵਧੀਆ ਸਾਹਿਤ ਕਿਹੜਾ ਹੋ ਸਕਦਾ? ਇਹ ਤੋਂ ਵਧੀਆ ਸਿੰਫੋਨਿਕ ਸਾਹਿਤ ਕਿਹੜਾ ਹੋ ਸਕਦਾ? ਅਸੀਂ ਇਨਕਾਰ ਹੀ ਹੋ ਜਾਂਦੇ ਯਾਰ। ਸਾਡੇ ਸਮਾਜ ਦੇ ਵਿੱਚ ਸਾਹਿਤ ਹੀ ਵਾਪਰ ਰਿਹਾ। ਉਹ ਟਰੱਕ ਚਲਾਉਂਦੇ ਰਹੇ, ਉਹ ਟਰੱਕਾਂ ਦੇ ਪਿੱਛੇ ਜਿਹੜੇ ਸ਼ੇਰ ਲਿਖੇ ਹੁੰਦੇ ਸਾਹਿਤ ਹੀ ਆ ਯਾਰ। ਐਸੀਆਂ ਗੱਲਾਂ ਲਿਖੀਆਂ ਹੁੰਦੀਆਂ ਨੇ, ਹੋਰ ਸਾਹਿਤ ਕੀ ਹੁੰਦਾ? ਤੁਸੀਂ ਜਿਹੜੀਆਂ ਬਾਤਾਂ ਪਾਉਣੇ, ਤੁਸੀਂ ਲੋਹੜੀ ਮੰਗਣ ਗਏ ਹੋਗੇ, ਤੁਸੀਂ ਦੁੱਲੇ ਭੱਟੀ ਦੀ ਹਿਸਟਰੀ ਦੇ ਵਿੱਚੋਂ ਗੀਤ ਗਾਏ ਹੋਣਗੇ, ਤੁਸੀਂ ਉਹ ਕੀ ਹੈ? ਤੁਸੀਂ ਚਮਕੀਲਾ ਸੁਣਿਆ ਹੋਏਗਾ, ਤੁਸੀਂ ਮਾਨਕ ਸੁਣਿਆ ਹੋਏਗਾ, ਤੁਹਾਡੇ ਕੰਨਾਂ 'ਚ ਯਾਰ ਕੁਛ ਤਾਂ ਜਮਲਾ ਕੁਛ ਤਾਂ ਪਿਆ ਹੀ ਹੋਏਗਾ। ਹੋਰ ਸਾਹਿਤ ਤੁਹਾਡੇ ਭਾਪੇ ਨੇ ਤੁਹਾਨੂੰ ਨਾਵਲ ਥੋੜੇ ਪੜਾਉਣੇ ਲਿਓ ਟਾਸਕਾਏ ਦੇ, ਜਿਵੇਂ ਮੇਰੇ ਨੇ ਪੜਾਤਾ ਹੈ ਨਾ ਕਿੱਸਾ ਸਾਹਿਤ। ਸੋ ਮੈਂ ਇੰਨਾ ਸੁਚੇਤ ਹਾਂ ਕਿ ਮੈਂ ਜਿਵੇਂ ਨਾ ਇੱਕ ਦੇਸ਼ ਦਾ ਮੁਹਾਵਰਾ ਹੈ ਕਿ ਜਦੋਂ ਉਹ ਕੁੜੀ ਜਵਾਨ ਹੁੰਦੀ ਹੈ ਨਾ, ਉਹਦੀ ਅੱਡੀਆਂ ਨੂੰ ਅੱਖਾਂ ਨਿਕਲਣ। ਮੈਂ ਸਾਹਿਤ ਦੀ ਉਹ ਜਵਾਨ ਕੁੜੀ ਆ ਜਿਹਦੀ ਅੱਡੀ ਤੇ ਦੀ ਅੱਖ। ਹਾਂਜੀ, ਅਸੀਂ ਨਾਲ ਕਾਲੀ ਜੀ ਕੁਛ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਆਪਣੇ ਸਰੋਤੇ ਜੁੜੇ ਹੋਏ ਆ, ਤੇ ਉਹਨਾਂ ਦੇ ਸਵਾਲ ਵੀ ਨਾਲ ਅਸੀਂ ਲੈਂਦੇ ਜਾਵਾਂਗੇ। ਸੋ ਆਪਣਾ ਪ੍ਰਗਟ ਜੀ ਦਾ ਸਵਾਲ ਸੀਗਾ, ਪਹਿਲਾਂ ਪ੍ਰਗਟ ਜੀ ਆਪਦਾ ਸਵਾਲ ਪੁੱਛ ਸਕਦੇ ਆ, ਉਦੋਂ ਬਾਅਦ ਗੁਰਮੀਤ ਪਨਾਗ ਜੀ ਨੇ ਦਾ ਸਵਾਲ ਆ ਕੋਈ, ਉਹ ਵੀ ਕਾਫੀ ਚਿਰ ਤੋਂ ਪੁੱਛਣਾ ਚਾਹੁੰਦੇ ਆ। ਪਹਿਲਾਂ ਪ੍ਰਗਟ ਜੀ ਨੂੰ। ਸਤਵੀਰ ਜੀ, ਗੁਰਮੀਤ ਜੀ ਨੂੰ ਸਮਾਂ ਦੇ ਦਿਓ, ਕੋਈ ਗੱਲ ਨਹੀਂ, ਆਪਾਂ ਬਾਅਦ ਚ ਕਰ ਲੈਂਦੇ। ਗੁਰਮੀਤ ਜੀ ਨੂੰ ਠੀਕ ਹੈ, ਗੁਰਮੀਤ ਜੀ ਹਾਂਜੀ, ਤੁਸੀਂ ਆਪਦਾ ਸਵਾਲ ਪੁੱਛ ਸਕਦੇ ਹੋ ਗੁਰਮੀਤ ਜੀ। ਮੈਡਮ ਮਾਈਕ ਅਨਮਿਊਟ ਕਰ ਲਓ, ਤੁਹਾਡਾ ਮਾਈਕ ਮਿਊਟ ਆ। ਇਹ ਆਪਣੇ ਆਪ ਹੀ ਹੋ ਜਾਂਦਾ ਹੈ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਕਾਲੀ ਜੀ? ਜੀ ਓਕੇ, ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਕਿ ਤੁਹਾਡੀ ਸਬਾਲਟਰਨ ਗਰੁੱਪ ਦੇ ਉੱਪਰ ਸਟੱਡੀ ਬਹੁਤ ਹੈ, ਤੇ ਉਹ ਸਟੱਡੀ ਕਰਕੇ ਤੁਸੀਂ ਆਸਟ੍ਰੇਲੀਆ ਵੀ ਗਏ ਕਾਨਫਰੰਸ 'ਚ। ਉਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਉਹਦੇ ਬਾਰੇ ਦੱਸੋ ਸਾਨੂੰ। ਉਹ ਸੀ ਲਿਟਰਲੀ ਕਾਮਨ। ਉਹ ਜਦੋਂ ਦਲੀਤ ਕਹਿ ਲਓ, ਆਪਾਂ ਸਬਾਲਟਰਨ ਕਹਿ ਲਓ, ਸਬਾਲਟਰਨ ਦੇ ਵਿੱਚ ਉਹ ਨਾ ਹੁਣ ਜਿਹੜੇ ਨਾਨੇ ਤੇ ਛੜੇ ਉਹ ਪਾ ਦਿੰਦੇ ਆ, ਮੈਂ ਇਸ ਕਰਕੇ ਸਬਾਲਟਰਨ ਸ਼ਬਦ ਤੋਂ ਪਰਹੇਜ਼ ਕਰਨ ਲੱਗ ਪਿਆ। ਉਹ ਦਲਿਤ ਸ਼ਬਦ ਕਹਿ ਲਓ, ਉਹਨਾਂ ਨੇ ਦਲਿਤ ਰਾਈਟਰਸ ਇੱਧਰੋਂ ਨਾਰਦਰਨ ਇੰਡੀਆ ਤੋਂ ਮੈਂ ਗਿਆ। ਵੱਡੇ ਲੋਕ ਕਹੇ ਸੀਗੇ, ਮੈਨੂੰ ਵੀ ਸਮਝਿਆ ਪਤਾ ਨਹੀਂ, ਬਟ ਉੱਥੇ ਦੇ ਓਰੀਜਨਲ ਜਿਨ੍ਹਾਂ ਦੇ ਬਾਰੇ ਤੁਸੀਂ ਕਹਾਣੀਆਂ ਲਿਖੀਆਂ ਨੇ ਉਹ ਮੈਂ ਪੜ੍ਹੀਆਂ ਹੋਈਆਂ ਨੇ, ਮੈਂ ਸਤਿਕਾਰ ਕਰਦਾ ਉਹ ਜਿੰਨੀ ਸੰਵੇਦਨਾ ਦੇ ਨਾਲ ਤਾਂ ਉਹ ਲੋਕ ਵੀ ਉੱਧਰ ਸੀਗੇ। ਮੈਂ ਤੁਸੀਂ ਉਸ ਸੰਵੇਦਨਾ ਨੂੰ ਜ਼ਿਆਦਾ ਸਮਝ, ਤੁਸੀਂ ਉਹਨਾਂ ਲੋਕਾਂ 'ਚ ਜ਼ਿਆਦਾ ਵਿਚਰੇ, ਉਹਨਾਂ ਨੂੰ ਅਨੁਭਵ ਕੀਤਾ, ਕਹਾਣੀਆਂ ਲਿਖੀਆਂ, ਸੰਵੇਦਨਸ਼ੀਲ ਲੋਕ ਇਹ ਕਰ ਸਕਦੇ ਆ। ਮਾਈ ਗੋਡ, ਉੱਥੇ ਦੇ 2 ਨਾਟਕਕਾਰ ਸੀਗੇ ਐਬੋਰੀਜਨਲ, 6.5 ਫੁੱਟ ਕਾਤਰ ਬੀਬੀ ਦਾ ਬੰਦੇ ਦਾ ਮੈਂ ਫੋਟੋ ਵੀ ਕੱਢ ਕੇ ਸਾਡੇ ਵੈਲਕਮ 'ਚ ਨਾ ਉਹ ਬੀਬੀ ਨੇ ਕੜਾਵਾ ਭਰਿਆ ਤੇ ਭੁੱਬਾ ਮਾਰ ਕੇ ਕਹਿੰਦੀ ਸਾਡੇ ਦੇਸ਼ ਸਾਂਝੇ ਨਹੀਂ ਹੈਗੇ, ਸਾਡੇ ਕਲਰ ਵੀ ਸਾਂਝੇ ਨਹੀਂ ਹੈਗੇ, ਅਸੀਂ ਦੁੱਖ ਭਰਾ ਹਾਂ। ਦੁੱਖ ਭਰਾ, ਸਾਡੇ ਦੁੱਖ ਸਾਂਝੇ। ਮੇਰੀਆਂ ਅੱਖਾਂ ਵੀ ਭਰ ਰਹੀਆਂ, ਅਸੀਂ ਰੋਏ ਰੋਏ, ਇੱਕ ਤਾਂ ਜਿਹੜੇ ਹੋਰ ਲੋਕ ਵੀ ਰੋਏ, ਸੱਚੀ ਰੋਏ। ਉਹ ਬੜਾ ਉਹ ਛੱਡੇ ਨਾ ਕੜਾਵਾ, ਮੈਨੂੰ ਨਹੀਂ ਉਹ ਭੁੱਲ। ਕਹਿੰਦੀ ਸਾਡੇ ਦੁੱਖ ਸਾਂਝੇ ਨੇ। ਐਸਾ ਫਿਰ ਉੱਥੇ ਜਿਹੜਾ ਉਹਨਾਂ ਨੇ ਸਾਡਾ ਸਤਿਕਾਰ ਕੀਤਾ, ਉਹ ਯੂਨੀਵਰਸਿਟੀ ਵਾਲਿਆਂ ਨੇ, ਉਹਨਾਂ ਐਬੋਰੀਜਨਲ ਰਾਈਟਰਸ ਨੇ ਜਿਹੜੇ ਆਸਟ੍ਰੇਲੀਅਨ ਸੀਗੇ, ਜਿੱਦਾਂ ਉਹਨਾਂ ਨੇ ਸਾਨੂੰ ਫਿਰ ਮੈਂ ਤੁਹਾਨੂੰ ਆਪਣਾ ਦਾ ਭੈਣਾ ਭਰਾ ਆਪਾਂ ਤਾਂ ਗੱਲ ਸਾਂਝੀ ਕਰ ਸਕਦੇ। ਮੈਂ ਕਦੇ ਮੈਂ ਤਾਂ ਕੁਝ ਜਿਹੜਾ ਸਿੱਧੇ ਖਾਂਦਾ ਸੀ ਬਟ ਜਦੋਂ ਉਹਨਾਂ ਦਾ ਪਿਆਰ
ਫਿਰ ਮੈਂ ਇੰਨੀ ਮੁਹੱਬਤ ਪਰ ਉੱਥੋਂ ਸਿੱਖਣ ਲਈ ਮੈਨੂੰ ਜਿੰਨਾ ਮਿਲਿਆ ਉਹ ਲੋਕ ਕਿਤੇ ਵੀ ਸਾਡੇ ਅਸੀਂ ਦਲਿਤ ਰਾਈਟਰਸ ਦੇ ਪ੍ਰਤੀ ਸੱਚੀ ਮੇਰੀ ਵੀ ਆਪਣੀ ਇੱਕ ਧਾਰਨਾ ਹੈ ਕਿ ਅਸੀਂ ਕੁੰਠਿਤ ਹੋ ਗਏ ਹਾਂ ਜਾਂ ਬਿਮਾਰ ਹੀ ਹੋ ਗਏ। ਮੈਂ ਨਾਰੀਵਾਦੀ ਬੀਬੀਆਂ ਵੀ ਜਿਹੜੀਆਂ ਨਾ ਖਿੱਚਦੀਆਂ ਰਹਿੰਦੀਆਂ ਕੁੜਦੀਆਂ ਰਹਿੰਦੀਆਂ ਨੇ ਮੈਨੂੰ ਕਿ ਹੱਸਿਆ ਕੱਖ ਨਹੀਂ ਹੋ ਗਿਆ ਨਾਰੀਵਾਦ ਨੂੰ ਆਪਾਂ ਕਰ ਲਾਂਗੇ ਕਰਨਾ ਕਰ ਤੁਸੀਂ ਉਹ ਟਰਾਈ ਟੂ ਅੰਡਰਸਟੈਂਡ ਤੁਸੀਂ ਕਦੇ ਯਾਰ ਆਈਸੋਲੇਸ਼ਨ ਚ ਕੋਈ ਵਰਤਾਰਾ ਨਹੀਂ ਹੁੰਦਾ ਆਈਸੋਲੇਸ਼ਨ ਚ ਨਹੀਂ ਹੁੰਦਾ ਕੋਈ ਵਰਤਾਰਾ ਵਰਤਾਰੇ ਜੁੜੇ ਹੁੰਦੇ ਨੇ ਤੁਸੀਂ ਉਹਨਾਂ ਦੇ ਜੁੜਾਓ ਤੋਂ ਹੀ ਅੰਡਰਸਟੈਂਡ ਕਰਨਾ ਹੈ। ਨਾਰੀਵਾਦ ਦਲਿਤਵਾਦ ਇਹ ਸਾਰਾ ਯਾਰ ਐਵੇਂ ਜਾਤ ਨਾਲ ਜੋੜ ਕੇ ਜਾਤਨਾਵਾਂ ਨਹੀਂ ਯਾਰ ਹੈਗੀਆਂ। ਮੈਂ ਇਸ ਵੇਲੇ ਇਹ ਗੱਲ ਕਰ ਰਿਹਾ ਕਿ ਸਰੂਪ ਸਿਆਲ ਦੀ ਆਪਣੀ ਸਵੈ ਜੀਵਨੀ ਜਲਾਲਤ ਦੇ ਵਿੱਚ ਜਿਸ ਵੇਲੇ ਇਹ ਲਿਖਦਾ ਵੀ ਉੱਧਰੋਂ ਉੱਜੜ ਕੇ ਆ ਗਿਆ ਇੱਧਰ ਆਣ ਕੇ ਰੋਟੀ ਨਹੀਂ ਮਿਲਦੀ ਕਿਉਂਕਿ ਉਹ ਖਾਸ ਤਰ੍ਹਾਂ ਦੀਆਂ ਜੁੱਤੀਆਂ ਬਣਾਉਣ ਵਾਲੇ ਜਮਾਤ ਪਰ ਜਦੋਂ ਉੱਧਰੋਂ ਉਹ ਬਾਜੀਗਰ ਵੀ ਉੱਜੜ ਕੇ ਆ ਗਏ ਜਿਹੜੇ ਢੋਲ ਨਾਲ ਮੰਗਦੇ ਸੀ ਤੇ ਉਹ ਖਾਸ ਤਰ੍ਹਾਂ ਦੀਆਂ ਜੁੱਤੀਆਂ ਪਾਉਂਦੇ ਸੀ ਤੇ ਉਹਨਾਂ ਦੀ ਇਕਨੋਮੀ ਰੁੜ ਪਈ। ਯਾਰ ਆਹ ਦਲਿਤ ਦੇ ਦੁਖਾਂਤ ਆ ਕਲਚਰਲ ਐਂਥਰੋਪੋਲੋਜੀ ਦੀ ਜਿਹੜੀ ਤਸਵੀਰ ਹੋਈ ਗੱਲ ਕਰ ਰਿਹਾ ਸੀ ਇਹਨੂੰ ਦੱਸੋ ਯਾਰ ਇਹਨੂੰ ਦੱਸੋ। ਮੈਂ ਵਿਦੇਸ਼ ਦਲਿਤ ਦੀ ਗੱਲ ਕਰਦਾ ਹਾਂ ਸਾਡੇ ਇੱਥੇ ਤਸਵੀਰ ਹੋਈ ਜਾਂਦੇ ਤਸਮਾਂ ਦੇ ਰਸਤੇ ਜਿਹੜੀ ਤਸਵੀਰ ਕਾਂਡ ਦਾ ਜ਼ਿਕਰ ਕਰਦੇ ਸੀ ਉਹ ਕਰੈਕਟਰ ਜਿਹੜਾ ਮੇਨ ਜਾਤੀ ਦਾ ਹੈ ਤੁਹਾਨੂੰ ਜਾਤ ਤੇ ਤੁਹਾਡੀ ਸੈਕਸ ਦੱਸ ਕੇ ਕੋਈ 2% ਦਾ ਬੰਦਾ ਤੁਹਾਨੂੰ ਔਕਾਤ ਦਿਖਾ ਜਾਂਦਾ ਤੁਹਾਡੀ ਔਕਾਤ ਕੀ ਹੈ ਯਾਰ ਤੁਹਾਡੀ ਜਾਤ ਨਾਲ ਪਾਸ ਸੈਕਸ ਨਾਲ ਕੋਈ ਜਨਾਨੀ ਹੈ ਤੇ ਗੋਰ ਪਿੱਛੇ ਮਾਰ ਕੇ ਪਤਾ ਨਹੀਂ ਹੈ ਨਾ ਤੋ ਉਹ ਸਾਡੀ ਗੱਲਾਂ ਕਰਦਾ ਹੈ ਬਟ ਉਹ ਮੇਘ ਹੈ। ਹੁਣ ਦੁਕਾਨ ਇਹ ਕਿ ਭਾਈ ਜਿਹੜੇ ਮੇਘ ਉਧਰੋਂ ਆਏ ਨੇ ਉੱਜੜ ਕੇ ਸਿਆਲਕੋਟ ਤੋਂ ਉੱਜੜ ਕੇ ਆਏ ਨੇ ਉਹ ਮੇਘ ਵੀ ਆਪਣੇ ਆਪ ਨੂੰ ਐਕਸਪੀਰੀਅੰਸ ਕੀਤੇ ਕਿਉਂਕਿ ਉਹ ਭਗਤ ਹੋ ਗਿਆ ਸੀ ਕਨਵਰਟ ਹੋ ਗਿਆ ਸੀ ਆਰਿਆ ਸਮਾਜ। ਦੇਖੋ ਕਿੰਨੀ ਡੂੰਘੀ ਗੱਲ ਹੈ ਕਿ ਉਹ ਸਾਰੇ ਸਪੋਰਟਸ ਦਾ ਕਾਰੋਬਾਰ ਕਰਦੇ ਨੇ ਜਿਹੜੇ ਤਾਂ ਚਮਾਰ ਨੇ ਉਹ ਉਸੇ ਸਪੋਰਟਸ ਦਾ ਕਾਰੋਬਾਰ ਕਰਦੇ ਨੇ ਜਿਹੜੇ ਲੈਦਰ ਗੁੱਡ ਚੀਜ਼ਾਂ ਬਣਦੀ ਅਦਰ ਦੈਨ ਲੈਦਰ ਜਿਹੜਾ ਹੈ ਉਹ ਸਾਰੇ ਮੇਕ ਕਰਦੇ ਨੇ ਉਹ ਲੈਦਰ ਦੇ ਕੰਮ ਨਹੀਂ ਕਰਦੇ ਹੈਗੇ। ਦੇਖੋ ਉਹ ਦੋਵੇਂ ਸਮਾਜਿਕ ਸਟੇਟਸ ਇੱਕੋ ਜਿਹੇ ਸੀਗੇ ਅੱਜ ਵੀ ਕਿਰ ਨੋ ਅੱਜ ਲੈਦਰ ਦੇ ਕੁਰਸੀ ਤੇ ਬ੍ਰਾਹਮਣ ਵੀ ਕਰਦਾ ਹੈ ਸਰਦਾਰ ਵੀ ਕਰਦੇ ਨੇ ਸਾਰੇ ਬਟ ਉਹਨਾਂ ਦੇ ਵਿੱਚ ਜਦੋਂ ਤੁਸੀਂ ਉਹਦੀ ਹਿਸਟੋਰੀਕਲ ਸਟੱਡੀ ਕਰੋਗੇ ਤਾਂ ਉਹ ਲੋਕ ਲੈਦਰ ਗੁੱਡਸ ਦਾ ਕੰਮ ਨਹੀਂ ਕਰਦੇ ਉਹ ਲੋਕ ਉਹਨਾਂ ਲੋਕਾਂ ਦੇ ਵਿੱਚ ਵਿਆਹ ਵੀ ਨਹੀਂ ਕਰਦੇ ਜਿਹੜੇ ਉਧਰੋਂ ਚਮਾਰ ਉੱਜੜ ਕੇ ਆਏ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਕਿ ਸਥਾਨ ਮਾਰਾ ਆਪਣੇ ਕਹਿੰਦੇ ਵਿਆਹ ਕਰ ਇਹ ਵੀ ਭਾਈ ਦਾ ਚੱਲ ਗਿਆ ਹੈ ਵਿਦਿਨ ਕਾਸਟ ਹਾਇਰਾਰਕੀ ਜਿਹੜੀ ਹੈ ਉਹ ਸਾਰੀ ਜਿਹੜਾ ਐਕਸਪੀਰੀਅੰਸ ਦੀ ਗੱਲ ਉਹਨਾਂ ਦੇ ਬੜਾ ਡਿਪ ਐਕਸਪੀਰੀਅੰਸ ਸੀ ਉਹ ਯੂਨੀਵਰਸਿਟੀ ਜਿੰਨਾ ਸਾਨੂੰ ਪਤਾ ਪਰ ਜਿੰਨਾ ਅਸੀਂ ਉੱਥੋਂ ਸਿੱਖਿਆ ਔਰ ਜਿੰਨਾ ਫ੍ਰੀडम ਦਿੱਤੀ ਕਿ ਨਹੀਂ ਯਾਰ ਤੁਸੀਂ ਦੇਸ਼ ਲਈ ਵੀ ਲੜਦੇ ਹੋ। ਇੱਕ ਉਹ ਬੀਬੀ ਸੀ ਉਹ ਬੜੀ ਭਾਵੁਕ ਹੋਈ ਉਹ ਵੀ ਆਪਣੀ ਮਾਂ ਬਾਰੇ ਉਹਨੇ ਪੜ੍ਹਨਾ ਸੀ ਉਹ ਤੋਂ ਪੜ੍ਹਿਆ ਹੀ ਨਹੀਂ ਗਿਆ ਮਾਈ ਗॉड ਉਹ ਨਹੀਂ ਪੜ੍ਹਿਆ ਕਈ ਐਸੇ ਧਰਮਿਕ ਕੰਮ ਦੇਣ ਵਾਲੇ ਸੀਗੇ ਉਹਨਾਂ ਲੋਕਾਂ ਦੇ ਉਹ ਮੈਂ ਕਈ ਵਾਰ ਯਾਦ ਕਰਦਾ ਦੁੱਖਾਂ ਦੇ ਵਿੱਚੋਂ ਵੀ ਸੰਪੀੜਨਾ ਨਹੀਂ ਬਣਦਾ तो ਤੁਹਾਡੀਆਂ ਕਹਾਣੀਆਂ ਵਾਲੇ ਸੀ ਉਹ ਪਾਕਿਸਤਾਨ ਬੜੀ ਦੇਰ ਇਹ ਬਟ ਵੰਡਰਫੁਲ ਹੈ ਬੜਾ ਲਾਜਵਾਬ। हाँ जी मैं भी ऑस्ट्रेलिया के ओरिजिनल्स में जाके देख के आई फिर मिल के आई जी जी बड़े प्यारे लोग थैंक यू। ਤੇ ਦੂਜਾ ਸੀ ਜਦੋਂ ਕੱਲ ਹੀ ਤੁਹਾਡੇ ਨਾਵਲਾਂ ਜਾਂ ਕਹਾਣੀਆਂ ਤੇ ਆਉਣੇ ਆ ਤਾਂ ਡਾਕਟਰ ਸਰਬਜੀਤ ਜੀ ਦੀ ਟਿੱਪਣੀ ਸੀਗੀ ਤੁਹਾਡੇ ਕਹਾਣੀਆਂ ਤੇ ਨਾਵਲਾਂ ਤੇ ਜ਼ਿਆਦਾ ਸੀਗੀ ਟਿੱਪਣੀ ਢੁਕਵੀਂ ਕਿ ਤੁਹਾਡੇ ਜਦੋਂ ਗਲਪ ਨੂੰ ਸਮਝਣਾ ਤਾਂ ਥਰੂ ਤੁਸੀਂ ਪਾਤਰਾਂ ਦੇ ਥਰੂ ਸਮਝ ਸਕਦੇ ਆ ਨਾ ਕੰਡੀਸ਼ਨ ਜਾਂ ਜਦੋਂ ਇੱਕ ਕਹਿਰਾ ਲਕੀਰੀ ਗਲਪ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਤੁਹਾਡੇ ਗਲਪ ਦੇ ਅੰਦਰ ਨਹੀਂ ਅਸੀਂ ਵੜ ਸਕਦੇ ਗਲਪ ਨੂੰ ਉੱਤੋਂ ਦੇਖਾਂਗੇ ਤਾਂ ਫਿਰ ਉਹ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਹਾਡਾ ਗਲਪ ਉਸ ਤਰ੍ਹਾਂ ਦਾ ਕਹਾਣੀ ਰਸ ਨਹੀਂ ਦਿੰਦਾ ਕਿਉਂਕਿ ਸਾਡਾ ਪਾਠਕ ਜਿਹੜਾ ਹੈਗਾ ਉਹ ਇੱਕ ਉਸ ਤਰ੍ਹਾਂ ਦੀ ਪਰੰਪਰਾ ਦੇ ਵਿੱਚ
ਉਦੋਂ ਉਹਦੀ ਕੰਡੀਸ਼ਨਿੰਗ ਹੋਈ ਆ ਕਿ ਉਹ ਤੁਹਾਡੇ ਗਲਪ ਨੂੰ ਇਸ ਤਰ੍ਹਾਂ ਉਹ ਪਰਸੀਵ ਨਹੀਂ ਕਰਦਾ ਗਾ। ਤੇ ਉਹਦੇ ਵਿੱਚ ਜਿਹੜਾ ਮੇਰਾ ਸਵਾਲ ਹੈਗਾ ਉਹ ਇਹ ਹੈਗਾ ਵੀ ਜਿਹੜੇ ਤੁਹਾਡੇ ਪਾਤਰ ਆ, ਜਿਹੜੀਆਂ ਕਹਾਣੀਆਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਤੇ ਨਾਵਲਾਂ ਦੇ ਵਿੱਚ ਵੀ ਦੇਖਦੇ ਹਾਂ, ਤਾਂ ਉਹਦੇ ਵਿੱਚ ਜਿਹੜੇ ਤੁਹਾਡੇ ਪਾਤਰ ਆ ਉਹਦੇ ਵਿੱਚ ਇੱਕ ਮਿਡਲ ਕਲਾਸ ਆ। ਮਿਡਲ ਕਲਾਸ ਦੇ ਅੰਦਰ ਵੀ ਇੱਕ ਇਹੋ ਜਿਹੀ ਲੈਂਡਸਕੇਪ ਦੇ ਅੰਦਰ ਜਲੰਧਰ ਤੇ ਉਹਦੇ ਆਸ-ਪਾਸ ਦਾ ਖਿੱਤਾ, ਉਹਦੇ ਵਿੱਚ ਇੱਕ ਦਲਿਤ ਮਿਡਲ ਕਲਾਸ ਆ। ਜੇ ਮੈਂ ਗਲਤ ਨਾ ਹੋਵਾਂ ਤਾਂ ਇੱਕ ਦਲਿਤ ਮਿਡਲ ਕਲਾਸ ਆ। ਤੁਹਾਨੂੰ ਕੀ ਲੱਗਦਾ ਕਿ ਦਲਿਤ ਮਿਡਲ ਕਲਾਸ ਇੱਕ ਪੌੜੀ ਦੇ ਇਹੋ ਜਿਹੇ ਵਿਚਾਲੇ ਵਾਲੇ ਡੰਡੇ ਤੇ ਆ? ਇੱਕ ਪਾਸੇ ਤਾਂ ਮਿਡਲ ਕਲਾਸ ਦਾ ਜਿਹੜਾ ਮਤਲਬ ਕਿ ਇੱਕ ਪੂਰੀ ਉਹਦੀ ਕੰਡੀਸ਼ਨਿੰਗ ਹੁੰਦੀ ਆ ਵੀ ਉੱਪਰ ਨੂੰ ਜਾਣਾ ਚਾਹੁੰਦੀ ਆ, ਜਾਂ ਉਹਦੀ ਮਤਲਬ ਕਿ ਇੱਕ ਭੋਗੀ ਕਲਚਰ ਆ, ਸ਼ਹਿਰੀ ਕਲਚਰ ਆ ਨਾ, ਜਿਹਦੇ ਵਿੱਚ ਕਿ ਉਹ ਹੌਲੀ ਹੌਲੀ ਵਿਲੀਨ ਹੋ ਜਾਣਾ ਚਾਹੁੰਦੀ ਆ। ਦੂਜੇ ਪਾਸੇ ਉਹਦਾ ਪਿਛਲੀਆਂ ਜੜ੍ਹਾਂ ਹੈ ਦਲਿਤ ਮਿਡਲ ਕਲਾਸ ਦੀਆਂ, ਉਹ ਇੱਕ ਉਹਦੀ ਆਪ ਦਾ ਪਿਛੋਕੜ ਆ, ਜੜ੍ਹਾਂ ਦੀ ਗੱਲ ਆ, ਜੜ੍ਹਾਂ ਜਿੱਥੋਂ ਪੁੰਗਰੇ ਆ, ਜਿੱਥੋਂ ਆਏ ਆ, ਜਿਹੜਾ ਉਹਨਾਂ ਦਾ ਇਤਿਹਾਸ ਆ। ਤਾਂ ਉਹਦੇ ਚ ਦਲਿਤ ਮਿਡਲ ਕਲਾਸ ਦੀ ਜਿਹੜੀ ਸੈਂਸੀਬਿਲਿਟੀ ਆ, ਜਿਹੜੀ ਦਲਿਤ ਮਿਡਲ ਕਲਾਸ ਦੀ ਸੰਵੇਦਨਸ਼ੀਲਤਾ, ਜਿਹਨੂੰ ਤੁਸੀਂ ਫੜਨ ਦੀ ਕੋਸ਼ਿਸ਼ ਕਰਦੇ ਹੋ ਥਰੂ ਪਾਤਰਾਂ ਦੇ ਥਰੂ ਫੜਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਦਲਿਤ ਮਿਡਲ ਕਲਾਸ ਆ, ਉਹ ਜਿਹੜੀ ਨਾਰਮਲ ਮਿਡਲ ਕਲਾਸ ਆ, ਜਿਹੜੀ ਉਹਦੇ ਨਾਲੋਂ ਉਹਦੀ ਸੈਂਸੀਬਿਲਿਟੀ, ਜਿਹੜੀ ਉਹਦੀ ਸੰਵੇਦਨਸ਼ੀਲਤਾ, ਉਹ ਕਿਵੇਂ ਵੱਖ ਆ? ਤੇ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਦਲਿਤ ਮਿਡਲ ਕਲਾਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਮਿਡਲ ਕਲਾਸ ਹੀ ਮੋਸਟਲੀ ਪੋਲੀਟੀਕਲ ਸਿਨੈਰੀਓ ਦੇ ਨਾਲ, ਦਲਿਤ ਪੋਲਿਟਿਕਸ ਹੋਵੇ ਜਾਂ ਲੈਫਟ ਪੋਲਿਟਿਕਸ ਹੋਵੇ, ਉਹਦੇ ਵਿੱਚ ਵੀ ਦਲਿਤ ਮਿਡਲ ਕਲਾਸ ਜਾਂ ਲਿਟਰੇਚਰ ਦੇ ਵਿੱਚ ਵੀ ਉਹ ਮਤਲਬ ਜਿਹੜਾ ਸਾਡਾ ਲਿਟਰੇਚਰ ਆ ਜਾਣਾ, ਉਹਦੇ ਵਿੱਚ ਵੀ ਉਹ ਬਹੁਤੇ ਰੂਪ ਵਿੱਚ ਜੁੜੀ ਰਹੀ ਆ, ਉਹੀ ਪੜ੍ਹਦੀ ਲਿਖਦੀ ਆ। ਤੁਸੀਂ ਦਲਿਤ ਮਿਡਲ ਕਲਾਸ ਨੂੰ ਕਿਵੇਂ ਦੇਖਦੇ ਹੋ, ਉਹਦੀ ਸੈਂਸੀਬਿਲਿਟੀ ਨੂੰ? ਕਿਉਂਕਿ ਤੁਸੀਂ ਥਰੂ ਆਪਦੀ ਲੇਖਣੀ ਉਸ ਦਲਿਤ ਮਿਡਲ ਕਲਾਸ ਦੇ ਮਨ ਦੇ ਅੰਦਰ ਕੀ ਚੱਲ ਰਿਹਾ ਹੈ, ਉਹਦੀਆਂ ਮਨ ਦੀਆਂ ਸ਼ੇਡਸ ਕੀ ਆ, ਉਹ ਤੁਸੀਂ ਫੜਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਨੂੰ ਕੀ ਲੱਗਦਾ ਵੀ ਇਹ ਮਿਡਲ ਕਲਾਸ ਜਿਹੜੀ ਹੈਗੀ ਆ, ਇਹਦੀ ਹਿਸਟੋਰੀਕਲ ਭੂਮਿਕਾ ਕੀ ਆ ਇਸ ਵਕਤ, ਇਹਦੀ ਸੈਂਸੀਬਿਲਿਟੀ ਕੀ ਆ, ਇਹ ਕਿੱਥੇ ਖੜੀ ਹੋਈ ਆ? बड़ा अहम सवाल है। खासकर जिले यूनिवर्सिटियां वो कहते जी साहित्य कथा रख दी। अच्छा रास मैं देश परिवार जब गए मैं हिंदी रोड नहीं सुनता, मैं फाइट क्लास का जेड़ा नहीं करता कंट्री का मैल पढ़ाई मैल मैली रस का बैड है वो फिर टोकरे ताकि साली जी फूद करा हो भी बचे फूद वो बोरी च पाते सी ਤੇ ਉਹ ਉਹਦੇ ਵਿੱਚ ਜਿਹੜੀ ਬੂੰਦ ਕਰਾਸ ਹੁੰਦੀ ਸੀ ਨਾ, ਉਹ ਵੀ ਉਹਦੇ ਚ ਚਲੇ ਜਾਂਦੀ ਸੀ ਪੜਾਈ ਉਹਦੇ ਸਿਰਫ ਮੈਲ ਬਚਦੀ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਮੈਲ ਵਾਲੇ ਤੌਰ ਅਤੇ ਰਸ ਵਾਲੇ ਤੌਰ ਮੈਂ ਇਹ ਰੈਡੀ ਹੋਣਾ ਜੀਵਨ ਰਸ ਮਿਲਿਆ ਹੀ ਕਿਤੇ ਹੋਣੀ। कहानी लिखनी शुरू की ते बड़े कहानीकारां ने पहली कहानी ते कहता कि प्रेम प्रकाश के कतूरे एक थोड़ा किसे ने आज मैं हैरान रह गया। मैं आज पूरा आ गया, मेरा दोस्त है, मेरा भरा है, मैं बहुत प्यार तस्वीर है, कहानी बहुत नावलों ने लिखा मशक राज के जवाब भी लोगों ने आज मैं खबर पढ़ रहे हैं नावल से किताब है आर्टिकल कोई नाम लिखा कहानियां तो आ गई नावल से किताब
ਤੇ ਮੈਨੂੰ ਹਫ਼ਤਾ ਪਹਿਲਾਂ ਪਾਕਿਸਤਾਨ ਤੋਂ ਮੇਰਾ ਨਾਮ ਛਪ ਰਿਹਾ। ਉਹ ਕਹਿੰਦੇ ਯਾਰ ਜੀ ਪੰਜਾਬੀ ਕੋਈ ਇਮੋਸ਼ਨਲ ਦਾ ਪੇਪਰ ਤੇ ਖਤ ਨਾਮ ਹੈ, ਕਿਸੇ ਨੇ ਕੋਈ ਲਿਖਿਆ ਹੋਵੇ ਤੇ ਅਸੀਂ ਚਾਹੁੰਦੇ ਹਾਂ ਉਹਨੂੰ ਅੱਗੇ ਕੈਰੀ ਕਰ ਦੇਈਏ, ਅਨੁਵਾਦ ਕਰਕੇ ਪੰਜਾਬੀ ਚ ਮੈਨੂੰ ਨਹੀਂ ਲੱਭਾ ਮੇਰੇ ਨਾਮ ਕਿਹਾ ਕਿਹੜਾ ਰਸ ਆ ਜਿੰਨੇ ਮਰਜ਼ੀ ਦੁੱਧ ਧੋਤੇ ਹੋਈਏ ਜਿੰਨੇ ਹੈ ਕਿਤੇ ਤਾਂ ਮਨ ਚਾਹੁੰਦਾ ਹੀ ਲੱਗਿਆ ਕਿ ਨਹੀਂ ਯਾਰ ਨਹੀਂ ਵੀ ਰਸ ਲੱਭਦਾ ਇਹਨਾਂ ਨੂੰ ਤੇ ਬੇਰਸੇ ਦੇ ਉੱਤੇ ਕਿਤੇ ਲਿਖਿਆ ਨਹੀਂ ਜਾ ਸਕਦਾ ਰਸ ਤੇ ਹੀ ਲਿਖਣਾ ਹੁੰਦਾ ਬੇਰਸਾ ਵੀ ਰਸ ਹੁੰਦਾ ਹੈ ਬੇਰਸਾ ਬਕਬਕਾ ਕਿ ਕੋਣਾ ਤੁੰਮਾ ਉਹ ਰਸ ਕੱਢੇ ਹੋਵੇ ਉਹਨਾਂ ਉੱਤੇ ਜਿਹੜੇ ਸਟ੍ਰਾਬੈਰੀ ਵਾਲੇ ਹੁੰਦੇ ਤੁੰਮਾ ਜ਼ਿਆਦਾ ਉਹ ਵਧੀਆ ਜੀਵਨ ਚ ਰਸ ਨਹੀਂ ਕਦੇ ਰਸ ਹੋਇਆ ਮੈਂ ਕਹਿੰਦਾ ਕਿਹੜੇ ਰਸ ਭਾਲਦੇ ਆ ਕਥਾ ਰਸ ਨਹੀਂ ਹੁੰਦਾ what does it mean ਕਥਾ this is no ਕਥਾ ਇਹਦੀ ਲਕੀਰੀ ਵਰਤਾਂ ਕਿਹੜਾ ਯਾਰ ਰੋਮਾਂਟਿਕ ਅੱਜ ਤੀਕ ਜੋ ਲਿਖਿਆ ਗਿਆ ਰੋਮਾਂਟਿਕ ਰੋਮਾਂਸ ਕਮਲ ਪੜ੍ਹ ਲਓ ਨਾਨਕ ਸਿੰਘ ਜਿੰਨੇ ਨਾਵਲਕਾਰ ਪੜ੍ਹਨੇ ਪੜ੍ਹ ਲਓ ਗੁਰਦਿਆਲ ਸਿੰਘ ਪੜ੍ਹ ਲਓ ਮਾਂ ਪਰਸਾ ਪੜ੍ਹ ਲਓ ਇਹੋ ਜਿਹਾ ਕਰੈਕਟਰ ਹੁੰਦਾ ਕਿਤੇ ਕਿਉਂ ਮੈਂ ਕਹਿੰਦਾ ਮਾਰਕੀਟ ਨੇ ਪੜ੍ਹਦਾ ਗਿਆ ਮੈਂ ਕਾਮੂ ਪੜ੍ਹੇ ਮੈਂ ਸਰਵਾਂਤਿਸ ਨੂੰ ਹੀ ਪੜ੍ਹਿਆ ਮੈਂ ਵਰਜੀਨੀਆ ਬੁੱਕ ਪੜ੍ਹੀ ਨਹੀਂ ਲੱਗਾ ਯਾਰ ਕਿਹੜੇ ਕਥਾ ਰਸ ਕਿਹੜੇ ਉਹ ਸੁੰਦਰੀ ਅੱਜ ਵੀ ਤੁਸੀਂ ਸੁੰਦਰੀ ਨਾਵਲ ਤੇ ਟਿਕੇ ਹੋਏ ਹੋ ਯਾਰ ਤੁਸੀਂ ਉਹ ਮੈਨੂੰ ਬਲਬੀਰ ਪਰਵਾਨਾ ਹੋਣੀ ਕਹਿਣ ਲੱਗੇ ਕਹਿੰਦਾ ਯਾਰ ਜੇ ਤੂੰ ਕਥਾ ਦੀ ਕੰਟੀਨਿਊ ਰੱਖੇ ਬਹੁਤ ਵੱਡਾ ਨਾਵਲਕਾਰ ਹੋ ਜਾਏਗਾ ਕਿਉਂਕਿ ਤੇਰੇ ਕੋਲ ਲੈਂਗੁਏਜ ਬੜੀ ਪਿਆਰੀ ਹੈ ਉਹ ਮੈਂ ਕਿਹਾ ਨਹੀਂ ਹੋਣਾ ਭਰਾ ਮੈਂ ਵੱਡਾ ਹੋ ਕੇ ਕੀ ਲੈਣਾ ਮੈਂ ਜਿੱਥੇ ਕਹੇਗਾ ਮੈਂ ਠੀਕ ਹੈ ਮੈਨੂੰ ਪਤਾ ਹੈ ਮੈਂ ਕੀ ਲਿਖਦਾ ਕੀ ਨਹੀਂ ਲਿਖਦਾ ਇਹ ਸਕਰੀਨ ਰਸ ਬਾਰੇ ਆਪਾਂ ਕਿਤੇ ਗੱਲ ਕਰਾਂਗੇ ਆਪਾਂ ਇਕੱਲੇ ਬੈਠ ਕੇ ਗੱਲ ਕਰਾਂਗੇ ਪਰ ਮੇਰਾ ਇਤਰਾਜ਼ ਹੈ ਕਿ ਕਿਹੜਾ ਰਸ ਯਾਰ ਰਸ ਨੂੰ ਕੁਛ ਹੁੰਦਾ ਸੈਕੰਡ ਸਤਵੀਰ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰਦੇ ਕਿਹਾ ਕਿ ਬੇਸ ਤੇ ਜਿਹੜੀ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਸੀਗਾ ਕਿ ਜਿਹੜੀਆਂ ਤੁਹਾਡੀ ਕਹਾਣੀਆਂ ਦੇ ਵਿੱਚ ਕੇਸ ਮਿਲ ਜਾਂਦੇ ਆ ਮੁੜ ਕੇ ਨਾਵਲ ਤੋਂ ਵਿਆਖਿਆ ਖੋਲ੍ਹਣਾ ਸ਼ੁਰੂ ਹੋ ਜਾਂਦਾ ਮੈਂ ਨਵਾਂ ਨਾਵਲ ਮੈਂ ਲਿਖ ਲਿਆ ਕਾਫੀ ਵੱਡਾ ਨਾਵਲ ਬਣ ਗਿਆ ਮੈਂ 5-7 ਸਾਲ ਤੋਂ ਕੰਮ ਕਰ ਰਿਹਾ ਮੈਂ ਜਿਹੜੀ ਤੁਸੀਂ ਦਲਿਤ ਗੁਰਦੁਆਰਾ ਨਾਮ ਕਿਹਾ ਖਾਸ ਕਰ ਸ਼ਹਿਰ ਦੇ ਆਲੇ ਦੁਆਲੇ ਪਸਰੀ ਹੋਈ ਕਿਹਾ ਕਿ ਅਦਰ ਚੈਨਲ ਕੈਟਾਗਰੀ ਦਾ ਮੇਰਾ ਨਵਾਂ ਨਾਵਲ ਜਿਹੜਾ ਹੈ ਉਹ ਵੀ ਦੋ ਇਧਰ ਪੈਰਲਲ ਟੈਕਸਟ ਦੇ ਵਜੋਂ ਆਏਗਾ ਅਪਰ ਟੈਕਸਟ ਤੇ ਲੋਅਰ ਟੈਕਸਟ ਜਿਹੜੇ ਜਨਰਲ ਕਲਾਸ ਦੀ ਮਿਡਲ ਕਲਾਸ ਦੀ ਸਾਈਕੋਲੋਜੀ ਉਹਨਾਂ ਦੀ ਕਲਚਰ ਉਹਨਾਂ ਦਾ ਸੱਭਿਆਚਾਰ ਉਹਨਾਂ ਦਾ ਘੱਟੋ ਘੱਟ ਉਹਨਾਂ ਦੀਆਂ 4 ਪੀੜ੍ਹੀਆਂ ਮੈਂ ਲਈਆਂ ਨੇ ਉਹ ਉੱਪਰ ਚੱਲਣ ਉਹਨਾਂ ਦਾ ਸਾਰਾ ਬਰਤਾਨ ਉੱਪਰ ਚੱਲ ਰਿਹਾ ਹੈ ਕਿ 100 ਪੰਨਿਆਂ ਦਾ ਬਰਤਾਨ ਕਰ ਸਕਦੇ 100 ਸਾਲ ਜਿਹੜੀ ਹੇਠਲੀ ਹੈ ਉਹਦੇ ਵਿੱਚ ਮੈਂ ਦਲਿਤ ਮਿਡਲ ਕਲਾਸ ਦੇ ਤੁਸੀਂ ਫੇਸ ਕਰ ਰਹੇ ਹੋ ਦੇ ਨਾਲ ਅੰਤਿਕ੍ਰਿਤ ਜੋ ਲੱਭ ਜਾਏਗੀ ਅੰਤਿ ਕਰ ਜੋ ਵੀ ਲੱਭ ਜਾਏਗੀ ਕਹਿ ਆਣ ਹੋਣ ਦਾ ਮਤਲਬ ਜੋ ਵੀ ਲੱਭ ਜਾਏਗੀ ਤੁਹਾਨੂੰ ਆਪ ਦੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਦੇ ਬੁੱਢੇ ਹਿੱਸੇ ਦੇ ਵਿੱਚੋਂ ਲੱਭ ਜਾਏਗੀ ਪਰਮੇਸ਼ਵਰੀ ਦੇ ਵਿੱਚੋਂ ਤੁਹਾਨੂੰ ਲੱਭ ਜਾਏਗੀ ਉਹ ਸਾਰੀ ਤਾਂ ਉਹ ਪਰ ਉਹਦੇ ਤੇ ਫਿਰ ਮੈਂ ਪਾਰਟਿਕੂਲਰਲੀ ਸਟੱਡੀ ਕੀਤੀ ਕਿ ਨਹੀਂ ਯਾਰ ਇਹਦੇ ਵਿੱਚ ਜਿਵੇਂ ਤੁਹਾਨੂੰ ਕਨਫਰਮ ਮਿਲ ਗਈ ਤਾਂ ਨਾ ਤਾਂ ਮੇਰੀ ਕੋਈ ਗੱਲ ਨਹੀਂ ਸੀ ਹੋਈ ਬਟ ਤੁਹਾਨੂੰ ਕਨਫਰਮ ਮਿਲ ਗਈ ਕਿ ਕਿਤੇ ਨਾ ਕਿਤੇ ਇਹ ਇੱਕ ਸੰਵਾਦ ਦੀ ਸਥਿਤੀ ਇੱਕ ਪਹੁੰਚਾਉਣ ਦੀ ਸਥਿਤੀ ਮੇਰੇ ਨਾਵਲਾਂ ਦੇ ਵਿੱਚ ਚੱਲ ਰਹੀ ਹੈ ਮੇਰੀਆਂ ਕਹਾਣੀਆਂ ਦੀ ਚੱਲ ਰਹੀ ਸੀ ਟਰਾਈ ਟੂ ਅੰਡਰਸਟੈਂਡ ਜਿਹਨੂੰ ਆਪਾਂ ਕਹਾਂਗੇ ਅੰਡਰਸਟੈਂਡ ਕਰ ਰਿਹਾ ਸੀ ਤਾਂ ਉਹ ਮੇਰੇ ਸਾਹਮਣੇ ਫਿਰ ਮੱਥਾ ਮੇਰਾ ਐਨ ਜਾਣਨ ਨਾਲ ਭਰਿਆ ਤੇ ਮੈਂ ਦੇਖਿਆ ਕਿ ਯਾਰ ਬਹੁਤ ਬੱਕਰੇ ਨੇ ਬਹੁਤ ਨੇ ਬਹੁਤ ਸੰਵਾਦ ਨੇ ਬਾਤ ਨੇ ਵਿਵਾਦ ਨੇ ਉਹਨਾਂ ਦੇ ਵਿੱਚ ਹੀ ਸਤਵੀਰ ਕੁਝ ਕਰੈਕਟਰ ਹੇਠਾਂ ਤੋਂ ਉੱਪਰ ਚਲੇ ਜਾਣਗੇ ਕੁਝ ਕਰੈਕਟਰ ਉੱਪਰ ਤੋਂ ਹੇਠ ਨੇ ਤਬਕੇ ਦੇ ਨਾਲ ਵੀ ਰਣਨੀਤ ਕਰਨਗੇ ਉਹ ਵੀ ਆਈਸੋਲੇਸ਼ਨ ਚ ਨਹੀਂ ਹੈ ਸਾਰਾ ਕੁਝ ਉਹ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਜੁੜਾਓ ਇੰਟਰਕਨੈਕਟਿਵ ਵੀ ਹੋਣਗੀਆਂ ਉਹਦੇ ਪ੍ਰਭਾਵ ਅਪ੍ਰਭਾਵ ਵੀ ਹੋਣਗੇ ਉਹ ਸਾਰੇ ਦੇ ਸਾਰੇ
ਉਸ ਨਾਵਲ ਦੇ ਵਿੱਚ ਮੈਂ ਉਹਦਾ ਨਾਮ ਨਹੀਂ ਰੱਖਿਆ, ਬਟ ਮੇਰਾ ਨਾਵਲ ਲਗਭਗ ਪੂਰਾ ਹੋ ਗਿਆ ਹੈ। 100 ਸਫ਼ੇ ਦਾ ਨਾਵਲ ਮਿਲੇਗਾ। ਉਹਦੇ ਵਿੱਚ ਅੱਪਰ ਟੈਕਸਟ ਦੇ ਉੱਤੇ ਬਿਗਨਰ, ਖਾਸ ਕਰ ਬ੍ਰਾਹਮਣ ਪਰਿਵਾਰ ਦੀਆਂ 4 ਪੀੜ੍ਹੀਆਂ ਪੰਜਾਬ ਦੀਆਂ ਜਿਹੜੀਆਂ ਉਹਨੂੰ ਪਿੱਛੇ ਜੜਾਓ 47 ਤੋਂ ਪਹਿਲਾਂ ਉਜੜ ਕੇ ਆਉਣ ਨਾਲ ਵੀ ਜੋੜਿਆ, ਤੇ ਇਸ ਤੋਂ ਬਾਅਦ ਦੇ ਵਿੱਚ ਉਜਾੜੇ ਜਿਹੜੇ ਹੋਏ ਨੇ ਕਈ 84 ਦਾ ਉਜਾੜਾ ਵੀ ਹੈ, ਤਾਂ ਉਹ ਬਹੁਤ ਸਾਰੇ ਉਜਾੜੇ ਨੇ ਜਦੋਂ ਇਸ ਤੋਂ ਜਨਰਲ ਕੈਟਾਗਰੀ ਉਜੜਦੀ ਹੈ, ਉਹ ਕਿੱਧਰ ਕਿੱਧਰ ਜਾ ਕੇ ਵਰਤਦੀ ਹੈ, ਕੀ ਕਰਦੀ ਹੈ। ਤਾਂ ਇਸੇ ਤਰੀਕੇ ਮੈਂ ਜਿਹੜੇ ਦਲਿਤ ਧਿਰਾਂ ਨੇ ਜਿਸ ਵੇਲੇ 12 ਬਸਤੀਆਂ ਨੇ ਤੇ ਉਧਰ ਜਾਂਦੀਆਂ ਨੇ, ਫਿਰ ਉਧਰੋਂ ਉੱਜੜ ਕੇ ਕਿਸ ਤਰੀਕੇ ਤੇ ਆਉਂਦੀਆਂ ਨੇ ਜਾਂ ਕਿੱਥੇ ਜਿਹੜੇ ਚੱਕਦੇ ਨੇ, ਉਹ ਮਿਡਲ ਕਲਾਸ ਦੇ ਕਰੈਕਟਰ ਖਾਸ ਕਰਕੇ ਪਰਟੀਕੁਲਰਲੀ ਉਹ ਇਸ ਤਰੀਕੇ ਦੇ ਨਾਲ ਸਾਰੇ ਫਿਰ ਦੋਵਾਂ ਨੂੰ ਇਸ ਤਰੀਕੇ ਦੇ ਨਾਲ ਬੇਗਾਨਾ ਕਰ ਦਿੱਤਾ, ਆਈਸੋਲੇਸ਼ਨ ਚ ਚਲੇ ਗਏ, ਐਲੀਨੇਸ਼ਨ ਚ ਚਲੇ ਗਏ ਨੇ ਇਹ ਸਾਰੇ ਦੇ ਸਾਰੇ ਕਰੈਕਟਰ। ਮਤਲਬ ਮੈਂ ਦੋਨਾਂ ਵਰਤਾਰਿਆਂ ਨੂੰ ਆਈਸੋਲੇਸ਼ਨ ਚ ਨਹੀਂ ਰੱਖਦਾ, ਦੋਨੇ ਸਿਸਟਮ ਦੇ ਨਾਲ ਜੁੜੇ ਹੋਏ ਨੇ, ਦੋਨੇ ਸਾਰੇ ਦੋਨਾਂ ਨੂੰ ਇੱਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਨੇ। ਸਮਾਜ ਦਾ ਵਿਕਾਸ, ਅਵਿਕਾਸ, ਵਿਡੰਬਨਾਵਾਂ ਵੀ ਪ੍ਰਭਾਵਿਤ ਕਰਦੀਆਂ ਨੇ। ਸੋ ਉਹਨਾਂ ਨੂੰ ਅਲੱਗ-ਅਲੱਗ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ, ਜਿਹੜੇ ਕਿਤੇ ਨਾ ਕਿਤੇ ਫਿਰ ਉਤਰ ਜਾਂਦੇ ਨੇ ਇੱਕ ਦੂਜੇ ਦੇ, ਇੱਧਰੋਂ ਵੀ ਉਤਰ ਜਾਂਦੇ ਨੇ, ਉੱਧਰੋਂ ਵੀ ਉਤਰ ਜਾਂਦੇ ਨੇ। ਸੋ ਉਹਨਾਂ ਦੀ ਉਹ ਬੇਗਾਨਗੀ ਨੂੰ ਵੀ ਮੈਂ ਫੜਨ ਦੀ ਕੋਸ਼ਿਸ਼ ਕੀਤੀ, ਤੇ ਉਹ 4-4 ਪੀੜ੍ਹੀਆਂ ਦੋਵੇਂ ਧਿਰਾਂ ਦੀਆਂ 4-4 ਪੀੜ੍ਹੀਆਂ ਜਿਹੜੀਆਂ ਉਹ ਮੇਰੇ ਨਾਵਲ ਦੇ ਵਿੱਚ ਅਗਲੇ ਦੇ ਵਿੱਚ ਆ ਜਾਣਗੇ, ਜਿਨ੍ਹਾਂ ਦੀ ਕਨਫੋਰ ਤੁਸੀਂ ਪਿਛਲੇ ਨਾਵਲਾਂ ਤੇ ਕਹਾਣੀਆਂ ਦੇ ਵਿੱਚੋਂ ਟ੍ਰੇਸ ਕੀਤੀ ਹੈ। ਸਕਰੀਨ ਖਾਸ ਕਰਕੇ ਤੁਸੀਂ ਪੜ੍ਹੋ। ਹਾਂਜੀ, ਇੱਕ ਸਵਾਲ ਹੈਗਾ ਇਹ ਬਲਵਿੰਦਰ ਜੀ ਵੱਲੋਂ, ਚੰਡੀਗੜ੍ਹ ਤੋਂ ਬਲਵਿੰਦਰ ਜੀ ਨੇ, ਤੇ ਉਹ ਆਪਦਾ ਸਵਾਲ ਪੁੱਛ ਸਕਦੇ ਨੇ। ਬਲਵਿੰਦਰ ਜੀ। ਹਾਂਜੀ, ਸ਼ੁਕਰੀਆ। ਮੇਰੀ ਆਵਾਜ਼ ਆ ਰਹੀ ਆ ਰਹੀ ਹੈ ਜੀ। ਓਕੇ। ਕਾਲੀ ਜੀ, ਮੇਰਾ ਇੱਕ ਬਸ ਸ਼ਾਰਟ ਜਿਹੀ ਸਵਾਲ ਹੈਗਾ ਕਿ ਤੁਸੀਂ ਮਿੱਥ ਬਾਰੇ ਬਹੁਤ ਲਿਖਦੇ ਹੋਗੇ ਆਪਣੀਆਂ ਕਹਾਣੀਆਂ, ਨਾਵਲਾਂ ਵਿੱਚ ਵੀ, ਤੇ ਵੈਸੇ ਵੀ ਚਿੰਤਨ ਦੇ ਤੌਰ ਤੇ ਵੀ ਤੁਸੀਂ ਫੇਸਬੁੱਕ ਦੇ ਉੱਪਰ ਇੱਕ ਸੀਰੀਜ਼ ਵੀ ਸ਼ੁਰੂ ਕੀਤੀ ਸੀਗੀ ਮਿੱਥ ਨੂੰ ਡੀਕੋਡ ਕਰਨ ਦੀ। ਤਾਂ ਮੇਰਾ ਸਵਾਲ ਇਹ ਹੈ ਕਿ ਮਿੱਥ ਨੂੰ ਜਦੋਂ ਡੀਕੋਡ ਤੁਸੀਂ ਕਰਦੇ ਹੋਗੇ ਤਾਂ ਤੁਸੀਂ ਉਹਦੀ ਪ੍ਰਮਾਣਿਕਤਾ ਦਾ ਕੀ ਆਧਾਰ ਮੰਨਦੇ ਹੋਗੇ ਕਿ ਕੀ ਹੁੰਦਾ ਗਾ? ਬਸ ਸ਼ਾਰਟ ਜਿਹਾ ਹੀ ਮੇਰਾ ਸਵਾਲ ਹੈ। ਪੱਕਾ ਸਵਾਲ ਕਰਦਾ ਬਲਵਿੰਦਰ ਜਾਨ ਕੀ ਕਹਿ ਰਿਹਾ ਪ੍ਰਮਾਣਿਕ ਨਹੀਂ ਹੋ ਸਕਦੀ, ਅੰਡਰਸਟੈਂਡਿੰਗ ਹੋ ਸਕਦੀ। ਸਤਿਗੁਰੂ ਕਬੀਰ ਬਾਰੇ ਬੋਲਦੇ ਆ, ਉਹਦੀ ਸ਼ਬਦ ਦੀ ਵਿਆਖਿਆਨ ਕਰਦੇ ਆ, ਤੁਹਾਡਾ ਆਪਣਾ ਵਿਜ਼ਨ, ਤੁਹਾਡਾ ਆਪਣਾ ਅਧਿਐਨ, ਤੁਹਾਡਾ ਲੈਂਗੁਏਜ ਤੇ ਪਕੜ, ਤੁਹਾਡਾ ਹੋਰ ਉਹ ਸਾਰਾ ਕਾਊਂਟ ਕਰਦੇ ਆ। ਅਸੀਂ ਜਦੋਂ ਮਿੱਥ ਨੂੰ ਡੀਕੋਡ ਕਰ ਰਹੇ ਹੁੰਦੇ ਹਾਂ ਜਾਂ ਕੋਡ ਕਰ ਰਹੇ ਹੁੰਦੇ ਹਾਂ ਈਵਨ, ਤਾਂ ਉਹਦੇ ਵਿੱਚ ਤੁਹਾਡਾ ਵਿਜ਼ਨ ਜਿਹੜਾ ਹੈ ਉਹ ਕਾਊਂਟ ਕਰ ਰਿਹਾ ਹੁੰਦਾ। ਮੈਂ ਆਪਣੇ ਵਿਜ਼ਨ ਦੀ ਗੱਲ ਤੁਹਾਨੂੰ ਦੱਸ ਸਕਦਾ ਕਿ ਮੈਂ ਜਿਸ ਵੇਲੇ ਮਿੱਥ ਨੂੰ ਸਮਝ ਰਿਹਾ ਹੁੰਦਾ ਆ, ਤਾਂ ਮੈਂ ਨਿਰਗੁਣ ਔਰ ਸਦਗੁਣ ਦੀ ਲੜਾਈ ਤੋਂ ਸਮਝ ਰਿਹਾ। ਕਿਉਂਕਿ ਜਿਵੇਂ ਵੀਰ ਹੋਣਾ ਨੇ ਗੱਲ ਕੀਤੀ ਸੀ, ਉਹ ਮੰਦਿਰ ਦੀ ਗੱਲ ਕੀਤੀ ਸੀ, ਜਿਹੜੀ ਬਰਿੰਦਾ ਦਾ ਮੰਦਿਰ ਹੈ, ਤਾਂ ਮੈਂ ਇਹ ਦੇਖ ਰਿਹਾ ਕਿ ਜਲੰਧਰੀ ਪਾਰ ਦੇ ਮੋਹ ਜਲੰਧਰ ਬੁੱਢਾਂ ਦਾ ਬਹੁਤ ਵੱਡਾ ਗੜ ਰਿਹਾ। ਕਿਉਂਸਾਂ ਪਾਇਆ ਉਹਨਾਂ ਨੇ ਦੱਸਿਆ ਕਿ ਮੱਠ ਸੀਗੇ ਇੱਥੇ, ਉਹ ਆਪਾਂ ਉਹਦੇ ਵਿੱਚ ਨਾਮ ਵੀ ਚਾਹੀਦੀ। ਤਾਂ ਬੁੱਧਾਂ ਦਾ ਬਹੁਤ ਵੱਡਾ ਗੜ ਰਿਹਾ, ਜਿਸ ਵੇਲੇ ਬਹੁਤ ਕਤਲ ਹੋਏ ਆ, ਕਿ ਕਿੱਥੇ ਦੇ ਵੀ ਬਹੁਤ ਸਾਰੇ ਇੰਟਲੈਕਚੁਅਲ ਮਿਲੇ, ਉਹ ਕਤਲ ਹੋਏ ਆ। ਕਨਿਸ਼ਕ ਦੇ ਪੀਰੀਅਡ ਦੇ ਵਿੱਚ ਬੁੱਧਿਸਟ ਮੌਂਕ ਹੀ ਵਾਜ ਰਾਜਕੁਮਾਰ ਜਲੰਧਰੀ ਪਾਲ, ਜਿਹਦੇ ਨਾਂ ਤੇ ਜਲੰਧਰ ਦਾ ਨਾਮ ਪਿਆ। ਹੁਣ ਉਸ ਤੋਂ ਬਾਅਦ 9ਵੀਂ ਸ਼ਤਾਬਦੀ ਦੇ ਵਿੱਚ, 9ਵੀਂ-10ਵੀਂ ਸ਼ਤਾਬਦੀ ਦੇ ਵਿੱਚ ਆ ਕੇ ਇੱਕ ਭਵਿੱਖ ਪੁਰਾਣ ਲਿਖਿਆ ਗਿਆ। ਉਹ ਪੁਰਾਣ ਉਸ ਬੌਧ ਨੂੰ ਫਿਰ ਰਾਖਸ਼, ਇੱਕ ਮਿਥ ਕ੍ਰੀਏਟ ਕਰਕੇ, ਕਹਾਣੀ ਕ੍ਰੀਏਟ ਕਰਕੇ ਉਹਨੂੰ ਫਿਰ ਉਹ ਰਾਖਸ਼ ਸਿੱਧ ਕਰ ਦਿੱਤਾ। ਹੁਣ ਮੇਰੀ ਸਟੱਡੀ ਬੌਧਾਂ ਤੇ ਵੀ ਹੈ, ਮੈਂ ਹਿਸਟਰੀ ਦਾ ਸਟੂਡੈਂਟ ਵੀ ਹਾਂ, ਮੈਂ ਫਿਲਾਸਫੀ ਦਾ ਸਟੂਡੈਂਟ ਵੀ ਹਾਂ। ਮੈਂ ਮਿੱਥ ਨੂੰ ਨਫ਼ਰਤ ਨਾਲ ਨਹੀਂ ਪੜ੍ਹਦਾ, ਮੈਂ ਕ੍ਰਿਟੀਕਲੀ ਪੜ੍ਹਦਾ ਹਾਂ। ਸੋ ਜਦੋਂ ਮੈਂ ਉਸ ਮਿੱਥ ਨੂੰ ਮੈਂ ਦੇਖ ਰਿਹਾ ਕਿ ਉਹ ਤਾਂ ਪਹਿਲੀ 180 ਦੇ ਪੀਰੀਅਡ ਦੇ ਵਿੱਚ ਹੋ ਰਿਹਾ ਹੈ, ਜਲੰਧਰੀ ਪਾਠ ਜਲੰਧਰ ਦੇ ਨਾਲ ਜੁੜਿਆ ਹੋਇਆ, ਹਿਸਟਰੀ ਨਾਮ ਹੋ ਰਿਹਾ, ਤੇ ਭਵਿੱਖ ਪੁਰਾਣ ਸ਼ਤਾਬਦੀ ਦੇ ਵਿੱਚ ਲਿਖਣ ਡਿਆ, 9ਵੀਂ-10ਵੀਂ ਸ਼ਤਾਬਦੀ ਦਾ ਲਿਖਣ ਡਿਆ। ਤੇ ਉਹ ਜਲੰਧਰੀ ਪਾਠ ਜਲੰਧਰ ਰਾਖਸ਼ ਕਿਵੇਂ ਹੋ ਗਿਆ, ਤੇ ਉਹਦੀ ਉਹ ਵਾਈਫ ਬਰਿੰਦਾ ਕਿਵੇਂ ਹੋ ਗਈ, ਉਹ ਸਾਰੀਆਂ ਫਿਰ ਮੈਂ ਜਦੋਂ ਉਹਨਾਂ ਨੂੰ ਮਿਲਾਣ, ਜਾਂ ਜਿਵੇਂ ਸਿੱਧ ਚਾਨੋ ਦੀ ਗੱਲ ਕੀਤੀ ਸੀ ਕਿ ਸਤਵੀਰ ਹੋਰਾਂ ਨੇ ਮੇਰੇ ਸਾਹਿਬ ਬਾਗ ਕਹਾਣੀਆਂ ਜਿਹੜੀ ਨਾਵਲ ਵੀ ਸਿੱਧ ਚਾਨੋ ਆਉਂਦਾ ਹੈ,
ਜਿਹੜਾ ਕਿ ਮਹਾਭਾਰਤ ਦੇ ਪੀਰੀਅਡ ਦਾ ਐਂਸੈਸਟਰ ਹੈ, ਜਿਹਨੂੰ ਅਸੀਂ ਦਲਿਤਾਂ ਦਾ ਕਹਿ ਲਈਏ ਜਾਂ ਅਸੀਂ ਸਤਿਗੁਰੂ ਰਵਿਦਾਸ ਦਾ ਐਂਸੈਸਟਰ ਮੰਨਦੇ ਹਾਂ, ਉਹਨਾਂ ਦੀ ਪੀੜ੍ਹੀ ਦਾ ਐਂਸੈਸਟਰ ਉਹਨੂੰ ਮੰਨਦੇ ਹਾਂ, ਕਿਵੇਂ ਉਹ ਕ੍ਰਿਸ਼ਨ ਨਾਲ ਮਨ ਸ਼ੁੱਧ ਕਰਦਾ ਹੈ ਔਰ ਕਿਵੇਂ ਉਹ ਮੈਥੋਲੋਜੀ 'ਚ ਕਿਵੇਂ ਆਉਂਦਾ ਹੈ ਤੇ ਅਸੀਂ ਉਹਨਾਂ ਨੂੰ ਹਿਸਟਰੀ ਤੋਂ ਕਿਵੇਂ ਟ੍ਰੇਸ ਕਰਦੇ ਹਾਂ। ਸੋ ਮੇਰਾ ਇੱਕ ਆਪਣਾ ਪਰਸਪੈਕਟਿਵ ਇਹ ਕਹਿ ਸਕਦੇ ਗੁਰਵਿੰਦਰ ਕਿ ਮੇਰਾ ਕੰਪਿਊਟਰ ਨੂੰ ਸਮਝਣ ਦਾ ਮੇਰਾ ਆਪਣਾ ਇੱਕ ਪਰਸਪੈਕਟਿਵ ਹੈ। ਉਹਨੂੰ ਤੁਸੀਂ ਉਹਦੀ ਆਇਡੈਂਟਿਕ ਹੈ ਜਾਂ ਨਹੀਂ ਹੈ, ਉਹਦਾ ਕਿਵੇਂ ਕਿਉਂਕਿ ਆਇਡੈਂਟਿਕ ਅਸੀਂ ਕਿਵੇਂ ਮੰਨਾਂਗੇ? ਮੇਰੇ ਖਿਆਲ ਦੇ ਨਾਲ ਹਜ਼ਾਰਾਂ ਦੀ ਤਾਦਾਦ 'ਚ ਰਮਾਇਣ, ਜਿਹਨੂੰ ਵਾਲਮੀਕ ਰਮਾਇਣ ਵੀ ਕਹਿ ਦਿੰਦੇ ਨੇ, ਉਹ ਮੁੜ ਕੇ ਚੈਨੀਆਂ ਦੇ ਰਮਾਇਣਾਂ ਅਲੱਗ ਨੇ, ਬੁੱਧਾਂ ਦੀਆਂ ਜਾਤਕ ਕਥਾਵਾਂ ਅਲੱਗ ਨੇ, ਪਤਾ ਨਹੀਂ ਕਿੰਨੀ ਤਰ੍ਹਾਂ ਦੀਆਂ ਰਮਾਇਣਾਂ ਨੇ। ਮੈਂ ਲੈ ਕੇ ਆਇਆ ਸੀ ਰਮਾਇਣਾਂ 500 ਰਮਾਇਣਾਂ ਤਾਂ ਇੱਕ ਮੈਂ ਕਿਤਾਬ ਲੈ ਕੇ ਆਇਆ, ਡਿਸਕਸ ਹੀ ਹੋਈਆਂ ਨੇ ਕਿ 500 ਤਰ੍ਹਾਂ ਦੀਆਂ। ਤੋਂ ਮੈਂ ਇਸ ਰਮਾਇਣ ਨੂੰ ਆਥੈਂਟਿਕ ਮੰਨਾਂ ਜਾਂ ਵਾਲਮੀਕ ਰਮਾਇਣ ਤਾਂ ਭਾਜੀ ਪੜ੍ਹੀ ਨਹੀਂ ਜਾਂਦੀ, ਸੰਸਕ੍ਰਿਤ ਤਹਿਤ ਸਾਰੇ ਮੰਦਰਾਂ ਦੇ ਵਿੱਚ ਰਾਮਚਰਿਤ ਮਾਨਸ ਪੜ੍ਹੀ ਜਾਂਦੀ ਹੈ। ਤੋ ਉਹ ਸਾਰਿਆਂ ਨੂੰ ਮੈਂ ਧਿਆਨ 'ਚ ਰੱਖਦਾ ਹਾਂ। ਫਿਰ ਉਹਨੂੰ ਨਾਲ ਕਿਵੇਂ ਰੱਖਦਾ ਮੈਂ ਤੈਨੂੰ ਜਦੋਂ ਮੈਂ ਦੇਖਦਾ ਕਿ ਮੈਂ ਆਪਣੇ ਬਜ਼ੁਰਗਾਂ ਦਾ ਵਿਜ਼ਨ ਕਿਵੇਂ ਲੈਂਦਾ। ਸਕਰੀਨ ਸੁਣਨ ਵਾਲੀ ਗੱਲ ਹੈ, ਪ੍ਰੈਕਟਿਸ ਦੇ ਵਿੱਚੋਂ ਮੈਂ ਜਲੰਧਰ ਦੇ ਬਜ਼ੁਰਗਾਂ ਨਾਲ ਗੱਲਾਂ ਕਰ ਰਿਹਾ ਸੀਗਾ, ਖਾਸ ਕਰਕੇ ਬਾਲਮੀਕ ਬਰਾਦਰੀ ਦੇ, ਬਾਲਮੀਕ ਭਾਈਚਾਰੇ ਦੇ ਬਜ਼ੁਰਗਾਂ ਨਾਲ। ਜਲੰਧਰ ਸ਼ਹਿਰ ਦੇ ਵਿੱਚ ਕੁਝ ਦਹਾਕੇ ਪਹਿਲਾਂ ਜਿਸ ਆਕਰ ਮੰਡਲ ਮੂਵਮੈਂਟ ਦਾ ਵੀ ਪ੍ਰਭਾਵ ਕਹਿ ਸਕਦੇ ਹਾਂ, ਉਹ ਸਾਰੀਆਂ ਸਮਾਜਿਕ ਮੂਵਮੈਂਟਾਂ ਬਾਲਮੀਕ ਸਭਾ ਦਾ ਪ੍ਰਭਾਵ ਵੀ ਕਹਿ ਸਕਦੇ ਹਾਂ। ਜਿਹੜੇ ਰਾਮਲੀਲਾ ਹੁੰਦੀ ਸੀ ਅਸੀਂ ਸਾਰੇ ਜਾਣਦੇ ਹਾਂ, ਦੁਸਹਿਰੇ ਤੋਂ ਪਹਿਲਾਂ ਰਾਮਲੀਲਾ ਹੁੰਦੀ ਹੈ। ਜਲੰਧਰ ਦੇ ਜਿੰਨੇ ਵੀ ਹਿੰਦੂ ਟੈਂਪਲਾਂ 'ਚ ਰਾਮਲੀਲਾ ਹੁੰਦੀ ਸੀ, ਉਹ ਰਾਮਲੀਲਾ ਰਾਮ ਬਣਵਾਸ ਤੋਂ ਲੈ ਕੇ ਅਯੁੱਧਿਆ ਵਾਪਸੀ ਤੱਕ ਦੇ ਪੀਰੀਅਡ ਨੂੰ ਲੈ ਕੇ ਹੁੰਦੀ ਸੀ। ਪਰ ਜਿਹੜੀ ਰਾਮਲੀਲਾ ਵਾਲਮੀਕ ਮੰਦਰਾਂ 'ਚ ਹੁੰਦੀ ਸੀ, ਉਹ ਸੀਤਾ ਬਣਵਾਸ ਤੋਂ ਲੈ ਕੇ ਲਵ ਕੁਸ਼ ਦੇ ਕਾਂਡ ਤੱਕ ਹੁੰਦੀ ਸੀ। ਯੂ ਕੈਨ ਇਮੈਜਿਨ ਕਿ ਜਿਹੜੀ ਆਈਡੀਓਲੋਜੀਕਲ ਲੜਾਈ ਹੈ, ਜਿਹਨਾਂ ਨੂੰ ਅਸੀਂ ਅਨਪੜ੍ਹ ਬਜ਼ੁਰਗ ਕਹਿੰਦੇ, ਉਹ ਤਾਂ ਉਦੋਂ ਵੀ ਦੇ ਰਹੇ ਸੀ। ਤਾਂ ਮੈਂ ਜਦੋਂ ਮਿੱਥ ਨੂੰ ਦੇਖਣਾ ਆ ਤਾਂ ਮੈਂ ਉਹਨਾਂ ਬਜ਼ੁਰਗਾਂ ਦੇ ਐਂਗਲ ਤੋਂ ਦੇਖਣਾ ਆ ਜਿਹੜੇ ਸੀਤਾ ਬਣਵਾਸ ਤੋਂ ਲੈ ਕੇ ਲਵ ਕੁਸ਼ ਦੀ ਲੜਾਈ ਤੱਕ ਦੀ ਰਮਾਇਣ ਨੂੰ ਸੈਲੀਬ੍ਰੇਟ ਕਰਦੇ ਨੇ। ਤੇ ਉਸ ਸਾਰੀ ਰਾਮਲੀਲਾ ਦੇ ਵਿੱਚ ਫਿਰ ਕ੍ਰਿਟੀਸਾਈਜ਼ ਕਿਹਨੂੰ ਹੁੰਦਾ ਸੀਗਾ? ਕ੍ਰਿਟੀਸਾਈਜ਼ ਹੁੰਦਾ ਸੀਗਾ ਫਿਰ ਅਯੋਧਿਆ ਤੋਂ ਰਾਮ ਬਣਵਾਸ ਤੋਂ ਲੈ ਕੇ ਅਯੋਧਿਆ ਤੱਕ ਦੀ ਬਾਤ। ਉਹਦੇ ਵਿੱਚ ਸੀਤਾ ਦਾ ਸਵਾਲ ਵੀ ਆ ਜਾਂਦਾ ਸੀ, ਉਹਦੇ ਵਿੱਚ ਭਵਿੱਖਣ ਦਾ ਸਵਾਲ ਵੀ ਆ ਜਾਂਦਾ ਸੀ, ਉਹਦੇ ਵਿੱਚ ਸ਼ੰਭੂਕ ਦਾ ਸਵਾਲ ਵੀ ਆ ਜਾਂਦਾ ਸੀ, ਉਹਦੇ ਵਿੱਚ ਬਾਲੀ ਦਾ ਸਵਾਲ ਵੀ ਆ ਜਾਂਦਾ ਸੀ। ਉਹ ਸਾਰੇ ਸਵਾਲ ਆ ਜਾਂਦੇ ਸੀ। ਜਾਂ ਫਿਰ ਮੈਂ ਜਦੋਂ ਇਹ ਦੇਖਦਾ ਕਿ ਭਾਈ ਜਦੋਂ ਮੈਂ ਜਾਤਕ ਕਥਾਵਾਂ ਪੜ੍ਹਦਾ ਤਾਂ ਜਿਹੜਾ ਰਾਮ ਬਣਵਾਸ ਹੈ ਉਹ ਸਾਰੇ ਦਾ ਸਾਰਾ ਜਿਹੜਾ ਹੈ ਮੁੜ ਕੇ ਸਿਰਫ ਰੂਟ ਬਣਦਾ ਹੈ, ਵਪਾਰ ਦਾ ਕੇਂਦਰ ਬਣਦਾ ਹੈ ਕਿ ਅਸੀਂ ਉਹਨੂੰ ਬਣਵਾਸ ਕਹਿਣਾ ਜਾਂ ਉਹਨੂੰ ਇੱਕ ਰਾਜੇ ਦਾ ਬਾਈ ਹੁੱਕ ਐਂਡ ਕਰਕ ਬਾਈ ਆਲ ਮੀਨ ਆਪਣੇ ਰਾਜ ਨੂੰ ਵਿਸਤਾਰਨ ਵਾਸਤੇ ਸਿਰਫ ਰੂਟ ਬਣਾਉਣਾ ਹੈ। ਸਾਰੇ ਜੰਗਲੀ ਟ੍ਰਾਈਬਲ ਨੂੰ ਵੱਢ ਕੇ ਮਾਰ ਕੇ ਉਹਨਾਂ ਦੀਆਂ ਟ੍ਰਾਈਬ ਨੂੰ ਤਬਾਹ ਬਰਬਾਦ ਕਰਕੇ ਤਾਂ ਮੈਂ ਉਹਨੂੰ ਹਿਸਟਰੀ ਦੇ ਵਿੱਚੋਂ ਦੇਖ ਸਕਦਾ ਹਾਂ। ਮੈਂ ਇਹਨੂੰ ਹਿਸਟਰੀ ਵਾਂਗ ਕਰਦੇ ਮੈਂ ਦੇਖ ਸਕਦਾ। ਸੋ ਮੇਰੇ ਇੱਕ ਆਪਣੇ ਮੇਰਾ ਅਧਿਐਨ ਮਿਥ ਦਾ ਮੈਂ ਥੋੜਾ ਅਕਾਦਮਿਕ ਬੰਦਾ ਨਹੀਂ, ਪਤਾ ਨਹੀਂ ਕੀ ਕਰ ਸਕਦਾ। ਆਪਣਾ ਇੱਕ ਸਵਾਲ ਆਪਣਾ ਸੀਗਾ ਹਰਿੰਦਰ ਵੱਲੋਂ ਸੀ, ਹਰਿੰਦਰ ਬਰਾੜ ਵੱਲੋਂ। ਹਰਿੰਦਰ ਜੀ ਜੁੜੇ ਹੋਏ ਨੇ ਸਾਡੇ ਨਾਲ? ਹੈਗੇ ਨੇ ਹਰਿੰਦਰ ਜੀ ਸਵਾਲ ਪੁੱਛ ਸਕਦੇ ਤੁਸੀਂ ਆਪਦਾ। ਹਾਂਜੀ ਕਾਲੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਅੱਛਾ, ਕਥਾ ਰਸ ਬਾਰੇ ਜਾਂ ਨਾਵਲ ਰਸ ਬਾਰੇ ਗੱਲ ਚੱਲੀ ਸੀ ਤੇ ਉਹ ਮੈਂ ਨਾ ਤੁਹਾਡਾ ਨਾਵਲ ਪੜ੍ਹਿਆ ਸੀ ਤੇ ਜਿਹੜਾ ਹੁਣ ਤਸੀਹੇ ਕਦੇ ਬੁੱਢੇ ਨਹੀਂ ਹੁੰਦੇ, ਉਹਦੇ ਤੇ ਇੱਕ ਪੇਪਰ ਵੀ ਲਿਖਿਆ ਸੀਗਾ ਜੋ ਨਵਾਂ ਜ਼ਮਾਨਾ ਛਪਿਆ ਸੀ। ਤੇ ਉਹਦੇ ਵਿੱਚ ਨਾ ਇੱਕ ਵੇਰਵਾ ਆਇਆ ਸੀਗਾ ਤੁਹਾਡੇ ਮਤਲਬ ਫਾਦਰ ਸਾਹਿਬ ਜਾਂ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਕਹਿ ਲਓ ਕਿ ਇੱਕ ਪਾਤਰ ਦੇ ਰੂਪ ਦੇ ਵਿੱਚ ਮੈਨੂੰ ਲੱਗਿਆ ਉਹ ਵੇਰਵਾ ਆਇਆ। ਉਹਦੇ ਵਿੱਚ ਜੋ ਕਥਾ ਰਸ ਸੀਗਾ ਸੱਚ ਜਾਣੇ ਉਹਨੇ ਮਤਲਬ ਅੱਖਾਂ ਨਮ ਕਰਤੀਆਂ, ਉਹ ਇੰਨਾ ਕਮਾਲ ਦਾ ਸੀ ਕਥਾ ਰਸ। ਤੇ ਮੇਰਾ ਮਤਲਬ ਜਿਹੜਾ ਸਵਾਲ ਇੱਕ ਇੱਛਾ ਦੇ ਰੂਪ ਦੇ ਵਿੱਚ ਹੀ ਹੈ ਕਿ
ਉਸ ਨੂੰ ਉਦਾਹਰ ਬਣਾ ਕੇ ਉਹ ਇੱਕ ਪੂਰੇ ਦਾ ਪੂਰਾ ਨਾਵਲ ਵੀ ਬਣ ਸਕਦਾ, ਕਿਉਂਕਿ ਉਸ ਨਾਵਲ ਦੇ ਵਿੱਚ ਮੈਨੂੰ ਲੱਗਿਆ ਕਿ ਜਿਹੜੀ ਅੱਡ-ਅੱਡ ਟੁਕੜਿਆਂ ਦੇ ਰੂਪ ਦੇ ਵਿੱਚ ਤੁਸੀਂ ਵਿਚਾਰ ਦਿੱਤੇ ਨੇ, ਗੱਲ ਕੀਤੀ ਹੈ, ਉਹ ਬੇਸ਼ੱਕ ਸਾਰੇ ਅੱਡ-ਅੱਡ ਨਾਵਲਾਂ ਦੇ ਵਿਸ਼ੇ ਬਣਨ ਦੇ ਸਮਰੱਥ ਨੇ ਉਹ। ਤੇ ਉਸ ਨੂੰ ਜਿਹੜਾ ਤੁਹਾਡੇ ਮਤਲਬ ਪਰਿਵਾਰਕ ਪਿਛੋਕੜ ਦੇ ਰੂਪ ਦੇ ਵਿੱਚ ਇੱਕ ਮੈਨੂੰ ਝਲਕ ਮਿਲੀ ਉਸ ਦੀ, ਕਿ ਉਸ ਕਥਾ ਰਸ ਨੂੰ ਤੁਸੀਂ ਜੇ ਕਿਸੇ ਨਾਵਲ ਦੇ ਰੂਪ ਦੇ ਵਿੱਚ ਵਰਤੋ ਤਾਂ ਮੈਨੂੰ ਬੜੀ ਖੁਸ਼ੀ ਹੋਵੇਗੀ ਕਿ ਉਹ ਬੜਾ ਪਸੰਦ ਕੀਤਾ ਜਾਣ ਵਾਲਾ। ਜਿਸ ਕਥਾ ਰਸ ਦੀ ਜਿਹੜੇ ਚ ਤੁਹਾਡੇ ਚ ਕਿਹਾ ਜਾਂਦਾ ਕਿ ਘਾਟ ਆ, ਤੇ ਉਹ ਮੇਰਾ ਖਿਆਲ ਉਹ ਸਾਰੇ ਕਥਾ ਰਸ ਨੂੰ ਪੂਰਾ ਕਰ ਦੇਵੇਗਾ। ਇਹਦੇ ਬਾਰੇ ਤੁਸੀਂ ਦੋ ਸ਼ਬਦਾਂ ਦੇ ਵਿੱਚ ਕੁਝ ਆਪਦੇ ਵਿਚਾਰ ਜ਼ਰੂਰ ਸਾਂਝੇ ਕਰੋ। ਮੈਂ ਤੁਹਾਡਾ ਪਹਿਲਾਂ ਵਿਚਾਰ ਮੈਂ ਮੁੜ ਕੇ ਰਹਿ ਗਿਆ ਤੇ ਮੈਂ ਗੱਲ ਕਾਸੀ ਦਾ ਧੰਨਵਾਦ ਕਰਨਾ ਰਹਿ और जब पत्रकार फंसा हुआ है अपने नावल की फंसा हुआ है और साथ तो पहले इंटरेस्टिंग की जेडी नावल लिखे क्रिया खाना की गल की सुखवीर बड़ा सवाल के जवाब ਵਿੱਚ ਉਹ ਮੈਨੂੰ ਲੱਗਦਾ ਉਹ ਤੁਹਾਡੀ ਤਸੱਲੀ ਹੋ ਜਾਏਗੀ। ਉਹ ਸਾਰੇ ਕਰੈਕਟਰ ਜਿਹੜੇ ਨੇ ਖੁੱਲ ਕੇ ਚਾਰ ਪੀੜ੍ਹੀਆਂ ਖੁੱਲ ਕੇ ਉਹ ਗੱਲ ਕਹਿੰਦੇ ਹੁੰਦੇ ਨਾ ਮੈਨੂੰ ਕੋਲ ਲੈ ਪਰ ਉਹ ਆਪਣੇ ਬਾਤ ਤੇ ਹੋਣਾ ਅੰਦਰ ਆਪਣੇ ਆਪ ਨੂੰ ਪਤਾ ਪਤਾ ਨਹੀਂ ਤੇ ਕਰੈਕਟਰ ਆਪਣੇ ਦਾਤਮਾ ਹੁੰਦਾ ਬੰਦਾ ਫਿਰ ਜਦੋਂ ਤੁਹਾਡੇ ਬਿਲਕੁਲ ਨੇੜੇ ਹੁੰਦੇ ਤੁਸੀਂ ਬੈਠ ਵਧੀਆ ਪਾ ਲਈ ਵਰਗੀ। ਪਰ ਮੈਨੂੰ ਵੈਸੇ ਅਜੇ ਵੀ ਇਤਰਾਜ਼ ਹੈ ਕਿ ਯਾਰ ਕਥਾ ਰਸ ਕੀ ਹੁੰਦਾ ਹੈ, ਮੈਂ ਸਮਝ ਨਹੀਂ ਸਕਿਆ ਸਾਰਿਆਂ ਦਾ। ਮੈਨੂੰ ਨਾਨਕ ਸਿੰਘ ਵਿੱਚ ਕਦੇ ਕਥਾ ਰਸ ਨਹੀਂ ਲੱਭੇ, ਮੈਨੂੰ ਕੌਮਲ ਚ ਕਦੇ ਜਿਹੜਾ ਕਥਾ ਰਸ ਤੁਸੀਂ ਲੱਭਦੇ ਕਹਿੰਦਾ ਮੈਨੂੰ ਕਿਹੜਾ ਕਥਾ ਰਸ। ਹਾਲਾਂਕਿ ਮੈਨੂੰ ਉਹਨਾਂ ਤੋਂ ਮੈਨੂੰ ਐਂ ਲੱਗਦਾ ਹੁੰਦਾ ਕਈ ਵਾਰੀ ਯਾਰ ਆਹ ਜਿਹੜਾ ਫਿਕਰਾ ਮੈਂ ਲਿਖਿਆ ਇਹ ਨਹੀਂ यार ਜਿਹਦੇ ਬਾਲ ਕਿਹਾ ਨਹੀਂ ਮੰਨਦੇ ਰੋਮਾਂਟਿਕ ਰੋਮਾਂਟਿਕ ਨਹੀਂ ਹੈ क्रिएटिव बिल्ली तेरा शुक्रिया यहाँ चाय अच्छी नहीं बना यार पंजाबी शहर में पड़ता ना खैर पता नहीं। मैं एक और इंटरेस्टिंग रविंदर होली मैनू किसी पाठ के कदे नहीं किया कि कथा दस मैंने देवनीत ने डिमाइंड किया मेरी कहानी पंचकूले जनाजा वो कहता काली हरामजादा कहानीकार मैं कहा फिर डिफाइन करता वो की जहां सहजीत के हवाला तस्वीर वो कहते कथा रस नहीं दिता है पक्ष लाउंदा मैं कहा मैं पढ़ाई करता ठीक है सारी यूनिट धक्के नाल कढ़ा करके वो भी पढ़ते कोई ना मेरे वाले लगे नहीं करते पंजाबी वाला मैं फिर सामने इस हिसाब से कहेगा कानून वीर ने मैं हैरान रह गया वीर में पढ़ते हैं मेरे को बता मुंडा थोड़ी है एना नहीं कैरेक्टर्स की है भाई वीर से एना एक बात होगी तो माने मेरी समझ ठीक है मान लो एना डिस्कस कॉर्नर एना में समझना बहुत जरूरी है मैंने सोचा जब मेरे साथ में करो इधर तस्वीर में समझ होनी है प्रोफेसर ने कहते नहीं होगी ये प्रोफेसर ने नहीं समझ होगी तस्वीर आ गई ने वो खोल के मतलब मैंने दस दिया है ਆਪਾਂ ਤਾਂ ਇਮਾਨਦਾਰ ਬੰਦੇ ਆ ਆਪਾਂ ਨੂੰ ਨਾ ਨਹੀਂ ਰੱਖਣ ਲੱਗੇ ਕਿਹੜੇ ਸੱਦਦੇ ਆ ਤੇ ਬਹੁਤ ਵਧੀਆ ਕਰ ਸੁਣ ਕੇ ਨਾ ਚੰਗੀ ਗੱਲ ਹੈ ਮੈਨੂੰ ਨਾ ਕਰ ਮੈਂ ਚਲੇ ਜਾਣਾ ਸੀ ਜੇ ਕਰੋਨਾ ਨਾ ਹੁੰਦਾ ਮੈਂ ਨੋਟਿੰਗਮ ਟ੍ਰੈਂਡ ਨਹੀਂ ਮਹੀਨੇ ਦੀ ਹੋਗਾ ਅੱਜ ਵੀ ਚਲੇ ਜਾਊਂਗਾ ਮੈਂ ਜੇ ਮੋ ਪਹਿਲੇ ਦਿਨ ਅਸੀਂ ਪੈਂਡਿੰਗ ਕਰਨੀ ਸੀ ਕਈ ਫਰਾਂਸ ਦੀ ਜਿਹੜੀ ਅਸੀਂ ਉਹ ਵੀ ਕੋਵਿਡ ਕਰਕੇ ਨਹੀਂ ਉਹਨਾਂ ਨੇ 5 ਦਿਨ ਰਸਤੀਆਂ ਇੰਡੀਆ ਦੀਆਂ ਪਈਆਂ ਨੇ ਬਹੁਤ ਵੱਡੀਆਂ ਜਿਹੜਾ ਬਟ मैं कहना तुसी जेड़ा आर्टिकल लिखा है नवा पाना मैं हैरान है मैं जब इन्हों ना है समझ तुसी नवा जेड़े 40 साल तो वो कहने समझ नहीं लगता मैं हैरान है प्रोफेसर भी कहते जी सानू नहीं मिल रही विद्यार्थी है चेयरमैन भी है
ਇੱਕ ਪ੍ਰੋਫੈਸਰ ਕਹਿੰਦਾ ਕਾਲੀ ਹੋਰ ਕੁਝ ਲਿਖਦਾ ਹੁਣ ਇਹ ਪਤਾ ਨਹੀਂ ਹੈ ਫਿਕਸ਼ਨ ਨਹੀਂ ਹੈ, ਤੁਸੀਂ ਡਿਫਾਈਨ ਕਰੋਗੇ। ਇਹ ਰਾਈਟਰ ਨੇ ਡਿਫਾਈਨ ਹੁੰਦਾ ਕਿਹੜੇ ਸਮੇਂ ਕਰਨੇ ਕਿਹੜਾ ਹੁੰਦਾ, ਇਹ ਰਾਈਟਰ ਨੇ ਡਿਫਾਈਨ ਕਰਦਾ, ਪ੍ਰੋਫੈਸਰ ਨੇ ਡਿਫਾਈਨ ਕੀਤਾ ਹੁੰਦਾ। ਜਿਹੜਾ ਸਵਾਲ ਸੀ ਉਹ ਮੈਂ ਆਗੂ ਨਾਲ ਉਹਦੀਆਂ 4 ਪੀੜ੍ਹੀਆਂ, ਜਿਹੜਾ ਪਹਿਲਾ ਸੀ ਜਿਹੜਾ ਤੁਸੀਂ ਗੱਲ ਕਰਦੇ ਉਹਦੀਆਂ ਮੈਂ 4 ਪੀੜ੍ਹੀਆਂ ਦੇ ਦੱਸ ਦਿੰਦਾ ਉਹਨਾਂ ਦੀ ਸੰਵੇਦਨਾ ਨਾਲ ਮੈਨੂੰ ਇੱਕ ਵਾਰ ਕਹਿਆ ਕਿਆ ਆਖਰੀ ਨਾਮ ਮੇਰੇ ਬੀਜੀ ਵਾਲੇ ਬਤਾਸ ਛੋਟਾ ਜਿਹਾ ਮੈਂ ਆਪ ਬਣਾ ਜੀ ਉਹਨੂੰ ਬੜਾ ਲਿਖਦੇ ਮੈਨੂੰ ਆਪ ਲੱਗਾ ਇੱਥੋਂ ਕਰੀਏ ਕਿਸੇ ਵੀ ਵੀਡੀਓ ਨਹੀਂ ਕਰਦਾ ਉਹ ਮੇਰੇ ਉਹਨਾਂ ਬਾਰੇ ਬਦਲਣਾ ਕੀ ਲੱਗਦਾ वो भी करना है कितने तक उसको ऑब्जर्व करना फिर वो अपने अंतर स्टार्ट फिर वो वस्तुगत दिखाव ने तलाब ना विचार लेके ਤੇ ਕਿੱਥੇ ਤੁਹਾਡੀ ਆਤਮਾ ਨੇ ਬੋਲਣਾ ਸ਼ੁਰੂ ਕਰ ਦੇਣਾ, ਫਿਰ ਉਹ ਜਿੱਥੇ ਆਤਮਾ ਬੋਲਦੀ ਹੈ ਨੈਚੁਰਲੀ ਉਹ ਤੁਹਾਨੂੰ ਅਟਰੈਕਟ ਕਰੇਗੀ ਕਰੇਗੀ ਪਾਸ ਉਹ ਆਤਮਿਕ ਟਰੈਕਟ ਜਿਹੜੇ ਤੁਹਾਡੇ ਨਾਲ ਸ਼ੁਰੂ ਕਰਾਂਗਾ ਅਪਰ ਟੈਕਸਟ ਵਾਲੇ ਦੇ ਵਿੱਚ ਵੀ ਕਈ ਆਤਮਿਕ ਟਰੈਕਟ ਹੈਗੇ ਨੇ ਜਿਹੜੇ ਵਾਈਟ ਯੂਜ਼ ਕਰਦੇ ਆਤਮਿਕ ਟਰੈਕਟ तो अपने ही किसी बात पे रुकना आया वो रोन दे रहे थे थोड़ी सी लय अंदर भी अपनी ही बात पे हाँ जी ते मैनूं लगदा प्रोग्राम काफ़ी लंबा हो चुक्या है ते मेरी एक छोटी जी टिप्पणी होगी ते सवाल भी हो सकता सवाल शायद बन जे तां ते ਉਹ ਸਵਾਲ ਜਿਹੜਾ ਹੈ ਮਤਲਬ ਜਿਹੜਾ ਹਰਿੰਦਰ ਦਾ ਸਵਾਲ ਸੀਗਾ ਉਹਦੇ ਨਾਲ ਜੁੜਿਆ ਹੋਇਆ ਹੀ ਸਵਾਲ ਆ। ਮੈਂ ਉਹਨੂੰ ਕੁਝ ਹੋਰ ਪੱਖ ਤੋਂ ਦੇਖਦਾ ਏ ਉਹ ਜਿਹੜੀ ਗੱਲ ਨੂੰ, ਕਿਉਂਕਿ ਕਾਲੀ ਦੇ ਨਾਵਲਾਂ ਦੇ ਵਿੱਚ ਇਹ ਵੀ ਆਉਂਦਾ ਇੱਕ ਨਾਵਲ ਦੇ ਵਿੱਚ, ਕਿਉਂਕਿ ਜਿਹੜਾ ਸ਼ਹਿਰੀ ਜੀਵਨ ਦੀ ਜਿਹੜੀ ਅਸੰਵੇਦਨਸ਼ੀਲਤਾ ਜਿਹੜੀ ਉਹਦੀ ਬਗਾਨਗੀ ਆ, ਜਿਹੜੀ ਜਿਵੇਂ ਕੰਪਨੀ 'ਚ ਕੰਮ ਕਰਦੇ ਪਾਤਰ ਆ, ਹੁਣ ਉਹਨਾਂ ਦੀ ਗੱਲ ਆਉਂਦੀ ਵੀ ਕੰਪਨੀ 'ਚ ਕੰਮ ਕਰ ਰਹੇ ਆ ਤੇ ਉਹਦੇ ਬਾਰੇ ਵਰਤਾਂਤਕਾਰ ਟਿੱਪਣੀਆਂ ਕਰ ਰਿਹਾ ਹੈ, ਜਾਂ ਇੱਕ ਪੇਜ ਆਉਂਦਾ ਪੂਰਾ ਉਹਦੇ ਵਿੱਚ ਕੰਪਨੀ ਵਾਲੀ ਮੈਡਮ ਨੂੰ ਫੋਨ ਲਾਇਆ ਜਾਂਦਾ ਤੇ ਉਹ ਲਗਾਤਾਰ ਇੱਕੋ ਗੱਲ ਦੁਹਰਾਈ ਜਾ ਰਹੀ ਆ, ਉਹਦੇ ਵਿੱਚ ਇੱਕ ਪੂਰੇ ਪੇਜ 'ਚ ਦੁਹਰਾਈ ਗਈ ਆ। ਬਾਅਦ 'ਚ ਫਿਰ ਵਰਤਾਂਤਕਾਰ ਆਪ ਟਿੱਪਣੀ ਕਰਦਾ ਵੀ ਤੁਸੀਂ ਹੁਣ ਅੱਕ ਗਏ ਹੋ ਜਾਂ ਬੋਰ ਹੋ ਗਏ ਹੋ। ਬਈ ਉਹ ਬੋਰੀਅਤ ਆ ਜਿਹੜੀ, ਉਹ ਬੋਰੀਅਤ ਨੂੰ ਵੀ ਕਦੇ ਨਾ ਕਦੇ ਲੇਖਕ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਜਿਹੜੀ ਉਹ ਬੋਰੀਅਤ ਆ, ਜਿਹੜੀ ਉਹ ਸ਼ਹਿਰੀ ਜੀਵਨ ਦੀ ਜਿਹੜੀ ਅਸੰਵੇਦਨਸ਼ੀਲਤਾ ਜਾਂ ਜਿਹੜੀ ਟੁੱਟ ਭੱਜ ਆ, ਜਦੋਂ ਉਹਦੇ ਵਿੱਚ ਕੋਈ ਉਸ ਤਰ੍ਹਾਂ ਦਾ ਨੈਰੇਟਿਵ ਨਹੀਂ ਬਣ ਪਾ ਰਿਹਾ ਤਾਂ ਉਹਨੂੰ ਫਿਰ ਤੁਸੀਂ ਕਿਹੜੀ ਭਾਸ਼ਾ ਦੇ ਵਿੱਚ ਪੜ੍ਹੋਗੇ? ਫਿਰ ਜਿਹੜੀ ਉਹਦੀ ਭਾਸ਼ਾ ਹੋਊਗੀ ਉਹ ਵੀ ਉਸੇ ਤਰ੍ਹਾਂ ਦੀ ਭਾਸ਼ਾ ਹੋਊਗੀ। ਤਾਂ ਮੈਨੂੰ ਇਹ ਲੱਗਿਆ ਜਦੋਂ ਮੈਂ ਐਨਾਲਿਸਿਸ ਕਰ ਰਿਹਾ ਸੀਗਾ। ਤੇ ਬਾਕੀ ਸਵਾਲ ਤਾਂ ਹੁਣ ਕੋਈ ਹੈ ਨਹੀਂਗਾ। ਅਗਲੀ ਕਾਰਵਾਈ ਜਿਹੜੀ ਹੈਗੀ ਆ ਉਹ ਬਲਵਿੰਦਰ ਜੀ ਨੂੰ ਮੈਂ ਕਹਿੰਦਾ ਵੀ ਬਲਵਿੰਦਰ ਜੀ ਦਾ ਕੋਈ ਸਵਾਲ ਹੈਗਾ ਏ ਜਾਂ ਕੋਈ ਹੋਰ ਜਿਹੜੇ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ, ਜਿਹੜੇ ਸਾਡੇ ਨਾਲ ਸਾਥੀ ਜੁੜੇ ਹੋਏ ਨੇ, ਉਹ ਕੋਈ ਸਵਾਲ ਪੁੱਛਣਾ ਚਾਹਣ ਤਾਂ ਪੁੱਛ ਸਕਦੇ ਆ। ਬਾਕੀ ਅਗਲੀ ਕਾਰਵਾਈ ਲਈ ਮੈਂ ਬਲਵਿੰਦਰ ਜੀ ਨੂੰ ਬੇਨਤੀ ਕਰਦਾ ਕਿ ਉਹ ਅਗਲੀ ਕਾਰਵਾਈ ਸੰਭਾਲਣ। ਹਾਂਜੀ, ਕਿਸੇ ਦਾ ਕੋਈ ਹੋਰ ਸਵਾਲ ਨਹੀਂ ਹੈ ਮੇਰੇ ਖਿਆਲ ਚ। ਸਪੀਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹੋ। ਸਵਾਲ ਤਾਂ ਮੇਰਾ ਛੋਟਾ ਪਹਿਲਾਂ ਵੀ ਗੱਲ ਹੋ ਚੁੱਕੀ ਆ, ਅਸੀਂ ਫੇਸ ਟੂ ਫੇਸ ਮਿਲ ਚੁੱਕੇ ਆ। ਮੇਰਾ ਸਵਾਲ ਉਹੀ ਹੈ, ਇੱਥੇ ਮੈਂ ਓਪਨਲੀ ਪੁੱਛ ਲੈਣਾ ਸਵਾਲ ਉਹ ਵੀ, ਕਿਉਂਕਿ ਇਹ ਇੱਕ ਹਿਸਾਬ ਦਾ ਚੈਲੰਜ ਵੀ ਆ, ਮਤਲਬ ਕਿ ਖਤਰਾ ਮੁੱਲ ਲੈਣ ਵਾਲੀ ਗੱਲ ਹੈ। ਕਿਉਂਕਿ ਮੈਂ ਕਿਤੇ ਪੜ੍ਹਿਆ ਹੋਇਆ ਸੀਗਾ ਵੀ ਜਿਹੜੇ ਇਸ ਤਰ੍ਹਾਂ ਦੇ ਅਸੀਂ ਜਦੋਂ ਵਿਧਾ ਜਿਹੜੀ ਹੁੰਦੀ ਆ, ਜਦੋਂ ਅਸੀਂ ਵਿਧਾ ਨਾਲ ਜਦੋਂ ਅਸੀਂ ਆਪਦੇ ਅਨੁਭਵ ਨੂੰ ਪੇਸ਼ ਕਰਨ ਦੇ ਲਈ ਤਾਂ ਵਿਧਾ ਦੇ ਨਾਲ ਅਸੀਂ ਟੱਕਰਾ ਕਰ ਰਹੇ ਹੁਣ। ਵਿਧਾ ਦੀ ਵੀ ਆਪਦੀ ਇੱਕ ਪਰੰਪਰਾ ਹੁੰਦੀ ਪੰਜਾਬੀ ਦੇ ਵਿੱਚ। ਕਾਲੀ ਜੀ ਨੂੰ ਪਤਾ ਵੀ ਪੰਜਾਬੀ ਨਾਵਲ ਦੀ ਵਿਧਾ ਕਿਸ ਤਰੀਕੇ ਨਾਲ ਇੱਕ ਯਦਾਰਥਵਾਦੀ ਜਿਹੜਾ ਨਾਵਲ ਹੈਗਾ ਜਾਂ ਇੱਕ ਲਕੀਰੀ ਜਾਂ ਵਰਤਾਂਤ ਹੁੰਦਾ ਹੈ, ਜਿਵੇਂ ਬਲਦੇਵ ਸਿੰਘ ਦਾ ਨਾਵਲ ਹੈਗਾ ਏ, ਨਾਵਲ ਹੈਗੇ ਜਾਂ ਗੁਰਦਿਆਲ ਦੇ ਨਾਵਲ ਆ, ਗੁੱਸੇ ਦੇ ਨਾਵਲ ਆ, ਤਾਂ ਇੱਕ ਪਾਸੇ ਪਾਠਕ ਉਹਦੇ ਵਿੱਚ ਸਾਧਿਆ ਹੋਇਆ ਹੈ ਤੇ ਦੂਜੇ ਪਾਸੇ ਕਾਲੀ ਜੀ ਨੂੰ ਮੈਨੂੰ ਇਹ ਵੀ ਪਤਾ ਵੀ ਕਾਲੀ ਜੀ ਨੇ ਮੈਨੂੰ ਕਿਹਾ ਸੀ ਮੈਂ ਪਾਠਕਾਂ ਵਾਸਤੇ ਨਹੀਂ ਲਿਖਦਾ, ਮੈਂ ਤਾਂ ਆਪਦੇ ਪ੍ਰਗਟਾਵੇ ਵਾਸਤੇ ਲਿਖਦਾ, ਆਪਦੇ
ਜਿਹੜੀ ਅੰਦਰੋਂ ਮੇਰੇ ਨਿਕਲਦੀ ਆ ਚੀਜ਼, ਜਿਹੜੀ ਅੰਦਰੋਂ ਮੈਂ ਪ੍ਰਗਟਾਉਣਾ, ਉਹਦੇ ਵਾਸਤੇ ਲਿਖਦਾ। ਪਰ ਕਦੇ ਨਾ ਕਦੇ ਇਹ ਇੱਕ ਦੋ ਧਾਰੀ ਤਲਵਾਰ ਵੀ ਹੋ ਜਾਂਦੀ ਆ ਵੀ ਜਿੱਥੇ ਤੁਸੀਂ ਤੁਰ ਰਹੇ ਹੋ, ਵੀ ਇੱਕ ਪਾਸੇ ਤੁਸੀਂ ਪਾਠਕ ਦੀ ਕੰਡੀਸ਼ਨਿੰਗ ਹੋਈ ਹੈ ਜਿਹੜੀ ਪੂਰੀ ਦੀ ਪੂਰੀ, ਤੁਸੀਂ ਉਹਨੂੰ ਤੋੜਨ ਦੀ ਕੋਸ਼ਿਸ਼ ਵੀ ਕਰ ਰਹੇ ਹੋ, ਤੇ ਦੂਜੇ ਪਾਸੇ ਫਿਰ ਤੁਹਾਡੀ ਜਿਹੜੀ ਲੇਖਣੀ ਆ ਉਹਦੀ ਫਿਰ ਉਹਦੀ ਅਥੈਂਟਿਸਿਟੀ ਉਹਦੀ ਕੀ ਰਹਿ ਜਾਂਦੀ? ਮੇਰਾ ਇਹੀ ਸਵਾਲ ਆ ਵੀ ਜਿਹੜੀ ਤੁਹਾਡੀ ਲੇਖਣੀ ਆ, ਜਿਹੜੀ ਤੁਸੀਂ ਕੋਈ ਟੈਕਸਟ ਰੱਖਤੀ, ਉਹ ਮਾਰਕੀਟ ਦੇ ਵਿੱਚ ਆ ਗਈ ਤਾਂ ਉਸ ਤੋਂ ਬਾਅਦ ਉਹ ਫੈਲ ਗਈ, ਫਿਰ ਉਹ ਟੈਕਸਟ ਜਿਹੜੀ ਹੈਗੀ ਤੁਹਾਡਾ ਜਿਹੜਾ ਨਾਵਲ ਆ, ਤੁਹਾਡੀ ਕਹਾਣੀ ਆ, ਉਹ ਫਿਰ ਉਹ ਪਾਠਕ ਨੂੰ ਬੌਧਿਕ ਮੁਸ਼ੱਕਤ ਕਰਨੀ ਪਊਗੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂਗੇ। ਤੁਸੀਂ ਆਪ ਸਿੱਧਾ ਨਾਵਲਾਂ 'ਚ ਕਹਿੰਦੇ, ਕਹਾਣੀਆਂ 'ਚ ਕਹਿੰਦੇ ਵੀ ਬੌਧਿਕ ਮੁਸ਼ੱਕਤ ਕਰਨੀ ਪਊਗੀ ਪਾਠਕ ਨੂੰ, ਮੈਂ ਸਿੱਧਾ ਵਿੱਚ ਵੀ ਤੁਸੀਂ ਇਨਵੋਲਵ ਕਰ ਲੈਂਦੇ ਹੋ ਨਾ, ਤਾਂ ਉਹ ਤੁਸੀਂ ਇਹ ਰਿਸਕ ਨੂੰ ਕਿਵੇਂ ਦੇਖਦੇ ਹੋ? ਤੁਸੀਂ ਇੱਕ ਲੇਖਕ ਹੋਣ ਦੇ ਨਾਤੇ ਰਿਸਕ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਐਕਚੁਅਲੀ ਹਰ ਲੇਖਕ ਹੀ ਰਿਸਕ ਲੈਂਦਾ, ਮੈਨੂੰ ਕਦੇ ਨਾ ਕਦੇ ਲੱਗਦਾ ਵੀ ਜਿਹੜਾ ਲੇਖਕ ਸਿਰਜਣਾਤਮਕ ਹੋਊਗਾ ਉਹ ਰਿਸਕ ਲਊਗਾ ਹੀ ਲਊਗਾ ਇਸ ਤਰ੍ਹਾਂ ਦਾ। ਇਹ ਰਿਸਕ ਨੂੰ ਤੁਸੀਂ ਇੱਕ ਸਾਹਿਤਕਾਰ ਹੋਣ ਦੇ ਨਾਤੇ, ਇੱਕ ਲੇਖਕ ਹੋਣ ਦੇ ਨਾਤੇ ਰਿਸਕ ਨੂੰ ਕਿਵੇਂ ਦੇਖਦੇ ਹੋ? ਤਸਵੀਰ ਦਾ ਥੋੜੀ ਸ਼ਬਦਾਂ ਵਿੱਚ ਹੀ ਗੱਲ ਥੋੜੀ ਨਾ ਜਾਇਜ਼ ਹੈ। ਰਿਸ਼ਤਾ ਇਹ ਤੋੜਨ ਨੂੰ ਬਹੁਤ ਮੁਸ਼ਕਲ ਹੈ, ਖਾਸਕਰ ਪੰਜਾਬੀ। ਪਰ ਮੈਂ ਇੱਕ ਗੱਲ ਮਹਿਸੂਸ ਕੀਤੀ ਆਪਣੇ ਲੰਬੇ ਸਮੇਂ ਦੌਰਾਨ ਕਿ ਜਿਹੜਾ ਨਵਾਂ ਪਾਠਕ ਹੈ, ਜਿਹੜਾ ਸਟੂਡੈਂਟ ਪਾਠਕ ਹੈ, ਉਹ ਮੁਸ਼ੱਕਤ ਵੀ ਕਰਦਾ ਔਰ ਉਹਨੇ ਗੱਲ ਸਮਝ ਵੀ ਕਰਦਾ। ਜਿਨ੍ਹਾਂ 'ਚ ਮੇਰੇ ਖਿਆਲ ਦੇ ਨਾਲ ਤੁਸੀਂ ਲੋਕ ਵਿਚਰਦੇ ਹੋ, ਖਾਸ ਕਰ ਜਿਹੜੇ ਆਲੋਚਨਾ ਵਾਲੇ ਲੋਕ ਨੇ, ਉਹ ਨਾ ਤਾਂ ਮੁਸ਼ੱਕਤ ਕਰਦੇ ਹੈ, ਨਾ ਕਰਨੀ ਚਾਹੁੰਦੇ ਹੈ, ਤੇ ਉਹਨਾਂ ਨੂੰ ਦਿੱਕਤ ਵੀ ਆਉਂਦੀ ਹੈ। ਮੈਨੂੰ ਵੀ ਉਹ ਬਾਤ, ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਇੱਕ ਚੇਅਰਮੈਨ ਰਹਿ ਚੁੱਕਾ ਕਿਸੇ ਡਿਪਾਰਟਮੈਂਟ ਦਾ ਬੰਦਾ, ਕਹਿੰਦਾ ਯਾਰ ਇਹ ਕੀ ਲਿਖਦਾ, ਸਾਰੀ ਮੈਨੂੰ ਸਮਝ ਨਹੀਂ ਆਇਆ। ਆਪਾਂ 2 ਘੰਟੇ ਹੋ ਗਏ ਕੁਛ ਤਾਂ ਸਮਝ ਆਇਆ ਇਹ ਚੀਜ਼ਾਂ, ਕੀ ਲਿਖਦਾ ਮੈਨੂੰ ਸਮਝ ਨਹੀਂ ਆਇਆ, ਇਹ ਤਾਂ ਵੈਸੇ ਹੀ ਸ਼ਬਦ ਠੀਕ ਨਹੀਂ ਹੈਗੇ। ਉਹਨਾਂ ਲੋਕਾਂ ਦੇ ਵਿੱਚੋਂ ਮੈਨੂੰ ਇਹ ਕਿਉਂ ਗੱਲਾਂ ਕਈ ਜਿਹੜੀ ਆ ਜਾਂਦੀਆਂ ਨੇ, ਪਰ ਮੈਂ ਹੈਰਾਨ ਕਿ DAV ਯੂਨੀਵਰਸਿਟੀ ਦੀ ਇੱਕ ਜਰਨਲਿਜ਼ਮ ਕਰ ਰਹੀ ਸੈਕੰਡ ਈਅਰ ਦੀ ਸਟੂਡੈਂਟ ਨੇ ਤਸੀਹੇ ਕਦੇ ਬੁੱਢੇ ਨਹੀਂ ਹੁੰਦੇ ਮੇਰਾ ਨਾਵਲ ਪੜ੍ਹਿਆ, ਤੇ ਉਹਨੇ ਜਿਹੜਾ ਰਿਵਿਊ ਫੇਸਬੁੱਕ ਤੇ ਪਾਇਆ, ਮੈਂ ਦੰਗ। ਉਹਨੇ ਰਿਲੇਟ ਕੀਤਾ ਕਿ ਮੈਨੂੰ ਇਹਦੇ ਵਿੱਚ ਆਪਣੀ ਮਾਂ ਦਾ ਕਰੈਕਟਰ ਦਿਖਿਆ, ਕਿ ਮੈਂ ਆਪਣੀ ਮਾਂ ਦੇ ਤਸੀਹੇ ਇਹ ਉਸ ਲੜਕੀ ਨੇ ਸੈਕੰਡ ਈਅਰ ਜਰਨਲਿਜ਼ਮ ਦੀ ਸਟੂਡੈਂਟ, ਉਹ ਉਹਦੀ ਨਤੀਜੇ ਦੀ ਸਟੂਡੈਂਟ ਵੀ। ਇਸ ਤਰੀਕੇ ਮੈਨੂੰ ਬਹੁਤ ਐਸੇ ਪਾਠਕ ਮਿਲਦੇ ਨੇ, ਬਹੁਤ ਐਸੇ ਪਾਠਕ ਮਿਲਦੇ ਨੇ ਜਿਹੜੇ ਮੇਰੇ ਲਗਭਗ 5 ਨਾਵਲਾਂ ਦੇ ਐਡੀਸ਼ਨ ਮਿਲ ਚੁੱਕੇ ਨੇ। ਪਤਾ ਨਹੀਂ ਸਾਡਾ ਪ੍ਰਕਾਸ਼ਕ ਥੋੜਾ ਘੌੜੀ ਹੈ, ਉਹ ਸੈਕੰਡ ਐਡੀਸ਼ਨ ਕੱਢਣ ਦੇ ਵਿੱਚ ਮੈਂ ਹੈਰਾਨ ਰਹਿ ਗਿਆ। ਤਕਰੀਬਨ ਐਕਸਪੀਰੀਅੰਸ, ਮੈਨੂੰ ਵਾਸ਼ਿੰਗਟਨ ਤੋਂ ਫੋਨ ਆਇਆ, ਉਹਨਾਂ ਦੀ ਜਿਹੜੀ ਲਾਇਬ੍ਰੇਰੀਆਂ ਹੁੰਦੀਆਂ ਨੇ ਐਮਐਸਸੀਆਂ ਦੇ ਵਿੱਚ ਸਾਰੇ ਦੇਸ਼ਾਂ ਦੀਆਂ 18 ਦੇਸ਼ਾਂ ਤੋਂ, ਕਹਿੰਦਾ ਤੁਹਾਡੀਆਂ ਲਾਇਬ੍ਰੇਰੀ, ਉਹ ਕਹਿੰਦੇ ਜੀ ਤੁਹਾਡਾ ਸ਼ਾਂਤੀ ਪਰ ਸਾਡੇ ਕੋਲ ਅੰਗਰੇਜ਼ੀ ਚ ਹੈ। ਉਹ ਪੰਜਾਬੀ ਸੀ, ਉਹ ਮਤਲਬ ਜਿਹੜਾ ਆਫੀਸਰ ਸੀ, ਉਹ ਕਹਿੰਦਾ ਮੈਂ ਹੈਰਾਨ ਰਹਿ ਗਿਆ ਕਿ ਪੰਜਾਬੀ ਚ ਲਿਖਿਆ ਗਿਆ, ਔਰ ਕਹਿੰਦਾ ਸਾਨੂੰ ਉਹ ਓਰੀਜਨਲ ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਕਾਪੀਆਂ ਦੀ ਉਹਨੇ ਡਿਮਾਂਡ ਕੀਤੀ, ਜਿਹੜਾ ਕਿ ਆਊਟ ਆਫ ਪ੍ਰਿੰਟ ਹੈ। ਮੈਂ ਕਿਹਾ ਜਦੋਂ ਸੈਕੰਡ ਤੇ ਕਾਪੀ ਤੁਹਾਨੂੰ ਭੇਜੀਆਂ ਨੇ। ਹੁਣ ਇੱਕ ਲਾਇਬ੍ਰੇਰੀਅਨ ਨੂੰ ਉਹ ਗੱਲ ਮੇਰੀ ਸਮਝ ਲੱਗ ਗਈ ਇੱਕਦਮ, ਹਨਾ। ਚਲੋ ਉਹ ਨਤੀਜੇ ਦਾ ਪਤਾ ਹੋਵੇਗਾ, ਜੁੜਿਆ ਹੋਵੇਗਾ, ਤਾਂ ਮੈਨੂੰ ਲੱਗਦਾ ਹੁੰਦਾ ਕਿ ਇਹਦੇ ਵਿੱਚ ਵੀ ਨਾ ਮੇਰੇ ਦਿਲਚਸਪੀ ਵੀ ਰਹਿੰਦੀ ਹੈ ਯਾਰ, ਵੀ ਉਹ ਮੈਂ ਬੰਦੇ ਬਣਾ ਜਿਨ੍ਹਾਂ ਨੂੰ ਮੇਰੇ ਸਾਹਿਤ ਦੇ ਵਿੱਚੋਂ ਇੱਕ ਡਰ ਲੱਗਾ ਰਹਿੰਦਾ ਕਿ ਇਹ ਰਿਸਕ ਹੈ। ਪਰ ਜਦੋਂ ਮੈਨੂੰ ਪਾਠਕ ਮਿਲਦੇ ਆ, ਮੈਨੂੰ ਕਦੇ ਰਿਸਕ ਲੱਗਿਆ ਹੀ, ਮੈਨੂੰ ਨੌਜਵਾਨ ਮਿਲਦੇ ਨੇ, ਮੈਨੂੰ ਕਦੇ ਰਿਸਕ ਨਹੀਂ ਲੱਗਿਆ। ਜਾਂ ਮੈਂ ਬੀਂਗ ਪਾਠਕ ਜਦੋਂ ਆਪਣੇ ਲਿਟਰੇਚਰ ਨੂੰ ਪੜ੍ਹਦਾ ਤੇ ਮੈਨੂੰ ਤਸੱਲੀ ਹੁੰਦੀ ਹੈ। ਹੁਣ ਮੇਰਾ ਕੋਈ ਵੱਡਾ ਪ੍ਰਕਾਸ਼ਕ ਕਹਿੰਦਾ ਤੇਰੇ 3 ਕਹਾਣੀ ਸੰਗ੍ਰਹਿ ਇੱਕ ਜਗ੍ਹਾ ਛਾਪ ਦਿੰਦੇ ਨੇ, ਕਿਉਂਕਿ ਸਾਡਾ ਪਹਿਲਾ ਕਹਾਣੀ ਸੰਗ੍ਰਹਿ ਚੱਲਦੀ ਸੀ ਮੇਰਾ ਤੇ ਭਗਵਾਨ ਜੀ ਦਾ ਸਾਂਝਾ 6 ਕਹਾਣੀਆਂ ਸੀ। ਉਹ ਕਹਿੰਦਾ ਉਹ ਵੀ ਵਿੱਚ ਪਾ ਦੇਵਾਂ, ਮੈਂ ਕਿਹਾ ਨਹੀਂ, ਮੈਂ ਉਹਨੂੰ ਡਿਸਓਨ ਕਰ ਦਿੱਤਾ। ਉਹ ਕਹਾਣੀਆਂ ਮੈਨੂੰ ਆਦਾ ਕਿ 6 ਕਹਾਣੀਆਂ ਨਾਲ ਵਾਲੀ ਛਪੀਆਂ ਹੋਈਆਂ, ਉਸ ਵੇਲੇ ਆਪਣੇ ਮੈਂ ਕਿਹਾ ਨਹੀਂ, ਮੈਂ ਉਹਨੂੰ ਡਿਸਓਨ ਕਰ ਦਿੱਤਾ, ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਆਹ 3 ਕਿਤਾਬਾਂ ਜਿਹੜੀਆਂ ਇੱਕ ਜਗ੍ਹਾ ਕਰ ਰਿਹਾ, ਤਾਂ ਮੈਨੂੰ ਲੱਗਦਾ ਇਹ ਨਾ ਕਿਤੇ ਨਾ ਕਿਤੇ ਰੜਕਿਆ ਜਾਏਗਾ। ਤੁਸੀਂ ਲੋਕ ਲੱਗੇ ਹੋਏ ਹੋ ਤੇ ਰੜਕਾਂਗੇ ਆਪਾਂ। ਹੁਣ ਮੈਨੂੰ ਲੱਗਦਾ ਸਾਰਿਆਂ ਦਾ ਇੰਨਾ ਸਮਾਂ 2 ਘੰਟੇ ਤੋਂ ਉੱਪਰ ਦਾ ਸਮਾਂ ਲੈ ਲਿਆ, ਗਲਾ ਮੇਰਾ ਵੀ ਕੁਛ ਹੋ ਗਿਆ।
ਠੰਡ ਵੀ ਹੈਗੀ ਆ, ਮੇਰਾ ਇਸ ਵੇਲੇ ਰੱਬ ਦਾ ਟਾਈਮ ਹੋ ਜਾਂਦਾ, ਤੁਸੀਂ ਹੁਣ ਮੈਨੂੰ ਛੁੱਟੀ ਦਿਓ। ਹਾਂਜੀ ਬਲਵਿੰਦਰ ਜੀ। ਹਾਂਜੀ ਕਾਲੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਜਿਹੜਾ ਸਮਾਂ ਹੋ ਗਿਆ ਜਿਸ ਕੰਮ ਲਈ, ਤੁਸੀਂ ਉਹਦੇ ਲਈ ਫ੍ਰੀ ਹੋਵੋਗੇ ਜਲਦੀ।